ਧਿਆਨ। ਮਨੁੱਖ ਵੀ ਨਕਲੀ ਹੈ ਤੇ ਉਸ ਦਾ ਧਿਆਨ ਵੀ ਨਕਲੀ ਹੈ। ਨਕਲੀ ਧਿਆਨ ਨਾਲ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ। ਜੇ ਮੱਛੀ ਨੂੰ ਪਾਣੀ ਦੀ ਫੋਟੋ ਬਣਾ ਕੇ ਕਹੀਏ ਕਿ ਇਸ ਦਾ ਧਿਆਨ ਕਰੀ ਜਾ, ਤਾਂ ਉਹ ਕਹੇਗੀ ਕਿ ਤੁਸੀਂ ਕਮਲੇ ਹੋ। ਅਸਲ ਪਾਣੀ ਤੋਂ ਬਿਨਾ ਪਾਣੀ ਦੀ ਫੋਟੋ ਦਾ ਧਿਆਨ ਕਰਨ ਨਾਲ ਮੈਨੂੰ ਕੀ ਲਾਭ ਹੈ। ਅੰਬ ਦੀ ਫੋਟੋ ਬਣਾ ਕੇ ਜੇ ਕੋਇਲ ਨੂੰ ਕਹੋ ਕਿ ਇਸ ਤੇ ਬੈਠ ਕੇ ਬੋਲ, ਤਾਂ ਉਹ ਵੀ ਕਹੇਗੀ ਕਿ ਇਸ ਦਾ ਕੀ ਲਾਭ। ਸੂਰਜ ਦੀ ਫੋਟੋ ਬਣਾ ਕੇ ਚੱਕਵੇ ਨੂੰ ਕਹੋ, ਫੁੱਲ ਦੀ ਫੋਟੋ ਬਣਾ ਕੇ ਭੋਰੇ ਨੂੰ ਕਹੋ ਇਸ ਦੀ ਸੁਗੰਧੀ ਲੈ। ਚੰਦ ਦੀ ਫੋਟੋ ਬਣਾ ਕੇ ਚਕੋਰ ਨੂੰ ਕਹੋ ਇਸ ਦਾ ਧਿਆਨ ਧਰ, ਤਾਂ ਉਹ ਕਹੇਗਾ ਕਿ ਅਸਲੀ ਚੰਦ ਤੋਂ ਬਿਨਾ ਮੈਨੂੰ ਇਸ ਦਾ ਧਿਆਨ ਧਰਨ ਦਾ ਕੀ ਲਾਭ। ਇਸ ਤਰ੍ਹਾਂ ਫੋਟੋ ਦਾ ਧਿਆਨ ਕਰਨ ਨਾਲ ਮਨੁੱਖ ਨੂੰ ਕੀ ਮਿਲ ਸਕਦਾ ਹੈ। ਇੱਕ ਵਾਰ ਚੰਨਣ ਸਿੰਘ ਜੀ ਮਲਵਈ ਨੇ ਸ੍ਰੀ ਅੰਮ੍ਰਿਤਸਰ ਸੰਤ ਜੀ ਪਾਸ ਬੇਨਤੀ ਕੀਤੀ, ਮਹਾਂਪੁਰਖੋ ਮੈਨੂੰ ਦੱਸੋ ਕਿ ਮਹਾਰਾਜ ਦੇ ਦਰਸ਼ਨ ਕਿਵੇਂ ਹੋਣ। ਸੰਤ ਜੀ ਨੇ ਕਿਹਾ, ਮੂਲ ਮੰਤਰ ਦੇ ਸੰਪਟ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਇਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਨ ਨਾਲ ਮਨ ਦੀ ਅਵਸਥਾ ਥੋੜੇ ਦਿਨਾਂ ਵਿੱਚ ਹੀ ਚੜ੍ਹਦੀ ਕਲਾ ਵਾਲੀ ਹੋ ਜਾਵੇਗੀ। ਇੱਕ ਸਰਦਾਰ ਸੰਤ ਜੀ ਨੂੰ ਜਰਗ ਤੋਂ ਦੀਨੇ ਕਾਂਗੜ ਲੈ ਕੇ ਗਿਆ। ਉੱਥੇ ਇੱਕ ਥਾਣੇਦਾਰ ਨੇ ਆ ਕੇ ਸੰਤ ਜੀ ਪਾਸ ਬੇਨਤੀ ਕੀਤੀ, ਜੀ ਜਦੋਂ ਮੈਂ ਸਿਮਰਨ ਕਰਨ ਲੱਗਦਾ ਹਾਂ ਉਦੋਂ ਸਗੋਂ ਜ਼ਿਆਦਾ ਸੰਕਲਪ ਫੁਰਦੇ ਹਨ, ਇਸ ਦਾ ਕੀ ਕਾਰਨ ਹੈ। ਸੰਤ ਜੀ ਕਹਿਣ ਲੱਗੇ ਕਿ ਜਿਸ ਤਰ੍ਹਾਂ ਖਾਲੀ ਭਾਂਡੇ ਵਿੱਚ ਜਦੋਂ ਪਾਣੀ ਪਾਈਏ ਤਾਂ ਉਸ ਵਿੱਚੋਂ ਬੁਲਬੁਲੇ ਨਿਕਲਦੇ ਹਨ, ਜਦੋਂ ਭਾਂਡਾ ਭਰ ਜਾਵੇ ਤਾਂ ਫਿਰ ਹਟ ਜਾਂਦੇ ਹਨ। ਇਸ ਤਰ੍ਹਾਂ ਹੀ ਜਦੋਂ ਸਿਮਰਨ ਕਰੀਦਾ ਹੈ ਉਦੋਂ ਪਿਛਲੇ ਕੀਤੇ ਕਰਮਾਂ ਦੀ ਮੈਲ ਸਾਡੇ ਅੰਦਰ ਲੱਗੀ ਹੋਣ ਕਰਕੇ ਉਹ ਸੰਕਲਪਾਂ ਦਾ ਰੂਪ ਧਾਰ ਕੇ ਬੁਲਬੁਲਿਆਂ ਦੀ ਤਰ੍ਹਾਂ ਬਾਹਰ ਨਿਕਲਦੀ ਹੈ। ਜਿਵੇਂ ਜਿਵੇਂ ਮੈਲ ਘਟਦੀ ਜਾਵੇਗੀ ਉਵੇਂ ਉਵੇਂ ਸੰਕਲਪ ਘਟਦੇ ਜਾਣਗੇ ਤੇ ਅਖੀਰ ਜਦ ਮਨ ਟਿਕ ਜਾਵੇਗਾ ਉਦੋਂ ਸੰਕਲਪ ਵੀ ਹਟ ਜਾਣਗੇ। ਘਬਰਾਓ ਨਾ, ਤਕੜੇ ਹੋ ਕੇ ਸਿਮਰਨ ਕਰੀ ਚੱਲੋ। ਢਿਲਵੀਂ ਇੱਕ ਸਿੰਘ ਨੇ ਸੰਤ ਜੀ ਤੋਂ ਪੁੱਛਿਆ ਕਿ ਬ੍ਰਹਮ ਗਿਆਨੀ ਇੱਕੋ ਤਰ੍ਹਾਂ ਦੇ ਹੁੰਦੇ ਹਨ ਕਿ ਵੱਖੋ ਵੱਖਰੇ। ਸੰਤ ਜੀ ਕਹਿਣ ਲੱਗੇ ਕਿ ਸਭ ਤੋਂ ਵੱਡਾ ਬ੍ਰਹਮ ਗਿਆਨੀ ਉਹ ਹੈ ਜਿਹੜਾ ਆਪ ਬ੍ਰਹਮ ਵਿਦਿਆ ਦੇ ਸਮੇਤ ਹੋਵੇ ਤੇ ਅੱਗੇ ਹੋਰਨਾਂ ਨੂੰ ਪੜ੍ਹਾਉਂਦਾ ਅਤੇ ਦ੍ਰਿੜ ਕਰਵਾਉਂਦਾ ਹੋਵੇ। ਦੂਰ ਅੰਦੇਸ਼ੀ ਨਾਲ ਤੱਕਣਾ। ਸੰਤ ਜੀ ਦੂਰ ਅੰਦੇਸ਼ੀ ਨਾਲ ਤੱਕਦੇ ਸਨ। ਇੱਕ ਵਾਰ ਸੰਤ ਜੀ ਦੌਦਰ ਵਿਖੇ ਰਾਗੀ ਮੰਗਲ ਸਿੰਘ ਦੇ ਵੱਡੇ ਡੇਰੇ ਸਵੇਰ ਦੀ ਕਥਾ ਕਰਕੇ ਅਜੇ ਹਟੇ ਹੀ ਸਨ ਕਿ ਉਸ ਵਕਤ ਗਿਆਨੀ ਲਾਲ ਸਿੰਘ ਜੀ, ਜੋ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਸਨ, ਆ ਕੇ ਸੰਤ ਜੀ ਤੋਂ ਪੁੱਛਣ ਲੱਗੇ, ਜਿਹੜੇ ਬਾਹਰਲੇ ਦੇਸ਼ਾਂ ਵਿੱਚ ਹੋਰ ਮੱਤਾਂ ਦੇ ਵਿਦਵਾਨ ਹਨ, ਉਹਨਾਂ ਦੀ ਸਹੂਲਤ ਲਈ ਜੇ ਪਹਿਲੇ ਪਾਤਸ਼ਾਹ ਜੀ ਦੀ ਸਾਰੀ ਬਾਣੀ ਇੱਕ ਜਗ੍ਹਾ ਕੀਤੀ ਜਾਵੇ, ਇਸੇ ਤਰ੍ਹਾਂ ਹੀ ਦੂਜੇ ਸਤਿਗੁਰਾਂ ਦੀ ਬਾਣੀ ਕੀਤੀ ਜਾਵੇ, ਇਵੇਂ ਹੀ ਬਾਕੀ ਸਤਿਗੁਰਾਂ ਦੀ ਬਾਣੀ ਇੱਕ ਜਗ੍ਹਾ ਕੀਤੀ ਜਾਵੇ, ਤਾਂ ਕੀ ਇਹ ਠੀਕ ਹੈ। ਸੰਤ ਜੀ ਕਹਿਣ ਲੱਗੇ, ਭੁੱਲ ਕੇ ਵੀ ਇਸ ਤਰ੍ਹਾਂ ਨਾ ਕਰਿਓ। ਜਦ ਕਦੇ ਇੱਧਰ ਦੀਆਂ ਬੀੜਾਂ ਬਿਰਧ ਹੋ ਕੇ ਸਮਾਪਤ ਹੋ ਗਈਆਂ ਤੇ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਦੀਆਂ ਪਈਆਂ ਪੁਰਾਣੀਆਂ ਪੋਥੀਆਂ ਨੂੰ ਜਦ ਕੋਈ ਆਪਣਾ ਬੰਦਾ ਉੱਥੇ ਜਾ ਕੇ ਦੇਖੇਗਾ ਤਾਂ ਉਹ ਸਮਝੇਗਾ ਕਿ ਇਹ ਤਰਤੀਬ ਠੀਕ ਹੈ ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਤੇ ਵੇਖਣ ਵਾਲੇ ਵੀ ਇਹੀ ਪੱਖ ਲੈਣਗੇ ਕਿ ਵੱਖ-ਵੱਖ ਸਤਿਗੁਰਾਂ ਦੀ ਇਕੱਠੀ ਬਾਣੀ ਵਾਲੀਆਂ ਜੋ ਬਾਹਰਲੇ ਦੇਸ਼ਾਂ ਵਾਲੀਆਂ ਪੁਰਾਤਨ ਪੋਥੀਆਂ ਹਨ, ਇਹ ਠੀਕ ਹਨ।
ਕਿਸੇ ਸਮੇਂ ਇਹ ਪੰਥ ਵਿੱਚ ਵਿਵਾਦ ਦਾ ਕਾਰਨ ਬਣ ਸਕਦੀਆਂ ਹਨ। ਤਾਂ ਗਿਆਨੀ ਲਾਲ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਇਹ ਬਿਲਕੁਲ ਠੀਕ ਹੈ। ਕਦੇ ਸਮਾਂ ਪਾ ਕੇ ਇਹ ਭੁਲੇਖੇ ਦਾ ਕਾਰਨ ਬਣ ਸਕਦੀਆਂ ਹਨ। ਇੱਕ ਵਾਰ ਪ੍ਰੇਮੀ ਜੀ ਨੇ ਸੰਤ ਜੀ ਤੋਂ ਪੁੱਛਿਆ, ਜੋ ਪੰਜ ਪਿਆਰੇ ਉਪਦੇਸ਼ ਦਿੰਦੇ ਹਨ ਜਾਂ ਮਹਾਰਾਜ ਜੀ ਦੀ ਜੋ ਕਥਾ ਹੈ, ਇਸ ਤੋਂ ਵੱਖਰਾ ਵੀ ਕੋਈ ਉਪਦੇਸ਼ ਹੋਰ ਕਿਸੇ ਮਹਾਤਮਾ ਦੇ ਪਾਸ ਹੈ? ਸੰਤ ਜੀ ਕਹਿਣ ਲੱਗੇ ਕਿ ਇਸ ਤੋਂ ਵੱਖਰਾ ਉਪਦੇਸ਼ ਹੋਰ ਕਿਸੇ ਪਾਸ ਕੋਈ ਨਹੀਂ ਹੈ। ਸਾਰੇ ਗੁਰਬਾਣੀ ਦੇ ਆਸਰੇ ਹੀ ਦਿਸਦੇ ਹਨ। ਇੱਕ ਵਾਰ ਪ੍ਰੇਮੀ ਜੀ ਨੇ ਸੰਤ ਜੀ ਤੋਂ ਪੁੱਛਿਆ ਕਿ ਜੋ ਗੁਰਮਤਿ ਦੇ ਵਿਰੁੱਧ ਗ੍ਰੰਥ ਲਿਖੇ ਹੋਏ ਹਨ, ਪਸੌੜੀਆਂ ਆਦਿ ਦੇ, ਜਿਵੇਂ ਕਿ ਭਗਤ ਬਾਣੀ ਗੁਰਬਾਣੀ ਨਹੀਂ ਹੈ, ਬੜੇ ਬੜੇ ਪ੍ਰਮਾਣ ਦੇ ਕੇ ਸਿੱਧ ਕਰਨ ਦਾ ਯਤਨ ਕੀਤਾ ਹੈ, ਇਹਨਾਂ ਦੇ ਪੜ੍ਹਨ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਇਹ ਪੜ੍ਹਨੇ ਚਾਹੀਦੇ ਹਨ ਕਿ ਨਹੀਂ? ਸੰਤ ਜੀ ਕਹਿਣ ਲੱਗੇ ਕਿ ਜਿਸ ਦਾ ਮਨ ਅਜੇ ਕੱਚਾ ਹੈ, ਪੂਰਾ ਨਿਸ਼ਚਾ ਨਹੀਂ, ਉਸ ਨੂੰ ਇਹ ਗ੍ਰੰਥ ਨਹੀਂ ਪੜ੍ਹਨੇ ਚਾਹੀਦੇ। ਜਿਸ ਦਾ ਗੁਰਬਾਣੀ ਤੇ ਪੂਰਾ ਨਿਸ਼ਚਾ ਹੈ, ਉਹ ਇਹਨਾਂ ਗ੍ਰੰਥਾਂ ਨੂੰ ਪੜ੍ਹੇ। ਜਿਵੇਂ ਜਿਵੇਂ ਇਹਨਾਂ ਗ੍ਰੰਥਾਂ ਨੂੰ ਪੜ੍ਹੇ, ਉਵੇਂ ਉਵੇਂ ਗੁਰਬਾਣੀ ਤੇ ਚੌਗੁਣੀ ਸ਼ਰਧਾ ਵਧੇ ਕਿ ਵੇਖੋ ਗੁਰਬਾਣੀ ਦਾ ਆਸ਼ਾ ਕਿਤਨਾ ਉੱਚਾ ਹੈ ਤੇ ਸ਼ਰਧਾ ਤੋਂ ਹੀਣੇ ਇਹ ਲੋਕ ਇਸ ਅਮੋਲਕ ਚੀਜ਼ ਤੋਂ ਕਿਵੇਂ ਵਾਂਝੇ ਰਹਿ ਰਹੇ ਹਨ। ਜੇ ਉਸ ਨੂੰ ਵੀ ਸ਼ੰਕਾ ਪੈ ਜਾਵੇ ਕਿ ਪ੍ਰਮਾਣ ਤਾਂ ਇਹਨਾਂ ਨੇ ਵੀ ਬੜੇ ਢੁਕਵੇਂ ਦਿੱਤੇ ਹਨ, ਤਾਂ ਉਸ ਵੇਲੇ ਸ਼ਰਧਾ ਹੀ ਉਥੋਂ ਉਸ ਨੂੰ ਕੱਢ ਸਕਦੀ ਹੈ ਕਿ ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਜੇ ਪੂਰਨ ਸ਼ਰਧਾ ਨਾ ਹੋਈ ਤਾਂ ਫਿਰ ਉਹ ਵੀ ਡੁੱਬ ਜਾਵੇਗਾ। ਇੱਕ ਵਾਰ ਸੰਤ ਜੀ ਰਾਏਕੋਟ ਗੁਰਦੁਆਰਾ ਟਾਹਲੀ ਸਾਹਿਬ ਗਏ। ਜਥੇਦਾਰ ਸੰਤ ਸਿੰਘ ਜੀ ਨੇ ਆਪ ਜੀ ਤੋਂ ਪੁੱਛਿਆ ਕਿ ਸੰਤ ਅਤਰ ਸਿੰਘ ਜੀ, ਸੰਤ ਮੱਘਰ ਸਿੰਘ ਜੀ ਆਦਿ ਜੋ ਜੋ ਮਹਾਂਪੁਰਖ ਹੋਏ ਹਨ, ਇਹ ਕਿਸ ਨਿਮਿਤ ਨੂੰ ਲੈ ਕੇ ਸੰਸਾਰ ਵਿੱਚ ਆਉਂਦੇ ਹਨ? ਇਹਨਾਂ ਸੰਤਾਂ ਵਿੱਚ ਤੇ ਸਤਿਗੁਰਾਂ ਵਿੱਚ ਕੀ ਫਰਕ ਹੈ? ਤਾਂ ਸੰਤ ਜੀ ਨੇ ਕਿਹਾ ਕਿ ਗੁਰੂ ਸਾਹਿਬ ਤਾਂ ਪਰਮੇਸ਼ਰ ਸਵਰੂਪ ਪੂਰਨ ਅਵਤਾਰ ਹਨ। ਯਥਾ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਤੇ ਸੰਤ ਨਿਤ ਅਵਤਾਰ ਹਨ, ਜੋ ਜਨਮ ਮਰਨ ਦੋਹੂ ਮਹਿ ਨਾਹੀ। ਜਨ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ। ਹਰ ਸਿਉ ਲੈਨ ਮਿਲਾਏ, ਪਰਮੇਸ਼ਰ ਦੇ ਹੁਕਮ ਮੁਤਾਬਕ ਸੰਸਾਰ ਵਿੱਚ ਆ ਕੇ ਜੀਵਾਂ ਦਾ ਭਲਾ ਕਰਦੇ ਹਨ। ਨਿਮਰਤਾ। ਸੰਤ ਜੀ ਏਡੇ ਵੱਡੇ ਵਿਦਵਾਨ, ਦੈਵੀ ਸ਼ਕਤੀਆਂ ਦੇ ਮਾਲਕ, ਸਮੂਹ ਗੁਣਾਂ ਦੇ ਸਮੁੰਦਰ, ਪੰਥ ਵਿੱਚ ਸਭ ਤੋਂ ਵੱਡੀ ਧਾਰਮਿਕ ਸ਼ਖਸੀਅਤ ਹੋਣ ਦੇ ਬਾਵਜੂਦ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਦੇ ਮਹਾਵਾਕ ਅਨੁਸਾਰ ਨਿਮਰਤਾ ਦੇ ਘਰ ਵਿੱਚ ਸਦਾ ਵਿਚਰਦੇ ਸਨ। ਛੋਟੇ ਤੋਂ ਛੋਟੇ ਸਿੰਘ ਨੂੰ ਵੀ ਜੀ ਸ਼ਬਦ ਨਾਲ ਬੁਲਾਉਂਦੇ ਸਨ। ਹਰ ਆਏ ਮਹਾਂਪੁਰਖ ਦਾ, ਸਾਧ ਦਾ, ਸਿੰਘ ਦਾ ਪਲੰਘ ਤੋਂ ਹੇਠਾਂ ਉਤਰ ਕੇ ਸਤਿਕਾਰ ਕਰਦੇ ਸਨ। ਜਦੋਂ ਤੋਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਜਾਂ ਸਿੰਘ ਸਾਹਿਬ ਗਿਆਨੀ ਕਪੂਰ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗ੍ਰੰਥੀ ਦੀ ਪਵਿੱਤਰ ਸੇਵਾ ਤੇ ਥਾਪੇ ਗਏ, ਉਹਨਾਂ ਨੂੰ ਆਪਣੇ ਪਲੰਘ ਦੇ ਪਾਸ ਹੇਠਾਂ ਫਰਸ਼ ਤੇ ਬੈਠਣ ਨਾ ਦਿੰਦੇ। ਵਿਸ਼ੇਸ਼ ਸਤਿਕਾਰ ਲਈ ਹੋਰ ਪਲੰਘ ਜਾਂ ਕੁਰਸੀ ਮੰਗਵਾ ਕੇ ਉਸ ਤੇ ਬਿਠਾਉਂਦੇ।
ਜੇ ਉਹਨਾਂ ਨੇ ਕਹਿਣਾ ਕਿ ਅਸੀਂ ਤਾਂ ਆਪ ਜੀ ਦੇ ਵਿਦਿਆਰਥੀ ਹਾਂ, ਸਾਡੇ ਵਾਸਤੇ ਉਚੇਚ ਕਿਉਂ ਕਰਦੇ ਹੋ, ਤਾਂ ਸੰਤ ਜੀ ਨੇ ਕਹਿਣਾ, ਨਾ ਭਾਈ, ਹੁਣ ਤੁਸੀਂ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਅਤੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਗੱਦੀ ਦੇ ਮਾਲਕ ਹੋ, ਇਸ ਲਈ ਸਾਨੂੰ ਤੁਹਾਡਾ ਸਤਿਕਾਰ ਕਰਨਾ ਹੀ ਬਣਦਾ ਹੈ। ਇਹ ਸੁਣ ਕੇ ਉਹਨਾਂ ਦੇ ਸਰੀਰ ਤੇ ਪੁਲਕਾਵਲੀ ਆ ਜਾਂਦੀ, ਤਾਂ ਉਹਨਾਂ ਦਾ ਮਨ ਮਹਾਂਪੁਰਖਾਂ ਦੇ ਪਿਆਰ ਵਿੱਚ ਗਦ-ਗਦ ਹੋ ਜਾਂਦਾ। ਇਉਂ ਤਖਤਾਂ ਦੇ ਜਥੇਦਾਰਾਂ ਦਾ, ਗੁਰ ਅਸਥਾਨਾਂ ਦੇ ਹੈੱਡ ਗ੍ਰੰਥੀਆਂ ਦਾ ਸਤਿਕਾਰ ਇੱਕੋ ਜਿਹਾ ਹੀ ਕਰਦੇ ਸਨ। ਇੱਕ ਵਾਰ ਸੰਤ ਜੀ ਨੇ ਲਾਇਲਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਭੋਗ ਪਾਇਆ। ਉਪਰੰਤ ਸੰਤ ਜੀ ਨੇ ਮਹਾਰਾਜ ਦੀ ਤਾਬਿਆ ਬੈਠਿਆਂ ਭਰੇ ਦੀਵਾਨ ਵਿੱਚ ਦੋਨੋਂ ਹੱਥ ਜੋੜ ਕੇ ਕਿਹਾ, ਸਿੰਘੋ, ਮੈਂ ਤੁਹਾਡੀ ਸੰਗਤ ਵਿੱਚ ਰਹਿੰਦਾ ਰਿਹਾ ਹਾਂ। ਮੇਰੀ ਵਿੱਦਿਆ ਪੜ੍ਹਾਉਣ ਦੀ ਡਿਊਟੀ ਹੋਣ ਕਰਕੇ ਜੇ ਮੈਥੋਂ ਕਿਸੇ ਸਿੰਘ ਨੂੰ ਘੂਰਿਆ ਗਿਆ ਹੋਵੇ ਜਾਂ ਕੋਈ ਵੱਧ ਘੱਟ ਲਫ਼ਜ਼ ਕਿਹਾ ਗਿਆ ਹੋਵੇ, ਤਾਂ ਤੁਸੀਂ ਗੁਰੂ ਕੇ ਸਿੰਘ ਹੋ, ਬਾਣੀ ਤੇ ਰਹਿਤ ਦੇ ਧਾਰਨੀ ਹੋ, ਮੈਨੂੰ ਆਪਣੇ ਚਰਨਾਂ ਦਾ ਦਾਸ ਜਾਣ ਕੇ ਮਾਫ਼ ਕਰ ਦਿਓ। ਜਦੋਂ ਸੰਤ ਜੀ ਨੇ ਪ੍ਰੇਮ ਵਿੱਚ ਭਿੱਜ ਕੇ ਇਹ ਸ਼ਬਦ ਮੁਖੋਂ ਕਹੇ, ਤਾਂ ਸਾਰੇ ਵਿਦਿਆਰਥੀਆਂ ਅਤੇ ਸੰਗਤ ਦੇ ਨੇਤਰ ਪਰਨਾਲੇ ਬਣ ਕੇ ਵਗ ਤੁਰੇ। ਇਹੋ ਜਿਹੀ ਜੱਗੋਂ 13ਵੀਂ ਗੱਲ ਅੱਜ ਤੱਕ ਨਾ ਤਾਂ ਕਿਸੇ ਨੇ ਸੁਣੀ ਸੀ ਅਤੇ ਨਾ ਹੀ ਕਿਸੇ ਨੇ ਦੇਖੀ ਸੀ। ਅੱਜ ਤੱਕ ਇਤਿਹਾਸ ਦੇ ਪੰਨਿਆਂ ਤੇ ਵੀ ਕਿਤੇ ਲਿਖੀ ਹੋਈ ਕਿਸੇ ਨੇ ਨਹੀਂ ਵੇਖੀ ਕਿ ਉਸਤਾਦ ਆਪਣੇ ਵਿਦਿਆਰਥੀਆਂ ਪਾਸੋਂ ਸਾਰਿਆਂ ਵਿੱਚ ਇਉਂ ਮੁਆਫ਼ੀ ਮੰਗੇ ਜਿਵੇਂ ਕੋਈ ਛੋਟਾ ਬੱਚਾ ਬਹੁਤ ਵੱਡੀ ਗਲਤੀ ਕਰਨ ਤੋਂ ਨਿਮਰਤਾ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਉਂਦਾ ਹੈ। ਆਲਮਗੀਰ ਜਦੋਂ ਸੰਥਾ ਕਥਾ ਦਾ ਭੋਗ ਪਾਇਆ, ਉਦੋਂ ਵੀ ਸੰਤਾਂ ਨੇ ਸੰਗਤ ਵਿੱਚ ਐਸੇ ਹੀ ਬਚਨ ਕੀਤੇ ਸਨ। ਨਿਮਰਤਾ ਵਿੱਚ ਭਰ ਕੇ ਕਹੇ ਹੋਏ ਇਹਨਾਂ ਸ਼ਬਦਾਂ ਦਾ ਸਾਰੀ ਸੰਗਤ ਤੇ ਐਸਾ ਅਸਰ ਹੋਇਆ ਕਿ ਸੰਗਤ ਸੁਣ ਕੇ ਬਰਫ਼ ਦੀ ਤਰ੍ਹਾਂ ਪ੍ਰੇਮ ਵਿੱਚ ਢਲ ਕੇ ਅਸ਼ ਕਰ ਉੱਠੀ ਅਤੇ ਸਾਰਿਆਂ ਨੇ ਆਪਣੀਆਂ ਜ਼ਬਾਨਾਂ ਤੋਂ ਇਹੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਇਹੀ ਹੀ ਹੋ ਸਕਦੇ ਹਨ, ਹੋਰ ਕੋਈ ਨਹੀਂ ਹੋ ਸਕਦਾ। ਪਿੰਡ ਸਹਿਜੜੇ ਸ਼ਾਮ ਦੀ ਕਥਾ ਸਮੇਂ ਦਾਸ ਦੀ ਰੇਹਲ ਕਿਸੇ ਸਿੰਘ ਨੇ ਚੁੱਕ ਕੇ ਪੋਥੀ ਪ੍ਰਕਾਸ਼ ਕਰ ਲਈ। ਮੈਂ ਆਪਣੀ ਪੋਥੀ ਫੜ ਕੇ ਰੇਹਲ ਦੇਖ ਰਿਹਾ ਸੀ ਕਿ ਭਾਈ ਮੱਲ ਸਿੰਘ ਨਿਹੰਗ ਸਿੰਘ ਕਹਿਣ ਲੱਗਾ, ਤੇਰੀ ਰੇਹਲ ਆਹੋ ਸਿੰਘ ਨੇ ਚੁੱਕੀ ਹੈ। ਸੰਤਾਂ ਦੇ ਪੁੱਛਣ ਤੇ ਮੈਂ ਵੀ ਐਸਾ ਹੀ ਕਹਿ ਦਿੱਤਾ ਕਿ ਆਓ ਸਿੰਘ ਨੇ ਪੋਥੀ ਪ੍ਰਕਾਸ਼ ਕੀਤੀ ਹੈ। ਤਾਂ ਸੰਤਾਂ ਨੇ ਝਿੜਕ ਕੇ ਮੈਨੂੰ ਵਰਜ ਦਿੱਤਾ ਕਿ ਬੈਠ ਜਾ ਆਰਾਮ ਨਾਲ। ਦਾਸ ਗੁੱਸਾ ਕਰਕੇ ਹਰ ਰੋਜ਼ ਰਾਤ ਨੂੰ ਮੁੱਠੀ ਚਾਪੀ ਦੀ ਸੇਵਾ ਅਤੇ ਇਸ਼ਨਾਨ ਦੀ ਸੇਵਾ ਤੇ ਨਾ ਗਿਆ। ਸੰਤ ਜੀ ਸਮਝ ਗਏ। 4-5 ਦਿਨਾਂ ਬਾਅਦ ਪਿੰਡ ਛਾਪੇ ਵਿਖੇ ਦੁਪਹਿਰ ਦੇ ਸਮੇਂ ਜਥੇ ਦੇ ਲੰਗਰ ਛਕਣ ਦੀ ਪੰਗਤ ਵਿੱਚ ਸੰਤ ਜੀ ਆ ਗਏ। ਕਹਿਣ ਲੱਗੇ, ਵੈਦ ਭਾਵ ਗਿਆਨੀ ਨਿਰੰਜਨ ਸਿੰਘ, ਵੈਦ ਜੀ, ਤੇਰਾ ਚੇਲਾ ਸਾਡੇ ਨਾਲ ਗੁੱਸੇ ਹੋ ਕੇ ਸੇਵਾ ਵਿੱਚ ਨਹੀਂ ਆਉਂਦਾ, ਕਿੱਥੇ ਹੈ, ਲਿਆਓ ਫੜ ਕੇ। ਦਾਸ ਲੰਗਰ ਦੀ ਸੇਵਾ ਕਰਦਾ ਸੀ, ਸਿੰਘ ਫੜ ਲਿਆਏ। ਦੋਹਾਂ ਹੱਥਾਂ ਨਾਲ ਆਪਣੇ ਪਰਨੇ ਦੀਆਂ ਕੰਨੀਆਂ ਫੜ ਕੇ ਕਹਿਣ ਲੱਗੇ, ਲਿਖਾਰੀਆ, ਸਾਡੇ ਬਚਨ ਅਤੇ ਆਪਣਾ ਕ੍ਰੋਧ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਮੁਆਫ਼ ਕਰ ਦੇ। ਇਹ ਬਚਨ ਸੁਣਦਿਆਂ ਸਾਰ ਹੀ ਦਾਸ ਦੀਆਂ ਅੱਖਾਂ ਵਿੱਚੋਂ ਆਪ ਮੁਹਾਰਾ ਜਲ ਚੱਲ ਪਿਆ। ਚਰਨ ਫੜ ਕੇ ਬੇਨਤੀ ਕੀਤੀ, ਮਹਾਂਪੁਰਖੋ, ਸਗੋਂ ਗਲਤੀ ਤਾਂ ਦਾਸ ਨੇ ਕੀਤੀ ਹੈ।
ਮੈਨੂੰ ਮੁਆਫ ਕਰ ਦਿਓ। ਦਇਆ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਭਾਈ ਤਰਲੋਕ ਸਿੰਘ ਜੀ ਜਰਨੈਲ, ਭਾਈ ਕਰਤਾਰ ਸਿੰਘ ਪ੍ਰੇਮੀ ਜੀ, ਪੰਜ ਸਿੰਘ ਗੁਰੂ ਮਹਾਰਾਜ ਅੱਗੇ ਜਾ ਕੇ ਅਰਦਾਸ ਕਰੋ ਕਿ ਪ੍ਰੀਤਮ ਸਿੰਘ ਦੀਆਂ ਡੂੰਘੀਆਂ ਜੜ੍ਹਾਂ ਲੱਗ ਜਾਣ, ਜੋ ਪੁੱਟੀਆਂ ਵੀ ਨਾ ਪੁੱਟੀਆਂ ਜਾਣ। ਐਸੀ ਨਿਮਰਤਾ ਵਾਲਾ ਸਾਧੂ ਅੱਜ ਦੇ ਸਮੇਂ ਵਿੱਚ ਕੋਈ ਨਹੀਂ ਹੈ, ਜੋ ਵਿਦਿਆਰਥੀਆਂ ਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਦਿੰਦਾ ਹੋਇਆ ਬਖਸ਼ਿਸ਼ਾਂ ਦੇ ਭੰਡਾਰੇ ਵੰਡਦਾ ਹੋਵੇ। ਇੱਕ ਵਾਰ ਸਤਿਕਾਰਯੋਗ ਸੰਤ ਜੀ ਲਗਾਤਾਰ 1.5 ਮਹੀਨਾ ਕਲਕੱਤੇ ਕਥਾ ਰਾਹੀਂ ਸੰਗਤਾਂ ਨੂੰ ਕਿਰਤਾਰਥ ਕਰਦੇ ਰਹੇ। ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਸੰਗਤ ਵੱਲੋਂ 2600 ਰੁਪਏ ਕੀਰਤਨ ਭੇਟ ਹੋਏ। ਰਾਗੀ ਸਿੰਘਾਂ ਨੇ ਮਿਲ ਕੇ ਵਿਚਾਰ ਕੀਤੀ ਕਿ ਸੰਤਾਂ ਦੀ ਪ੍ਰਸੰਨਤਾ ਦਾ ਸਦਕਾ ਘੜੀਆਂ, ਕੰਬਲ, ਬਸਤਰ, ਖਾਣ ਪਾਨ, ਕਿਰਾਏ ਤੇ ਜ਼ਿੰਦਗੀ ਦੇ ਹੋਰ ਜ਼ਰੂਰੀ ਖਰਚਾਂ ਲਈ ਮਾਇਆ ਦੀ ਕੋਈ ਘਾਟ ਨਹੀਂ। ਇਸ ਲਈ ਇਹ ਕੀਰਤਨ ਭੇਟ ਮਾਇਆ ਸੰਤਾਂ ਨੂੰ ਅਰਪਣ ਕਰ ਦਈਏ। ਸੰਤ ਜੀ ਜਿੱਥੇ ਚਾਹਣ ਵਰਤ ਲੈਣ। ਇਸ ਰਾਗੀ ਜਥੇ ਵਿੱਚ ਸੰਤਾਂ ਦੇ ਛੋਟੇ ਭੁਜੰਗੀ ਭਾਈ ਭਗਵਾਨ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਤੇ ਜੋੜੀ ਵਾਲਾ ਭਾਈ ਜਗੀਰ ਸਿੰਘ ਸੀ। ਉਪਰੋਕਤ ਮਾਇਆ ਦੇ ਕੇ ਰਾਗੀ ਬਚਿੱਤਰ ਸਿੰਘ ਨੂੰ ਭੇਜਿਆ। ਜਦ ਭਾਈ ਬਚਿੱਤਰ ਸਿੰਘ ਨੇ ਸੰਤਾਂ ਨੂੰ ਜਾ ਫਤਿਹ ਬੁਲਾਈ ਤੇ ਨਮਸਕਾਰ ਕੀਤੀ, ਤਦੋਂ ਸੰਤ ਪਲੰਗ ਤੇ ਹੀ ਢੋਹ ਲਾਈ ਬੈਠੇ ਸਨ। ਪੁੱਛਿਆ, ਆਓ ਰਾਗੀ ਸਿੰਘ ਜੀ, ਕਿਵੇਂ ਆਏ ਹੋ? ਤਾਂ ਭਾਈ ਬਚਿੱਤਰ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਕੀਰਤਨ ਭੇਟ ਸੰਗਤ ਵੱਲੋਂ 2600 ਰੁਪਏ ਆਏ ਹਨ। ਮੈਂ ਸਾਰੇ ਜਥੇ ਵੱਲੋਂ ਮਾਇਆ ਆਪ ਜੀ ਦੇ ਭੇਟਾ ਕਰਨ ਲਈ ਹਾਜ਼ਰ ਹੋਇਆ ਹਾਂ। ਆਪ ਜੀ ਪ੍ਰਵਾਨ ਕਰੋ ਤੇ ਜਿੱਥੇ ਚਾਹੋ ਇਸ ਨੂੰ ਵਰਤ ਲਵੋ। ਇੰਨੀ ਗੱਲ ਸੁਣਦਿਆਂ ਸਾਰ ਸੰਤ ਜੀ ਉੱਠ ਕੇ ਬੈਠ ਗਏ ਤੇ ਦਰਵ ਕੇ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿਣ ਲੱਗੇ, ਰਾਗੀ ਸਿੰਘ ਜੀ, ਮੈਂ ਗਰੀਬ, ਜੇ ਤੁਹਾਨੂੰ ਕੁਝ ਦੇ ਨਹੀਂ ਸਕਦਾ ਤਾਂ ਕੀ ਮੈਂ ਤੁਹਾਡੀ ਮਾਇਆ ਲੈ ਲਵਾਂ? ਤੁਸੀਂ ਗੁਰਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰਦੇ ਹੋ। ਮੇਰਾ ਤਾਂ ਜੀ ਕਰਦਾ ਹੈ ਕਿ ਤੁਹਾਡੀ ਜਿਤਨੀ ਵੀ ਸੇਵਾ ਹੋਵੇ ਥੋੜ੍ਹੀ ਹੈ। ਪਿੰਡਰਾਂ ਦੀ ਗੱਲ ਹੈ ਕਿ ਭਾਈ ਸੱਜਣ ਸਿੰਘ ਜੀ ਬੁੱਟਰ ਵਾਲੇ, ਜੋ ਸੰਤ ਜੀ ਦੇ ਗੜਵਈ ਵੀ ਰਹੇ ਹਨ, ਕਹਿਣ ਲੱਗੇ, ਇੱਕ ਵਾਰ ਮੇਰਾ ਸਰੀਰ ਢਿੱਲਾ ਹੋ ਗਿਆ ਸੀ। ਮੈਂ ਆਪਣਾ ਬਿਸਤਰਾ ਇੱਕ ਸਿੰਘ ਨੂੰ ਚੁਕਾ ਬੈਠਾ। ਸੰਤ ਜੀ ਨੇ ਵੇਖ ਕੇ ਮੈਨੂੰ ਬਹੁਤ ਘੂਰਿਆ। ਢਿੱਲਾ ਹੋਣ ਕਰਕੇ ਭੁੱਖ ਤਾਂ ਪਹਿਲਾਂ ਹੀ ਨਹੀਂ ਸੀ ਤੇ ਗੁੱਸੇ ਹੋਣ ਕਰਕੇ ਇੱਕ ਦਿਨ ਮੈਂ ਰੋਟੀ ਹੀ ਨਾ ਖਾਧੀ। ਸੰਤ ਜੀ ਨੇ ਦੂਜੇ ਦਿਨ ਨਿਤਨੇਮ ਕਰਕੇ ਜਦੋਂ ਦੁਪਹਿਰ ਦਾ ਪ੍ਰਸ਼ਾਦਾ ਛਕਣਾ ਸੀ, ਮੈਨੂੰ ਸੱਦਣ ਵਾਸਤੇ ਇੱਕ ਸਿੰਘ ਭੇਜਿਆ। ਮੈਂ ਕਿਹਾ, ਮੈਂ ਨਹੀਂ ਜਾ ਸਕਦਾ। ਸੰਤ ਜੀ ਨੇ ਦੁਬਾਰਾ ਫਿਰ ਇੱਕ ਸਿੰਘ ਭੇਜਿਆ। ਸਿੰਘ ਨੇ ਆ ਕੇ ਦੱਸਿਆ, ਸੰਤ ਜੀ ਨੇ ਕਿਹਾ ਹੈ ਕਿ ਜਿਤਨਾ ਚਿਰ ਉਹ ਨਹੀਂ ਆਉਂਦਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਤਾਂ ਮੈਂ ਚਲਾ ਗਿਆ। ਸੰਤ ਜੀ ਕਹਿਣ ਲੱਗੇ, ਸੱਜਣ ਸਿਆਂ, ਅਸੀਂ ਤੈਨੂੰ ਬਹੁਤ ਘੂਰ ਬੈਠੇ। ਹੁਣ ਤੂੰ ਆਪਣੇ ਮੁਖੋਂ ਕਹਿ ਕੇ ਮੈਂ ਤੈਨੂੰ ਮੁਆਫ ਕੀਤਾ। ਮੈਥੋਂ ਹੁਣ ਇਸ ਤਰ੍ਹਾਂ ਕਿਵੇਂ ਕਿਹਾ ਜਾ ਸਕਦਾ ਸੀ? ਅਖੀਰ ਸੰਤ ਜੀ ਨੇ ਇਸ ਤਰ੍ਹਾਂ ਕਹਿਣ ਵਾਸਤੇ ਮੈਨੂੰ ਬਹੁਤਾ ਮਜਬੂਰ ਕਰ ਦਿੱਤਾ ਕਿ ਤੂੰ ਜ਼ਰੂਰ ਕਹਿ। ਮੈਂ ਤੈਨੂੰ ਮੁਆਫ ਕਰ ਦਿੱਤਾ। ਮੈਂ ਦੱਬੀ ਜਿਹੀ ਆਵਾਜ਼ ਨਾਲ ਕਿਹਾ ਤਾਂ ਮੈਨੂੰ ਵਾਪਸ ਆਉਣ ਦਿੱਤਾ। ਇਉਂ ਭਾਈ ਸੱਜਣ ਸਿੰਘ ਜੀ ਨੇ ਇਹ ਗੱਲ ਸੁਣਾਉਂਦਿਆਂ ਨੇਤਰ ਭਰ ਕੇ ਆਖਿਆ, ਸੰਤ ਹੋਏ ਵੀ ਬਹੁਤ ਹਨ ਤੇ ਹੋਣਗੇ ਵੀ, ਪਰ ਇਹੋ ਜਿਹੇ ਸੰਤ ਜ਼ਿੰਦਗੀ ਵਿੱਚ ਨਾ ਹੋਰ ਮਿਲੇ ਹਨ ਤੇ ਨਾ ਹੀ ਮਿਲਣੇ ਹਨ। ਇਉਂ ਜੇ ਕਿਸੇ ਸਿੰਘ ਨੂੰ ਉਸ ਦੇ ਕਸੂਰ ਕਰਕੇ ਸੰਤ ਜੀ ਘੂਰਦੇ ਵੀ
ਤਾਂ ਥੋੜੇ ਚਿਰ ਬਾਅਦ ਹੀ ਉਸ ਤੋਂ ਦੋਨੇ ਹੱਥ ਜੋੜ ਕੇ ਮੁਆਫੀ ਵੀ ਮੰਗ ਲੈਂਦੇ ਸਨ, ਜਿਸ ਦਾ ਅਸਰ ਸਿੰਘ ਦੀ ਜ਼ਿੰਦਗੀ ਤੇ ਬੜਾ ਭਾਰੀ ਪੈਂਦਾ। ਸਿੰਘ ਆਪਸੀ ਝਗੜੇ ਦੇ ਫੌਰਨ ਬਾਅਦ ਇੱਕ ਦੂਜੇ ਤੋਂ ਮੁਆਫੀ ਮੰਗ ਕੇ ਇੱਕ ਸੁਰ ਹੋ ਜਾਇਆ ਕਰਦੇ ਸਨ। ਇੱਕ ਵਾਰ ਭਿੰਡਰੀ ਜੋੜ ਮੇਲੇ ਤੇ ਗਿਆਨੀ ਮਣੀ ਸਿੰਘ ਜੀ ਸੈਕਟਰੀ ਸਨ। ਕਿਸੇ ਨੇ ਉਹਨਾਂ ਦੀ ਚਾਦਰ ਚੁੱਕ ਲਈ। ਪਹਿਲਾਂ ਤਾਂ ਸੰਤ ਜੀ ਨੇ ਗਿਆਨੀ ਜੀ ਨੂੰ ਹੀ ਚਾਦਰ ਲੱਭਣ ਵਾਸਤੇ ਭੇਜਿਆ ਕਿ ਚਾਦਰ ਲੱਭ ਕੇ ਲਿਆਓ। ਜਦ ਨਾ ਲੱਭੀ ਤਾਂ ਸੰਤ ਜੀ ਆਪਣੇ ਬਿਸਤਰੇ ਦੀ ਚਾਦਰ ਲਿਜਾ ਕੇ ਪਰਿਕਰਮਾ ਵਿੱਚ ਵਿਛਾ ਕੇ ਕਹਿਣ ਲੱਗ ਪਏ, ਆਓ ਗਿਆਨੀ ਜੀ, ਤੁਸੀਂ ਸਵੇਰ ਦੇ ਹੀ ਸੇਵਾ ਵਿੱਚ ਲੱਗੇ ਹੋਏ ਹੋ, ਆਰਾਮ ਕਰੋ। ਗਿਆਨੀ ਜੀ ਨੇ ਕਿਹਾ, ਜੀ ਮੈਂ ਆਪ ਜੀ ਦੀ ਚਾਦਰ ਤੇ ਨਹੀਂ ਪੈ ਸਕਦਾ। ਤਾਂ ਸੰਤ ਜੀ ਨੇ ਕਿਹਾ, ਮਨੀ ਸਿਆ, ਤੂੰ ਗੁਰੂ ਕਾ ਕੀਰਤਨੀਆਂ ਪੁੰਜੇ ਪਵੇਂ ਤੇ ਗੁਰਬਚਨ ਸਿੰਘ ਮੰਜੇ ਤੇ ਪਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਉਂ ਜ਼ਬਰਦਸਤੀ ਚਾਦਰ ਤੇ ਪਾ ਕੇ ਹੀ ਵਾਪਸ ਮੁੜੇ। ਸੰਤ ਜੀ ਦੀ ਐਸੀ ਮਹਾਨ ਨਿਮਰਤਾ ਨੂੰ ਵੇਖ ਕੇ ਕਹਿਣਾ ਹੀ ਪੈਂਦਾ ਹੈ ਕਿ ਆਪ ਜੀ ਇੱਕ ਬਾਮਨ ਚੰਦਨ ਸਨ, ਜੋ ਗੁਨਾਹ ਕਰਕੇ ਉੱਚੇ ਹੁੰਦੇ ਹੋਏ ਵੀ ਨਿਮਰਤਾ ਵਿੱਚ ਨੀਵੇਂ ਹੋ ਕੇ ਰਹਿਣ ਵਿੱਚ ਪ੍ਰਸੰਨਤਾ ਮੰਨਦੇ ਸਨ। ਗੁਰਮਤਿ ਦੇ ਸਿਧਾਂਤ ਅਨੁਸਾਰ ਚੱਲ ਕੇ ਉਹਨਾਂ ਦੀ ਨਿਮਰਤਾ ਵਿੱਚੋਂ ਪ੍ਰਾਪਤ ਕੀਤੀ ਹੋਈ ਉੱਚਤਾ ਸਦੀਵੀ ਸੀ। ਗੁਰਬਾਣੀ ਦੇ ਅਨੇਕਾਂ ਵਾਕ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ, ਜੇ ਕੋ ਆਪੁਨੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਅਸਲ ਉੱਚਤਾ ਦੇ ਸਿਧਾਂਤ ਦਾ ਜੋ ਭੇਦ ਹੈ, ਉਹ ਨਿਮਰਤਾ ਵਿੱਚ ਹੀ ਲੁਕਿਆ ਹੋਇਆ ਹੈ। ਜਿਸ ਤਰ੍ਹਾਂ ਫੁਹਾਰਾ ਜਿੰਨਾ ਨੀਵਾਂ ਹੋਵੇ, ਪਾਣੀ ਉਤਨਾ ਹੀ ਉੱਚਾ ਜਾਂਦਾ ਹੈ। ਜਿਸ ਤਰ੍ਹਾਂ ਤਮਾਸ਼ੇ ਵਾਲਿਆਂ ਦੀ ਪੌੜੀ ਹੁੰਦੀ ਹੈ, ਜੋ ਆਦਮੀ ਸਮਝਦਾ ਹੈ ਕਿ ਮੈਂ ਪੌੜੀ ਤੇ ਉਤਾਂਹ ਚੜ ਰਿਹਾ ਹਾਂ, ਉਹ ਸਗੋਂ ਹੇਠਾਂ ਨੂੰ ਉਤਰ ਰਿਹਾ ਹੁੰਦਾ ਹੈ। ਜੋ ਜਾਣਦਾ ਹੈ ਕਿ ਮੈਂ ਹੇਠਾਂ ਨੂੰ ਉਤਰ ਰਿਹਾ ਹਾਂ, ਉਹ ਉਤਾਂਹ ਨੂੰ ਚੜ ਰਿਹਾ ਹੁੰਦਾ ਹੈ। ਫਰੀਦ ਜੀ ਨੇ ਵੀ ਇਸ ਸਿਧਾਂਤ ਨੂੰ ਇਸ ਤਰ੍ਹਾਂ ਕਹਿ ਕੇ ਸਪਸ਼ਟ ਕੀਤਾ ਹੈ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇਡ ਨਾ ਕੋਏ, ਜੀਵ ਦਿਆ ਪੈਰਾਂ ਤਲੇ, ਮੋਇਆ ਉੱਪਰ ਹੋਏ। ਇਸ ਤਰ੍ਹਾਂ ਹੀ ਆਪ ਜੀ ਨੇ ਵੀ ਹਾਰ ਚੱਲੇ ਗੁਰਮੁਖ ਜਗ ਜੀਤਾ, ਧਰਤੀ ਵਾਲਾ ਸੁਭਾਅ ਧਾਰ ਕੇ ਸੰਸਾਰ ਵਿੱਚ ਅਸਲ ਜਿੱਤ ਪ੍ਰਾਪਤ ਕੀਤੀ। ਗੁਰਮਤਿ ਦੇ ਸਿਧਾਂਤ ਉੱਪਰ ਚੱਲਣ ਨੂੰ ਹੀ ਆਪ ਮਹਾਨਤਾ ਦਿੰਦੇ ਸਨ। ਆਪ ਜੀ ਕਿਹਾ ਕਰਦੇ ਕਿ ਗੁਰਮੁਖ ਉਹ ਹੈ ਜਿਸ ਦੇ ਹਿਰਦੇ ਵਿੱਚ ਗਰੀਬੀ ਹੈ। ਯਥਾ ਗੁਰਮਤਿ ਹਿਰਦੈ ਗਰੀਬੀ ਆਵੈ। ਜਿਸ ਪਿੰਡ ਜਾਣਾ ਹੁੰਦਾ, ਜੇ ਸੰਤ ਜੀ ਨੂੰ ਪਤਾ ਲੱਗ ਜਾਣਾ ਕਿ ਸਾਨੂੰ ਜਲੂਸ ਦੀ ਸ਼ਕਲ ਵਿੱਚ ਲੈ ਕੇ ਜਾਣਗੇ, ਤਾਂ ਸੰਤਾਂ ਨੇ ਸਿੰਘਾਂ ਨੂੰ ਪਹਿਲੋਂ ਭੇਜ ਦੇਣਾ ਕਿ ਤੁਸੀਂ ਚੱਲੋ, ਅਸੀਂ ਹੌਲੀ ਹੌਲੀ ਬਾਣੀ ਸੁਣਦੇ ਆਵਾਂਗੇ। ਇਉਂ ਆਪ ਸਭ ਤੋਂ ਪਿੱਛੋਂ ਜਾਣਾ। ਜਦੋਂ ਕਿਸੇ ਪਿੰਡੋਂ ਤੁਰਨਾ ਹੁੰਦਾ, ਉਦੋਂ ਸਵੇਰ ਦੀ ਕਥਾ ਵਿੱਚ ਹੀ ਕਹਿ ਦੇਣਾ, ਸੰਗਤ ਜੀ, ਇਤਨੇ ਦਿਨ ਆਪ ਜੀ ਦੇ ਪਾਸ ਰਹੇ ਹਾਂ। ਅਸੀਂ ਤਾਂ ਆਪਣਾ ਪੜ੍ਹਨ ਪੜ੍ਹਾਉਣ ਦਾ ਕੰਮ ਕਰਦੇ ਰਹੇ ਹਾਂ, ਤੁਸੀਂ ਬੇਅੰਤ ਸੇਵਾ ਕੀਤੀ ਹੈ। ਜੇ ਕੋਈ ਮੈਥੋਂ ਜਾਂ ਕਿਸੇ ਸਿੰਘ ਤੋਂ ਕਿਸੇ ਦੀ ਸ਼ਾਨ ਦੇ ਉਲਟ ਕੋਈ ਲਫ਼ਜ਼ ਕਿਹਾ ਗਿਆ ਹੋਵੇ, ਤਾਂ ਸੰਗਤ ਨੇ ਖਿਮਾ ਕਰ ਦੇਣੀ। ਅਸੀਂ ਅੱਜ ਜਾਣਾ ਹੈ, ਤੁਸੀਂ ਤੋਰਨ ਵਾਸਤੇ ਦੁਬਾਰਾ ਆਉਣ ਦੀ ਖੇਚਲ ਨਹੀਂ ਕਰਨੀ। ਆਪੋ ਆਪਣਾ ਕਾਰ ਵਿਹਾਰ ਕਰਦੇ ਰਹਿਣਾ। ਇਉਂ ਆਪਣਾ ਮਾਨ ਸਨਮਾਨ ਕਰਵਾਉਣ ਦੀ ਇੱਛਾ
ਜ਼ਿੰਦਗੀ ਭਰ ਕਦੇ ਵੀ ਫੁਰਨ ਨਹੀਂ ਸੀ ਦਿੱਤੀ। ਸੰਤ ਜੀ ਹਰ ਪੱਖੋਂ ਪੂਰਨ ਸਨ। ਵਿਦਿਆ ਪੱਖੋਂ, ਰਹਿਤ ਮਰਜ਼ਾਦਾ ਪੱਖੋਂ, ਨਿਮਰਤਾ ਪੱਖੋਂ, ਭਜਨ ਸਿਮਰਨ ਪੱਖੋਂ ਪੂਰਨ ਗੁਰਸਿੱਖ ਸੰਤ ਜੀ ਜੈਸਾ ਹੋਣਾ ਮੁਸ਼ਕਿਲ ਹੈ। ਤਾਂ ਹੀ ਸੰਤ ਮਨੀ ਸਿੰਘ ਜੀ ਦਿਹਾਲਪੁਰ ਵਾਲਿਆਂ ਨੇ ਕਿਹਾ ਸੀ, ਜੇ ਮੈਂ ਇਹ ਗੱਲ ਕਹਿ ਦੇਵਾਂ ਕਿ ਸਾਰੀ ਸਿੱਖੀ ਵਿੱਚ ਇੱਕੋ ਹੀ ਗਿਆਨੀ ਗੁਰਬਚਨ ਸਿੰਘ ਜੀ ਪੂਰਨ ਸਿੱਖ ਹਨ, ਤਾਂ ਇਸ ਵਿੱਚ ਜ਼ਰਾ ਜਿੰਨੀ ਵੀ ਆਤਕਥਨੀ ਨਹੀਂ ਸਮਝਾਂਗਾ। ਸੰਤ ਜੀ ਨਾਲ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਬੰਗਾਲ, ਬਿਹਾਰ, ਉੜੀਸਾ, ਯੂਪੀ ਆਦਿ ਸਾਰੇ ਸੂਬਿਆਂ ਦੇ ਸਿੰਘ ਰਹਿੰਦੇ ਸਨ। ਸਾਰਿਆਂ ਵਿੱਚ ਹੀ ਭਾਰ 18 ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ ਦੀ ਤਰ੍ਹਾਂ ਗੁਰਸਿੱਖੀ ਦੀ ਐਸੀ ਸੁਗੰਧੀ ਭਰਦੇ ਸਨ ਕਿ ਆਪਣੇ ਜੈਸੇ ਹੀ ਬਣਾ ਲੈਂਦੇ। ਇਉਂ ਪਾਰਸ ਮੈਂ ਅਰ ਸੰਤ ਮੈਂ, ਵੱਡੋ ਅੰਤਰੋ ਜਾਨ, ਵੋਹ ਲੋਹਾ ਕੰਚਨ ਕਰੈ, ਵੋਹ ਕਰੈ ਆਪ ਸਮਾਨ। ਸੰਤਾਂ ਦੀ ਕਥਾ ਦਾ ਅਸਰ। ਜਿਸ ਤਰ੍ਹਾਂ ਸੂਰਜ ਠੰਡੇ ਤੱਤੇ ਚੰਗੇ ਮਾੜੇ ਹਰ ਤਰ੍ਹਾਂ ਦੇ ਮੌਸਮ ਵਿੱਚ ਆਪਣੀ ਡਿਊਟੀ ਪੂਰੀ ਨਿਭਾਉਂਦਾ ਹੈ, ਇਸ ਤਰ੍ਹਾਂ ਹੀ ਮਹਾਂਪੁਰਖਾਂ ਨੇ ਆਪਣੀ ਕਥਾ ਕਰਨ ਦੀ ਡਿਊਟੀ ਨੂੰ ਆਪਣੇ ਜੀਵਨ ਦੇ 39 ਸਾਲਾਂ ਦੇ ਸਾਰੇ ਸਮੇਂ ਵਿੱਚ ਐਸੇ ਦ੍ਰਿੜ੍ਹ ਇਰਾਦੇ ਨਾਲ ਨਿਭਾਇਆ ਕਿ ਚਾਹੇ ਸਰੀਰ ਨੂੰ ਦੁੱਖ ਹੋਵੇ, ਚਾਹੇ ਸੁੱਖ ਹੋਵੇ, ਚਾਹੇ ਸਰੀਰ ਵਿੱਚ ਜ਼ੋਰ ਹੋਵੇ, ਚਾਹੇ ਸਰੀਰ ਕਮਜ਼ੋਰ ਹੋਵੇ, ਬਾਹੋਂ ਫੜ ਕੇ ਵੀ ਸਿੰਘ ਆਸਰੇ ਨਾਲ ਤੋਰਦੇ ਰਹੇ। ਫਿਰ ਵੀ ਕਥਾ ਕਰਨ ਤੋਂ ਕਦੇ ਆਲਸ ਨਾ ਕੀਤਾ। ਇਸ ਦਾ ਕਾਰਨ ਇਹ ਸੀ ਕਿ ਉਹ ਕਥਾ ਕੇਵਲ ਲੋਕਾਂ ਨੂੰ ਸੁਣਾਉਣ ਲਈ ਹੀ ਨਹੀਂ ਸਨ ਕਰਦੇ, ਬਲਕਿ ਕਥਾ ਉਹਨਾਂ ਦੇ ਜੀਵਨ ਦਾ ਆਧਾਰ ਬਣ ਚੁੱਕੀ ਸੀ। ਉਹ ਕਥਾ ਕਰਦੇ ਕਰਦੇ ਕਥਾ ਦਾ ਹੀ ਰੂਪ ਹੋ ਚੁੱਕੇ ਸਨ। ਇਸ ਕਰਕੇ ਹੀ ਕਈ ਵਾਰ ਕਥਾ ਕਰਨ ਦਾ ਸਮਾਂ ਹੋ ਜਾਣ ਤੋਂ ਜੇ ਸੰਗਤ ਨਾ ਵੀ ਪਹੁੰਚੀ ਹੁੰਦੀ ਤਾਂ ਵੀ ਇਕੱਲੇ ਹੀ ਕਥਾ ਕਰਨੀ ਆਰੰਭ ਕਰ ਦਿੰਦੇ ਸਨ। ਪੁੱਛਣ ਤੋਂ ਉੱਤਰ ਦਿੰਦੇ ਹੋਏ ਕਹਿੰਦੇ, ਭੂਖੇ ਪ੍ਰੀਤ ਹੋਵੈ ਅੰਨ ਖਾਏ, ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਏ। ਇਸ ਤਰ੍ਹਾਂ ਹੀ ਮੇਰੀ ਅਸਲ ਤ੍ਰਿਪਤੀ ਸ਼ਬਦ ਦੀ ਵਿਚਾਰ ਕਰਨ ਵਿੱਚ ਹੈ। ਜਿਤਨਾ ਚਿਰ ਵਿਚਾਰ ਨਾ ਕਰ ਲਵਾਂ ਮੈਨੂੰ ਸਬਰ ਨਹੀਂ ਆਉਂਦਾ। ਇੱਕ ਵਾਰ ਭਿੰਡਰੀ ਭਾਈ ਗੁਰਮੁਖ ਸਿੰਘ ਸੁਧਾਰ ਨੇ ਕਿਹਾ, ਜੀ ਅੱਜ ਤਾਂ ਸਾਰੇ ਸਿੰਘ ਲੰਗਰ ਲਈ ਕਾਨੇ ਵੱਢਣ ਗਏ ਹੋਏ ਹਨ, ਭਾਵੇਂ ਕਥਾ ਨਾ ਹੀ ਕਰਦੇ। ਸੰਤ ਜੀ ਕਹਿੰਦੇ, ਗੁਰਮੁਖ ਸਿੰਘਾ, ਜਿਵੇਂ ਅਮਲੀ ਜੀਵੈ ਅਮਲ ਖਾਏ, ਤਿਉ ਹਰ ਜਨ ਜੀਵੈ ਹਰ ਧਿਆਏ। ਇਸ ਤਰ੍ਹਾਂ ਦੀ ਹੀ ਸਾਡੀ ਅਵਸਥਾ ਹੈ। ਅਸੀਂ ਕਥਾ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਠੀਕ ਹੀ ਉਹਨਾਂ ਦਾ ਮਨ ਇਸ ਪਾਸੇ ਇਤਨਾ ਲੀਨ ਸੀ ਕਿ ਜਿਤਨਾ ਚਿਰ ਆਪ ਕਥਾ ਨਾ ਕਰ ਲੈਂਦੇ, ਨਿਤਨੇਮ ਨਾ ਕਰ ਲੈਂਦੇ, ਉਤਨਾ ਚਿਰ ਆਪ ਨੂੰ ਖਾਣਾ ਪੀਣਾ ਕੁਝ ਵੀ ਚੰਗਾ ਨਾ ਲੱਗਦਾ। ਯਥਾ ਅਮਲੀ ਅਮਲ ਨ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੈ, ਤਿਨ ਭਾਵੈ ਸਭ ਕੋਏ। ਆਪ ਜੀ ਦੀ ਕਥਾ ਨੂੰ ਸਰੋਤਿਆਂ ਲਈ ਘੰਡੇ ਹੇੜੇ ਦਾ ਸ਼ਬਦ ਆਵਾਜ਼ ਜਾਂ ਸੱਪ ਨੂੰ ਮਸਤ ਕਰਨ ਵਾਲੀ ਬੀਨ ਦੀ ਤਸ਼ਬੀਹ ਦਿੱਤੀ ਜਾ ਸਕਦੀ ਹੈ। ਗੁਰਬਾਣੀ ਜਾਂ ਗੁਰ ਇਤਿਹਾਸ ਦੀ ਕਥਾ ਕਰਦਿਆਂ ਇਕਾਗਰਤਾ, ਪਿਆਰ ਤੇ ਵੈਰਾਗ ਭਰੇ ਮਿੱਠੇ ਤੇ ਸਾਦੇ ਸ਼ਬਦਾਂ ਵਿੱਚ ਜਦ ਬੋਲਦੇ, ਸਰੋਤੇ ਸੁਣ ਕੇ ਮੂਰਤਾਂ ਬਣ ਜਾਂਦੇ। ਬਹੁਤਾ ਸਮਾਂ ਪਹਿਲਾਂ ਦੀ ਸੁਣੀ ਹੋਈ ਕਥਾ ਕਈ ਵਾਰ ਹੁਣ ਵੀ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਹੈ। ਕਈ ਵਾਰ ਕਥਾ ਸੁਣਦਿਆਂ ਆਪਣੇ ਸਰੀਰ ਤੇ ਦੇਸ਼ ਕਾਲ ਦਾ ਵੀ ਚੇਤਾ ਭੁੱਲ ਜਾਂਦਾ ਸੀ।
ਦਿਨ ਵਿੱਚ ਇੱਕ ਵਾਰ ਦੀ ਕਥਾ ਸੁਣੀ। ਅੱਠੇ ਪਹਿਰ ਮਸਤੀ ਚੜਾਈ ਰੱਖਦੀ ਸੀ। ਸ਼ਰਧਾਲੂਆਂ ਦੇ ਮਨਾਂ ਵਿੱਚ ਇਹ ਅਸਰ ਬਹੁਤ ਲੰਬਾ ਸਮਾਂ ਬਣਿਆ ਰਹਿੰਦਾ ਸੀ। ਮਹਾਂਪੁਰਖਾਂ ਦੇ ਬਚਨ ਭਾਵੇਂ ਸਿੱਧੇ ਸਾਦੇ ਹੀ ਹੋਣ, ਪਰ ਉਹਨਾਂ ਦੇ ਬਚਨਾਂ ਪਿੱਛੇ ਤਪ ਦਾ ਬਲ ਹੋਣ ਕਰਕੇ ਪੱਕੀ ਬੰਦੂਕ ਦੀ ਗੋਲੀ ਤੇ ਭਰੀ ਹੋਈ ਗੱਡੀ ਦੇ ਧਰਤੀ ਵਿੱਚ ਲੀਹ ਪਾਉਣ ਦੀ ਤਰ੍ਹਾਂ ਦਿਲ ਔਰ ਦਿਮਾਗ ਅੰਦਰ ਧੱਸਦੇ ਜਾਂਦੇ ਸਨ। ਯਥਾ ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਸਿਆਣੇ ਪੁਰਖ ਆਪ ਜੀ ਦੀ ਕਥਾ ਨੂੰ ਵਰਖਾ ਦੀ ਤੁਲਨਾ ਦਿਆ ਕਰਦੇ, ਜਿਸ ਵਿੱਚੋਂ ਅਨੇਕਾਂ ਜਗਿਆਸੂ ਆਪਣੀ ਬੁੱਧੀ ਰੂਪ ਸਿੱਪੀ ਵਿੱਚ ਸਿੱਖਿਆ ਰੂਪ ਸਵਾਂਤੀ ਬੂੰਦ ਨੂੰ ਪ੍ਰਾਪਤ ਕਰਕੇ ਵੈਰਾਗ ਰੂਪ ਮੋਤੀ ਪੈਦਾ ਕਰਦੇ, ਅਤੇ ਕਈਆਂ ਨੂੰ ਤਾਂ ਮਨ ਦੀ ਇਕਾਗਰਤਾ ਹੋ ਜਾਣ ਤੋਂ ਬਿਜਲੀ ਦੀ ਤਰ੍ਹਾਂ ਗੁਰੂ ਜੀ ਦੇ ਦਰਸ਼ਨਾਂ ਦਾ ਝਲਕਾਰਾ ਵੀ ਪੈ ਜਾਂਦਾ ਸੀ। ਆਪ ਜੀ ਦੇ ਕਥਾ ਕਰਨ ਵਿੱਚ ਹੋਰ ਵੀ ਵਿਲੱਖਣਤਾ ਇਹ ਸੀ ਕਿ ਜਦ ਆਪ ਜੀ ਕਥਾ ਕਰਦੇ ਤਾਂ ਅਨੇਕਾਂ ਜਗਿਆਸੂਆਂ ਦੇ ਗੁਪਤ ਪ੍ਰਸ਼ਨਾਂ ਦਾ ਉੱਤਰ ਬਿਨਾਂ ਕਹਿਣ ਤੋਂ ਕਥਾ ਵਿੱਚ ਹੀ ਦੇ ਜਾਇਆ ਕਰਦੇ, ਜਿਸ ਕਰਕੇ ਉਹ ਹੈਰਾਨ ਰਹਿ ਜਾਂਦੇ। ਐਸਾ ਗੁਣ ਕਿਸੇ ਹੋਰ ਵਿੱਚ ਮਿਲਣਾ ਮੁਸ਼ਕਿਲ ਹੈ। ਆਪ ਜੀ ਦੀ ਕਰਨੀ ਤੇ ਕਥਨੀ ਵਿੱਚ ਜਰਾ ਜਿੰਨਾ ਵੀ ਫਰਕ ਨਹੀਂ ਸੀ। ਜੋ ਕਹਿੰਦੇ ਉਹ ਕਮਾਉਂਦੇ ਵੀ ਸਨ। ਕਰਨੀ ਤੇ ਕਥਨੀ ਦੇ ਪੂਰੇ ਸੂਰੇ ਹੋਣ ਕਰਕੇ ਆਪ ਦੀ ਕਥਨੀ ਵਿੱਚ ਸਦੀਵੀ ਮਹਾਨ ਰਸ ਸੀ। ਇੱਕ ਵਾਰ ਪ੍ਰੇਮੀਆਂ ਨੇ ਪੁੱਛਿਆ, ਸੰਤ ਜੀ, ਕਥਾ ਦਾ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈ? ਤਾਂ ਸੰਤ ਜੀ ਨੇ ਦੱਸਿਆ ਕਿ ਕਥਾ ਕਰਨ ਵਾਲੇ ਦੇ ਮਨ ਵਿੱਚ ਦੋ ਤਰ੍ਹਾਂ ਦੇ ਖਿਆਲ ਹੋਣੇ ਚਾਹੀਦੇ ਹਨ। ਪਹਿਲਾ ਇਹ ਕਿ ਕਥਾ ਕਰਨ ਸਮੇਂ ਸਮਝੇ ਕਿ ਮੈਂ ਕਥਾ ਕਰ ਰਿਹਾ ਹਾਂ ਅਤੇ ਗੁਰੂ ਜੀ ਮੇਰੀ ਕਥਾ ਸੁਣ ਰਹੇ ਹਨ। ਦੂਜਾ ਖਿਆਲ ਇਹ ਕਿ ਗੁਰੂ ਜੀ ਆਪ ਮੇਰੇ ਵਿੱਚ ਬੈਠ ਕੇ ਕਥਾ ਕਰ ਰਹੇ ਹਨ ਅਤੇ ਮੈਂ ਸਰੋਤਾ ਬਣ ਕੇ ਉਹ ਕਥਾ ਸੁਣ ਰਿਹਾ ਹਾਂ। ਠੀਕ ਇਸੇ ਤਰ੍ਹਾਂ ਹੀ ਜਦ ਆਪ ਜੀ ਮੈਂ ਤੋਂ ਪਰੇ ਹੋ ਕੇ ਕਥਾ ਕਰਦੇ ਤਾਂ ਸਰੋਤਿਆਂ ਨੂੰ ਇੰਜ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਅੰਮ੍ਰਿਤ ਦੇ ਝਰਨੇ ਝਰਦੇ ਹੋਣ। ਯਥਾ ਬਾਣੀ ਉਚਰਹਿ ਸਾਧ ਜਨ, ਅਮਿਓ ਚਲਹਿ ਝਰਣੇ। ਝਰਨਾ ਝਰਦਾ ਨਿਜਰ ਹੋ, ਗੁਰਮੁਖ ਬਾਣੀ ਅਗੜ ਕੜਾਈ। ਅਘੜ ਮਨ ਨੂੰ ਘੜੇ ਜਾਣ ਵਾਲੀ ਅਵਸਥਾ ਜਗਿਆਸੂਆਂ ਨੂੰ ਪ੍ਰਾਪਤ ਹੋ ਜਾਂਦੀ। ਜਿਸ ਵਕਤ ਸੰਤ ਜੀ ਕਥਾ ਕਰਦੇ ਉਸ ਵਕਤ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਚਿਹਰੇ ਵਿੱਚੋਂ ਇਲਾਹੀ ਨੂਰ ਵਰਸਦਾ ਹੋਵੇ। ਕਥਾ ਕਰਨ ਵੇਲੇ ਜਿਤਨਾ ਚਿਰ ਆਪ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ, ਆਪ ਦਾ ਚਿਹਰਾ ਦੁੱਗਣਾ ਭਰਵਾਂ, ਪ੍ਰਭਾਵਸ਼ਾਲੀ ਅਤੇ ਅਤਿਅੰਤ ਲਾਲੀ ਸਹਿਤ ਦਗ ਦਗ ਕਰਦਾ ਤੇ ਚੋਪੜਿਆ ਹੋਇਆ ਪ੍ਰਤੀਤ ਹੁੰਦਾ ਸੀ। ਬਹੁਤ ਸਾਰੇ ਸਰੋਤੇ ਤਾਂ ਸੰਤ ਜੀ ਦੇ ਚਿਹਰੇ ਵੱਲ ਹੀ ਤੱਕਦੇ ਰਹਿੰਦੇ ਸਨ, ਜਿਸ ਤਰ੍ਹਾਂ ਚਕੋਰ ਚੰਦਰਮਾ ਵੱਲ ਤਾਕ ਲਾ ਕੇ ਤੱਕਦੀ ਰਹਿੰਦੀ ਹੈ। ਕਲਕੱਤੇ ਦੀ ਬਿਰਧ ਮਾਤਾ। ਕਲਕੱਤੇ ਇੱਕ ਬਿਰਧ ਮਾਤਾ ਨੂੰ ਉੱਥੋਂ ਦੇ ਕਿਸੇ ਸਿੰਘ ਨੇ ਪੁੱਛਿਆ, ਮਹਾਂਪੁਰਖਾਂ ਦੀ ਕਥਾ ਸੁਣੀ? ਕਹਿੰਦੀ, ਨਹੀਂ। ਕੀ ਗੱਲ, ਕਿਉਂ ਨਹੀਂ ਸੁਣੀ? ਕਹਿੰਦੀ, ਮੈਂ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਹੀ ਉਹਨਾਂ ਦੇ ਦਰਸ਼ਨ ਕੀਤੇ। ਉਹਨਾਂ ਦੇ ਪ੍ਰਭਾਵਸ਼ਾਲੀ ਚਿਹਰੇ ਵੱਲ ਹੀ ਤੱਕਦੀ ਰਹੀ। ਕਥਾ ਸੁਣਨ ਦਾ ਚੇਤਾ ਹੀ ਭੁੱਲ ਗਿਆ। ਅੱਜ ਤੱਕ ਮੈਂ ਆਪਣੀ ਜ਼ਿੰਦਗੀ ਵਿੱਚ ਐਸੇ ਤੇਜ ਪ੍ਰਤਾਪ ਵਾਲਾ ਕਿਸੇ ਦਾ ਚਿਹਰਾ ਨਹੀਂ ਵੇਖਿਆ। ਸੰਤ ਜੀ ਦੀ ਆਵਾਜ਼ ਬਹੁਤ ਭਰਵੀਂ ਤੇ ਬੱਦਲ ਦੀ ਤਰ੍ਹਾਂ ਗੰਭੀਰਤਾ ਵਾਲੀ ਸੀ।
ਜਿਸ ਦਾ ਸਰੋਤਿਆਂ ਤੇ ਹਰਨ ਦੀ ਤਰ੍ਹਾਂ ਘੰਡੇ ਹੇੜੇ ਦੀ ਆਵਾਜ਼ ਸੁਣਨ ਵਰਗਾ ਅਸਰ ਹੁੰਦਾ ਸੀ। ਦੇਵਾ ਸਿੰਘ। ਇੱਕ ਵਾਰ ਪ੍ਰੇਮੀ ਜੀ ਨੇ ਆਪਣੇ ਭਰਾ ਦੇਵਾ ਸਿੰਘ ਨੂੰ ਕਿਹਾ ਕਿ ਆਪਣੇ ਪਿੰਡ ਪੁਰਾਣੇ ਲੰਗਿਆਣੇ ਰੋਡਿਆਂ ਤੋਂ ਪਹਿਲੀ ਵਾਰ ਭਿੰਡਰਾਂ ਵਾਲੇ ਸੰਤਾਂ ਨੇ ਜਥੇ ਸਮੇਤ ਆਉਣਾ ਹੈ। ਤੂੰ ਨਸਵਾਰ ਲੈਣੀ ਪਹਿਲਾਂ ਹੀ ਛੱਡ ਦੇ। ਉਹ ਅੱਗੋਂ ਉਲਟਾ ਹੀ ਬੋਲਿਆ, ਕਹਿੰਦਾ ਕਿ ਮੈਂ ਤਾਂ ਸਗੋਂ ਉਹਨਾਂ ਦੇ ਆਉਣ ਤੋਂ ਉਹਨਾਂ ਦੇ ਸਾਹਮਣੇ ਹੁੱਕੇ ਦੇ ਵੀ ਸੂਟੇ ਲਾਵਾਂਗਾ। ਜੇ ਉਹਨਾਂ ਵਿੱਚ ਤਾਕਤ ਹੈ ਤਾਂ ਮੈਨੂੰ ਹਟਾ ਲੈਣ। ਤੁਸੀਂ ਐਵੇਂ ਕੜਾਹ ਖਾਣ ਦੇ ਮਾਰੇ ਉਹਨਾਂ ਦੇ ਨਾਲ ਤੁਰੇ ਫਿਰਦੇ ਹੋ। ਪ੍ਰੇਮੀ ਜੀ ਕਹਿਣ ਲੱਗੇ, ਚੰਗਾ ਭਾਈ, ਤੇਰੀ ਮਰਜ਼ੀ। ਪ੍ਰੇਮੀ ਜੀ ਨੇ ਇਹ ਗੱਲ ਸੰਤ ਜੀ ਦੇ ਪਾਸ ਵੀ ਨਾ ਦੱਸੀ। ਜਦ ਸੰਤ ਜੀ ਪਿੰਡ ਵਿੱਚ ਆਏ ਤਾਂ ਕੁਦਰਤੀ ਪਹਿਲੇ ਦਿਨ ਹੀ ਸੰਤ ਜੀ ਨੇ ਤਮਾਕੂ ਬਾਰੇ ਬਹੁਤ ਸਾਰਾ ਪ੍ਰਚਾਰ ਕੀਤਾ। ਮਦਰਾ ਦਹਿਤਾ ਸਪਤ ਕੁਲ, ਭੰਗ ਦਹਿ ਤਨ ਏਕ, ਛਤ ਕੁਲ ਦਹਿਤਾ ਜਗਤ ਝੂਠ, ਨਿੰਦਾ ਦਹਿ ਅਨੇਕ। ਧੂਮਰ ਪਾਨੰ ਰਤੰ ਵਿਪਰੰ, ਦਾਨੰ ਕੁਰਬੰਤ ਯੇ ਨਰਾ, ਦਾਤਾਰੋ ਨਰਕੰ ਯਾਤੀ, ਬ੍ਰਾਹਮਣੰ ਗ੍ਰਾਮ ਸ਼ੂਕਰ। ਉਹੀ ਦੇਵਾ ਸਿੰਘ ਬਾਹਰ ਖੜਾ ਸੁਣ ਰਿਹਾ ਸੀ। ਉਸ ਦੇ ਮਨ ਤੇ ਐਸਾ ਅਸਰ ਹੋਇਆ ਕਿ ਨਸਵਾਰ ਦੀ ਡੱਬੀ ਤਾਂ ਉਦੋਂ ਹੀ ਚਲਾ ਕੇ ਮਾਰੀ ਤੇ ਪ੍ਰੇਮੀ ਜੀ ਨੂੰ ਕਹਿਣ ਲੱਗਾ, ਮੈਨੂੰ ਛੇਤੀ ਅੰਮ੍ਰਿਤ ਛਕਾਓ, ਇਹਨਾਂ ਨੇ ਤਾਂ ਮੇਰੇ ਮਨ ਦੀਆਂ ਗੱਲਾਂ ਕਹੀਆਂ ਹਨ। ਪ੍ਰੇਮੀ ਜੀ ਨੇ ਕਿਹਾ ਕਿ ਸਿਰ ਤੇ ਅਜੇ ਕੇਸ ਨਹੀਂ ਹਨ, ਕੁਝ ਚਿਰ ਠਹਿਰ ਜਾ। ਕਹਿੰਦਾ, ਕੀ ਪਤਾ ਹੈ ਫਿਰ ਸਰੀਰ ਹੀ ਛੁੱਟ ਜਾਵੇ, ਮੈਂ ਤਾਂ ਹੁਣੇ ਹੀ ਛਕਣਾ ਹੈ। ਇਤਨਾ ਕਾਹਲਾ ਪੈ ਗਿਆ ਕਿ ਅੰਮ੍ਰਿਤ ਛਕ ਕੇ ਹੀ ਚੈਨ ਲਿਆ। 6 ਮਹੀਨੇ ਕੰਘਾ ਧਾਗੇ ਨਾਲ ਬੰਨ੍ਹ ਕੇ ਗਲ ਵਿੱਚ ਹੀ ਪਾਈ ਰੱਖਿਆ। ਆਪ ਜੀ ਦੀ ਕਥਾ ਵਿੱਚ ਐਸੀ ਮਿਕਨਾਤੀਸੀ ਭਾਵ ਚੁੰਬਕ ਪੱਥਰ ਵਰਗੀ ਖਿੱਚ ਸੀ। ਸੰਤ ਜੀ ਦੀ ਕਥਾ ਦਾ ਜੋ ਅਸਰ ਸਿੱਖ ਸੰਗਤਾਂ ਤੇ ਪੈਂਦਾ ਸੀ, ਉਸ ਦੀਆਂ ਹੋਰ ਬੇਅੰਤ ਮਿਸਾਲਾਂ ਹਨ। ਹੰਕਾਰੀ ਪੰਡਿਤ ਲਛਮਣ ਸਿੰਘ। ਇੱਕ ਵਾਰ ਸੰਤ ਜੀ ਬਣੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਲੁਧਿਆਣੇ ਦੇ ਕੁੰਗਰਾਣੇ ਪਿੰਡ ਗਏ। ਉੱਥੇ 2 ਵੇਲੇ ਦੀਵਾਨ ਸੱਜਦੇ। ਆਸੇ ਪਾਸੇ ਦੇ ਨਗਰਾਂ ਤੋਂ ਵੀ ਬਹੁਤ ਸੰਗਤ ਆਉਂਦੀ ਸੀ। ਇੱਥੋਂ ਦਾ ਇੱਕ ਵਿਦਵਾਨ ਪੰਡਿਤ ਲਛਮਣ ਸਿੰਘ ਸੀ। ਉਹ ਵੀ ਹਰ ਰੋਜ਼ ਕਥਾ ਸੁਣਨ ਆਉਂਦਾ ਸੀ। ਕਥਾ ਦਾ ਰਸ ਤੇ ਸੰਤ ਜੀ ਦਾ ਪ੍ਰਭਾਵ, ਸੋਭਾ ਤੇ ਸਤਿਕਾਰ ਹੁੰਦਾ ਵੇਖ ਕੇ ਉਹ ਬਰਦਾਸ਼ਤ ਨਾ ਕਰ ਸਕਿਆ। ਉਸ ਨੂੰ ਆਪਣੀ ਵਿਦਿਆ ਦਾ ਬਹੁਤ ਹੰਕਾਰ ਸੀ। ਇੱਕ ਦਿਨ ਸੰਤ ਜੀ ਧਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੈ ਇਆਣਾ। ਪੰਗਤੀ ਦੀ ਵਿਆਖਿਆ ਕਰ ਰਹੇ ਸਨ ਕਿ ਵਿਦਿਆ ਦੇ ਹੰਕਾਰ ਵਿੱਚ ਭਰਿਆ ਹੋਇਆ ਉਹ ਸੰਗਤ ਵਿੱਚ ਉੱਠ ਕੇ ਖੜਾ ਹੋ ਗਿਆ ਤੇ ਉੱਚੀ ਉੱਚੀ ਬੋਲ ਕੇ ਕਹਿਣ ਲੱਗ ਪਿਆ ਕਿ ਕਲਮ ਕਿਹੜੀ ਸੀ, ਸਿਆਹੀ ਕਿਹੜੀ ਸੀ ਤੇ ਲਿਖਾਰੀ ਕਿਹੜਾ ਸੀ। ਸੰਤ ਜੀ ਨੇ ਬਹੁਤ ਸ਼ਾਂਤੀ ਸਹਿਜ ਤੇ ਪ੍ਰੇਮ ਨਾਲ ਮਿੱਠੇ ਸ਼ਬਦਾਂ ਵਿੱਚ ਇਉਂ ਉੱਤਰ ਦਿੱਤਾ, ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਇਹਨਾਂ ਦੋਹਾਂ ਪੰਕਤੀਆਂ ਦੇ ਅਰਥ ਤੇ ਵਿਆਖਿਆ ਕਰਦਿਆਂ ਕਿਹਾ ਕਿ ਇਹ ਦੋਵੇਂ ਪੰਕਤੀਆਂ ਵੀ ਮਹੱਲੇ ਪਹਿਲੇ ਦੀਆਂ ਹੀ ਹਨ ਤੇ ਕਾਇਆ ਕਾਗਦ ਵਾਲੀ ਪੰਕਤੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੀ ਹੈ। ਇਸ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ, ਹੇ ਭਾਈ, ਮੋਹ ਨੂੰ ਸਾੜ ਕੇ ਸਿਆਹੀ ਬਣਾ, ਸ਼੍ਰੇਸ਼ਟ ਬੁੱਧੀ ਦਾ ਕਾਗਜ਼ ਬਣਾ, ਪ੍ਰੇਮ ਦੀ ਕਲਮ ਤੇ ਚਿੱਤ ਨੂੰ ਲਿਖਾਰੀ ਬਣਾ ਕੇ
ਗੁਰੂ ਉਸਤਾਦ ਨੂੰ ਪੁੱਛ ਕੇ ਵਾਹਿਗੁਰੂ ਨੂੰ ਮਿਲਣ ਦੀ ਵਿਚਾਰ ਲਿਖ। ਪਰ ਅੱਜ ਕੱਲ ਕਲਮ ਦੀ ਲੋੜ ਨਹੀਂ। ਇਵੇਂ ਨਾਮ ਸਿਮਰਨ ਛਾਪਾਖਾਨਾ ਹੈ, ਜਿਸ ਦੇ ਜਪਣ ਨਾਲ ਆਪਣੇ ਆਪ ਹੀ ਸਭ ਕੁਝ ਛਪਦਾ ਜਾਂਦਾ ਹੈ। ਨਾਮ ਦਾ ਸਿਮਰਨ ਕਰੋ। ਸੰਤਾਂ ਦਾ ਬਾਦਲੀਲ ਪ੍ਰਮਾਣਾ ਸਹਿਤ ਮਿੱਠੇ ਤੇ ਰਸ ਭਰੇ ਸ਼ਬਦਾਂ ਵਿੱਚ ਉੱਤਰ ਸੁਣ ਕੇ ਉਸ ਦਾ ਸਾਰਾ ਹੰਕਾਰ ਟੁੱਟ ਗਿਆ ਤੇ ਖੜਾ ਹੀ ਉੱਚੀ ਉੱਚੀ ਰੋ ਕੇ ਕਹਿਣ ਲੱਗ ਪਿਆ, ਜਿਹੜੀ ਅਨੁਭਵ ਦੁਆਰਾ ਆਤਮਿਕ ਵਿਦਿਆ ਤੁਸੀਂ ਪੜ੍ਹੀ ਹੈ, ਉਹ ਮੈਂ ਸਾਰੀ ਉਮਰ ਨਹੀਂ ਪੜ੍ਹ ਸਕਿਆ। ਮੈਂ ਆਪ ਤੋਂ ਅਤੇ ਸਾਰੀ ਸੰਗਤ ਤੋਂ ਖਿਮਾ ਮੰਗਦਾ ਹਾਂ। ਇਸ ਤਰ੍ਹਾਂ ਕਹਿ ਕੇ ਬੈਠ ਗਿਆ ਤਾਂ ਚਿੱਤ ਸ਼ਾਂਤ ਹੋ ਗਿਆ। ਸੰਤਾਂ ਨੇ ਉਸ ਦਾ ਮਾਣ ਰੱਖਣ ਲਈ ਉਸ ਦਾ ਵਿਦਿਆ ਪੜ੍ਹਨ ਦਾ ਸ਼ੌਂਕ, ਵਿਦਿਆ ਦੀ ਖੋਜ ਤੇ ਮਿਹਨਤ ਦੀ ਪ੍ਰਸ਼ੰਸਾ ਸਾਰੀ ਸੰਗਤ ਵਿੱਚ ਕੀਤੀ। ਇਹ ਸੁਣ ਕੇ ਉਹ ਸੰਤ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਸੰਤਾਂ ਦੀ ਖੁਸ਼ੀ ਚਾਹੀ। ਸੰਗਤ ਨੇ ਵੀ ਸਿਫਾਰਸ਼ ਕੀਤੀ ਕਿ ਇਸ ਨੂੰ ਬਖਸ਼ ਲਵੋ। ਸੰਤਾਂ ਕਿਹਾ ਕਿ ਅੰਮ੍ਰਿਤ ਛਕੋ ਤਾਂ ਗੁਰੂ ਜੀ ਨਿਹਾਲ ਕਰ ਦੇਣਗੇ। ਅਗਲੇ ਦਿਨ ਹੀ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਗੁਰਬਾਣੀ ਦੇ ਅਰਥਾਂ ਭਾਵਾਂ ਨੂੰ ਸਮਝ ਕੇ ਪੜ੍ਹਨ ਪੜ੍ਹਾਉਣ, ਨਾਮ ਜਪਣ, ਸੇਵਾ ਕਰਨ ਦੁਆਰਾ ਆਤਮਿਕ ਸ਼ਾਂਤੀ ਪਾ ਕੇ ਸਦਾ ਲਈ ਸੁਖੀ ਹੋ ਗਿਆ। ਪੰਡਿਤ ਕਿਰਪਾ ਰਾਮ, ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਹੈ ਕਿ ਭਾਈ ਸਵਰਨ ਸਿੰਘ ਜੀ, ਜੋ ਸੰਤ ਜੀ ਦੇ ਗੜਵਈ ਵੀ ਰਹੇ ਹਨ, ਉਹਨਾਂ ਨੇ ਦੱਸਿਆ, ਇੱਕ ਵਾਰ ਠਕੁਰਵਾਲ ਨਗਰ ਦੀ ਸੰਗਤ ਮਹਿਤੇ ਚੌਂਕ ਤੋਂ ਸੰਤ ਜੀ ਨੂੰ ਆਪਣੇ ਨਾਲ ਠਕੁਰਵਾਲ ਲੈ ਗਈ। ਕਥਾ ਦਾ ਪ੍ਰਵਾਹ ਚੰਗਾ ਚੱਲਿਆ। ਇੱਥੇ ਨੇੜਲੇ ਪਿੰਡ ਹਰਚੋਵਾਲ ਦਾ ਮਸ਼ਹੂਰ ਪੰਡਿਤ ਕਿਰਪਾ ਰਾਮ ਆਪ ਨਾਲ ਚਰਚਾ ਕਰਨ ਵਾਸਤੇ ਆਇਆ। ਉਸਨੇ ਪਹਿਲੀ ਵਾਰ ਹੀ ਸੰਤਾਂ ਦੇ ਦਰਸ਼ਨ ਕੀਤੇ ਸਨ। ਕਥਾ ਸੁਣਨ ਵਾਸਤੇ ਸੰਗਤ ਵਿੱਚ ਹੀ ਬੈਠ ਗਿਆ। ਸੰਤਾਂ ਦੀ ਅਗੰਮੀ ਤੇ ਅਚਰਜ ਕਥਾ ਸੁਣ ਕੇ ਅਤੇ ਤੇਜਮਈ ਜਾਹੋ ਜਲਾਲ ਤੇ ਨੂਰੀ ਦਰਸ਼ਨ ਕਰਕੇ ਐਸਾ ਪ੍ਰਭਾਵਿਤ ਹੋਇਆ ਕਿ ਭਾਵੇਂ ਬਹੁਤ ਸਾਰੇ ਪ੍ਰਸ਼ਨ ਆਪਣੇ ਮਨ ਵਿੱਚ ਲੈ ਕੇ ਆਇਆ ਸੀ, ਪਰ ਪ੍ਰਸ਼ਨ ਕਰਨ ਦੀ ਜੁਰਤ ਹੀ ਨਾ ਕਰ ਸਕਿਆ। ਕਥਾ ਤੋਂ ਬਾਅਦ ਸੰਤ ਜੀ ਆਪਣੇ ਆਸਣ ਤੇ ਆ ਗਏ। ਇਹ ਵੀ ਹੋਰ ਸਿੰਘਾਂ ਦੇ ਨਾਲ ਸੰਤਾਂ ਦੇ ਪਾਸ ਆ ਕੇ ਨਮਸਕਾਰ ਕਰਨ ਲੱਗਾ। ਸੰਤ ਜੀ ਕਹਿਣ ਲੱਗੇ, ਪੰਡਿਤ ਜੀ, ਆਪ ਤਾਂ ਬਹੁਤ ਵੱਡੇ ਵਿਦਵਾਨ ਹੋ, ਕੋਈ ਪਰਮਾਰਥ ਦਾ ਬਚਨ ਸੁਣਾਓ। ਪੰਡਿਤ ਜੀ ਕਹਿਣ ਲੱਗੇ ਕਿ ਕਿੱਥੇ ਸਮੁੰਦਰ ਤੇ ਕਿੱਥੇ ਛੱਪੜੀ। ਇਸ ਤਰ੍ਹਾਂ ਕਹਿ ਕੇ ਉਹ ਸੰਤਾਂ ਦੇ ਚਰਨਾਂ ਤੇ ਟਹਿ ਪਿਆ ਤੇ ਮੁਆਫੀ ਮੰਗਣ ਲੱਗ ਪਿਆ ਕਿ ਮੈਂ ਵਿਦਿਆ ਦੇ ਹੰਕਾਰ ਵਿੱਚ ਅੰਨਾ ਹੋ ਕੇ ਤੁਹਾਡੇ ਨਾਲ ਚਰਚਾ ਕਰਨ ਵਾਸਤੇ ਆਇਆ ਸੀ, ਪਰ ਆਪ ਜੀ ਦੀ ਰਸਨਾ ਤੋਂ ਗੁਰਬਾਣੀ ਦੀ ਅੰਮ੍ਰਿਤ ਕਥਾ ਸੁਣ ਕੇ ਮੈਨੂੰ ਚਾਨਣ ਹੋ ਗਿਆ ਹੈ। ਹੁਣ ਮੇਰਾ ਹੰਕਾਰ ਮਿਟ ਕੇ ਚਿੱਤ ਸ਼ਾਂਤ ਹੋ ਗਿਆ ਹੈ। ਮੇਰੀਆਂ ਗਲਤੀਆਂ ਦੀ ਮੈਨੂੰ ਖਿਮਾ ਬਖਸ਼ੋ ਅਤੇ ਅੱਗੇ ਤੋਂ ਪਰਮਾਰਥ ਦਾ ਠੀਕ ਰਾਹ ਦੱਸੋ। ਸੰਤ ਜੀ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਚੱਲਣ ਦਾ ਪੰਡਿਤ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਲਾਕੇ ਵਿੱਚ ਇਸ ਵਾਰਤਾ ਦੀ ਬਹੁਤ ਚਰਚਾ ਹੋਣ ਸਦਕਾ ਗੁਰਸਿੱਖੀ ਦਾ ਬਹੁਤ ਪ੍ਰਭਾਵ ਤੇ ਸਤਿਕਾਰ ਵਧਿਆ। ਮੌਲਵੀ ਦੌਲਤ ਖਾਂ। ਇਸੇ ਤਰ੍ਹਾਂ ਇੱਕ ਰਾਜਪੂਤ ਮੌਲਵੀ ਦੌਲਤ ਖਾਂ ਬੇਰੀ ਪਿੰਡ ਦਾ ਸੀ। ਉਸਨੇ ਵੀ ਠਕੁਰਵਾਲ ਆ ਕੇ ਸੰਤ ਜੀ ਪਾਸੋਂ ਕੋਈ ਸ਼ਰ੍ਹਾ ਦੀ ਗੱਲ ਪੁੱਛੀ। ਸੰਤਾਂ ਨੇ ਉਸ ਦਿਨ ਕਥਾ ਵਿੱਚ ਅੱਲ੍ਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ ਵਾਲੇ ਸ਼ਬਦ ਦੇ ਅਰਥ
ਖੋਲ ਕੇ ਵਿਸਥਾਰ ਸਹਿਤ ਵਿਆਖਿਆ ਕੀਤੀ। ਮੌਲਵੀ ਸੁਣ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਉਹਨਾਂ ਵਰਗਾ ਕੋਈ ਹੋਰ ਪੀਰ ਨਹੀਂ ਸੀ, ਇਵੇਂ ਹੀ ਆਪ ਜੀ ਵਰਗਾ ਇਸ ਸਮੇਂ ਹੋਰ ਕੋਈ ਆਲਮ ਤੇ ਕਾਮਲ ਫਕੀਰ ਜਾਂ ਸਾਧੂ ਨਹੀਂ ਹੈ। ਮੌਲਵੀ ਆਪਣੇ ਚਿੱਤ ਨੂੰ ਸ਼ਰਧਾ ਭਾਵਨਾ ਤੇ ਪ੍ਰਸੰਨਤਾ ਨਾਲ ਭਰ ਕੇ ਨਮਸਕਾਰ ਕਰਕੇ ਚਲਾ ਗਿਆ। ਇੱਕ ਵਾਰ ਸੰਤ ਜੀ ਜਥੇ ਸਮੇਤ ਸ਼ਿਮਲੇ ਗਏ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਵੀ ਨਾਲ ਹੀ ਸਨ। ਵੱਡੇ ਗੁਰਦੁਆਰੇ ਸੰਤ ਜੀ ਦੀ ਕਥਾ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਜੀ ਹੋਤੀ ਨੇ ਕਿਹਾ, ਮੇਰਾ ਖਿਆਲ ਸੀ ਕਿ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਚੜ੍ਹਾਈ ਕਰ ਗਏ ਹਨ। ਉਹਨਾਂ ਦਾ ਥਾਂ ਪੁਰ ਕਰਨ ਵਾਲਾ ਪੰਥ ਵਿੱਚ ਕੋਈ ਹੋਰ ਵਿਦਵਾਨ ਨਹੀਂ ਹੈ। ਪਰ ਅੱਜ ਇਹਨਾਂ ਦੀ ਕਥਾ ਸੁਣ ਕੇ ਮੇਰਾ ਇਹ ਭੁਲੇਖਾ ਦੂਰ ਹੋ ਗਿਆ ਹੈ। ਇਹਨਾਂ ਦੀ ਕਥਾ ਉਹਨਾਂ ਨਾਲੋਂ ਵੀ ਵੱਧ ਰਸ ਵਾਲੀ ਹੈ, ਜੋ ਕਿ ਗ੍ਰੰਥ ਪੜ੍ਹ ਕੇ ਆਉਣ ਵਾਲੀ ਨਹੀਂ, ਇਹ ਤਾਂ ਬਖਸ਼ਿਸ਼ ਹੋਈ ਵਾਲੀ ਕਥਾ ਹੈ। ਇੱਕ ਵਾਰ ਸੰਤ ਜੀ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਸੁਧਾਰ ਚੱਕ ਗਏ। ਉੱਥੇ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਤੇਜਾ ਸਿੰਘ ਜੀ ਕਥਾ ਸੁਣਨ ਤੋਂ ਬਾਅਦ ਸੰਤ ਜੀ ਨੂੰ ਮਿਲੇ। ਕਹਿਣ ਲੱਗੇ, ਮੈਂ ਸਮਝਦਾ ਸੀ ਕਿ ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਪਰ ਅੱਜ ਤੁਹਾਡੀ ਕਥਾ ਸੁਣ ਕੇ ਮੇਰਾ ਮਾਣ ਟੁੱਟ ਗਿਆ ਹੈ, ਕਿਉਂਕਿ ਇਹਨਾਂ ਨੇ ਵੀ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਭਗਤ ਬਾਣੀ ਦੇ ਅਰਥ ਸੁਣੇ ਸਨ। ਸੰਤ ਇੰਦਰ ਸਿੰਘ ਰਿਸ਼ੀ ਸਤਿਗੁਰੂ ਦਸਮ ਪਾਤਸ਼ਾਹ ਜੀ ਦੇ 300 ਸਾਲਾ ਗੁਰਪੁਰਬ ਤੋਂ ਮਹੀਨਾ ਕੋ ਪਹਿਲਾਂ ਸੰਤ ਜੀ ਸ੍ਰੀ ਅੰਮ੍ਰਿਤਸਰ ਤੋਂ ਰੇਲ ਗੱਡੀ ਰਾਹੀਂ ਕਲਕੱਤੇ ਨੂੰ ਚੱਲੇ। ਰਸਤੇ ਵਿੱਚ ਸੰਤ ਇੰਦਰ ਸਿੰਘ ਜੀ ਰਿਸ਼ੀ ਨੂੰ ਪਤਾ ਲੱਗਿਆ ਕਿ ਸੰਤ ਜੀ ਜਥੇ ਸਮੇਤ ਆ ਰਹੇ ਹਨ। ਤਾਂ ਉਹ ਪ੍ਰਸ਼ਾਦਾ ਤਿਆਰ ਕਰਵਾ ਕੇ ਸੰਗਤ ਸਮੇਤ ਸਟੇਸ਼ਨ ਤੇ ਹੀ ਆ ਗਏ। ਜਦ ਸਾਰੇ ਸਿੰਘਾਂ ਨੂੰ ਪ੍ਰਸ਼ਾਦੇ ਦਿੱਤੇ ਤਾਂ ਸੰਤ ਜੀ ਵੀ ਗੱਡੀ ਤੋਂ ਉਤਰ ਆਏ। ਰਿਸ਼ੀ ਜੀ ਨੇ ਸਾਰੀ ਸੰਗਤ ਸਮੇਤ ਬੇਨਤੀ ਕੀਤੀ, ਮਹਾਂਪੁਰਖੋ ਸਾਨੂੰ ਕਥਾ ਸੁਣਾਓ। ਤਾਂ ਸੰਤ ਜੀ ਕਹਿਣ ਲੱਗੇ ਕਿ 4 ਮਿੰਟ ਗੱਡੀ ਖੜਨੀ ਹੈ, ਇਹਨੇ ਵਿੱਚ ਕੀ ਕਥਾ ਸੁਣਾਵਾਂਗੇ। ਸੰਗਤ ਨੇ ਕਿਹਾ, ਜੀ ਜ਼ਰੂਰ ਸੁਣਾਓ। ਤਾਂ ਸੰਗਤ ਦੇ ਬਹੁਤਾ ਕਹਿਣ ਤੋਂ ਉਸ ਵੇਲੇ ਸੰਤ ਜੀ ਨੇ ਇਹ ਪੰਕਤੀ ਪੜ੍ਹ ਕੇ ਸੁਣਾਈ। ਨਾਨਕ ਕਹਿਤੋ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗਿਰਾਮੀ। ਗੁਰ ਸੇਵਹੁ ਅਰ ਨਾਮ ਧਿਆਵਹੁ, ਤਿਆਗਹੁ ਮਨਹੁ ਗੁਮਾਨੀ। ਗੁਰੂ ਸਾਹਿਬ ਕਥਨ ਕਰਦੇ ਹਨ, ਗੁਰੂ ਦੀ ਸੇਵਾ ਕਰਦਿਆਂ ਨਾਮ ਨੂੰ ਧਿਆਉਂਦਿਆਂ ਹੋਇਆਂ ਆਪਣੇ ਮਨ ਵਿੱਚੋਂ ਹੰਕਾਰ ਨੂੰ ਕੱਢ ਦਿਓ, ਮੁਕਤ ਹੋ ਜਾਵੋਗੇ। ਇਉਂ 2 ਪੰਕਤੀਆਂ ਵਿੱਚ ਹੀ ਸਾਰੀ ਜ਼ਿੰਦਗੀ ਦਾ ਨਿਚੋੜ 3 ਚੀਜ਼ਾਂ ਦੱਸ ਦਿੱਤੀਆਂ। ਮਹਾਤਮਾ ਬੁੱਧ ਜੀ ਨੇ ਵੀ ਜ਼ਿੰਦਗੀ ਦਾ ਨਿਚੋੜ 3 ਚੀਜ਼ਾਂ ਹੀ ਦਸੀਆਂ ਸਨ ਕਿ ਰੱਬ ਦੇ ਨੇੜੇ ਹੋਣਾ ਸਵਰਗ ਦੀ ਪ੍ਰਾਪਤੀ ਹੈ, ਰੱਬ ਤੋਂ ਦੂਰ ਹੋਣਾ ਨਰਕ ਦੀ ਪ੍ਰਾਪਤੀ ਹੈ, ਤੇ ਰੱਬ ਵਿੱਚ ਅਭੇਦ ਹੋ ਜਾਣਾ ਨਿਰਵਾਣ ਪਦਵੀ ਦੀ ਪ੍ਰਾਪਤੀ ਹੈ। ਵਸ਼ਿਸ਼ਟ ਜੀ ਦੇ ਕਥਨ ਅਨੁਸਾਰ ਜੀਵਾਂ ਦਾ ਭਲਾ ਕਰਨ ਲਈ ਜੀਵਾਂ ਦੇ ਪੁੰਨ ਹੀ ਮਹਾਂਪੁਰਖਾਂ ਦਾ ਸਰੀਰ ਧਾਰ ਕੇ ਸੰਸਾਰ ਵਿੱਚ ਆਉਂਦੇ ਹਨ। ਸੁਆਮੀ ਸੱਚਦਾਨੰਦ ਡਾਕਟਰ ਅਮਰ ਸਿੰਘ ਜੀ ਜੋ ਚੰਗੇ ਅਭਿਆਸੀ ਪੁਰਖ ਸਨ, ਉਹਨਾਂ ਨੇ ਇੱਕ ਵਾਰ ਆਪਣੇ ਪਿੰਡ ਠੁੱਲੀਵਾਲ ਸੰਤ ਜੀ ਦਾ ਪ੍ਰੋਗਰਾਮ ਬਣਾਇਆ। ਇੱਥੇ ਇੱਕ ਸੁਆਮੀ ਸੱਚਦਾਨੰਦ ਉਦਾਸੀ ਮਹਾਤਮਾ ਰਹਿੰਦੇ ਸਨ, ਜੋ ਕਾਂਸ਼ੀ ਵਿੱਚ ਪੜ੍ਹ ਕੇ ਆਏ ਖਟ ਸ਼ਾਸਤਰੀ ਸਨ। ਇਹਨਾਂ ਦੀ ਪਿੰਡ ਵਿੱਚ ਚੰਗੀ ਮਾਨਤਾ ਸੀ।
ਡਾਕਟਰ ਜੀ ਇਹਨਾਂ ਨੂੰ ਜਾ ਕੇ ਕਹਿਣ ਲੱਗੇ ਕਿ ਇੱਥੇ ਆਪਣੇ ਭਿੰਡਰਾਂ ਵਾਲੇ ਸੰਤ ਆਏ ਹਨ, ਜਿਨ੍ਹਾਂ ਨਾਲ 150 ਦੇ ਕਰੀਬ ਸਿੰਘ ਹਨ। ਸੁਆਮੀ ਜੀ ਕਹਿਣ ਲੱਗੇ ਕਿ ਇਹਨਾਂ ਨੇ ਵਿਦਿਆ ਕਿੱਥੋਂ ਪੜ੍ਹੀ ਹੈ? ਡਾਕਟਰ ਜੀ ਕਹਿਣ ਲੱਗੇ ਕਿ ਜੋ ਦਮਦਮੀ ਟਕਸਾਲ ਪੰਥ ਵਿੱਚ ਮੰਨੀ ਹੋਈ ਹੈ, ਉਸ ਵਿੱਚ ਰਹਿ ਕੇ ਹੀ ਸ੍ਰੀਮਾਨ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਪੜ੍ਹੇ ਹਨ। ਹੁਣ ਉਸੇ ਟਕਸਾਲ ਦੇ ਮੁੱਖ ਸੇਵਾਦਾਰ ਬਣ ਕੇ ਗੁਰਮਤਿ ਪ੍ਰਚਾਰ ਦੀ ਕਥਾ ਕੀਰਤਨ ਦੁਆਰਾ ਸੇਵਾ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿਦਿਆ ਪੜ੍ਹਾਉਂਦੇ ਹਨ। ਸੁਆਮੀ ਜੀ ਕਹਿਣ ਲੱਗੇ ਕਿ ਭਾਰਤ ਵਰਸ਼ ਵਿੱਚ 2 ਹੀ ਪ੍ਰਸਿੱਧ ਸੰਪਰਦਾਵਾਂ ਹਨ, ਉਦਾਸੀ ਜਾਂ ਨਿਰਮਲੇ। ਤੁਸੀਂ ਦੱਸੋ ਉਹ ਕਿਹੜੀ ਸੰਪਰਦਾਇ ਵਿੱਚੋਂ ਪੜ੍ਹੇ ਹਨ? ਡਾਕਟਰ ਜੀ ਕਹਿਣ ਲੱਗੇ ਕਿ ਉਹ ਤਾਂ ਦਮਦਮੀ ਟਕਸਾਲ ਦੇ ਜਥੇ ਵਿੱਚ ਰਹਿ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਪਾਸੋਂ ਪੜ੍ਹੇ ਹਨ। ਸੁਆਮੀ ਜੀ ਕਹਿਣ ਲੱਗੇ, ਨਿਰਮਲੇ ਤੇ ਉਦਾਸੀਆਂ ਤੋਂ ਬਿਨਾਂ ਤਾਂ ਹੋਰ ਕੋਈ ਸੰਪਰਦਾਇ ਹੈ ਹੀ ਨਹੀਂ ਜੋ ਗੁਰਮਤ ਤੇ ਸਨਾਤਨ ਵਿਦਿਆ ਪੜ੍ਹਾ ਸਕੇ। ਡਾਕਟਰ ਜੀ ਕਹਿਣ ਲੱਗੇ, ਜਦੋਂ ਮਹਾਂਪੁਰਖ ਸਵੇਰੇ ਕਥਾ ਕਰਨਗੇ ਉਦੋਂ ਤੁਸੀਂ ਆ ਕੇ ਸੁਣਨ ਦੀ ਕਿਰਪਾਲਤਾ ਕਰਨੀ। ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਕਿਤਨੇ ਕੋ ਵਿਦਵਾਨ ਹਨ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੁਆਮੀ ਜੀ ਵੀ ਆ ਗਏ, ਪਿੰਡ ਦੀ ਸੰਗਤ ਵੀ ਆ ਗਈ। ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਬੈਠ ਗਏ। ਸੰਤ ਜੀ ਜੋ ਲੜੀਵਾਰ ਕਥਾ ਚੱਲ ਰਹੀ ਸੀ ਉਹ ਕਰਨ ਲੱਗੇ। ਪਹਿਲਾਂ ਸੰਤ ਜੀ ਨੇ ਇੱਕ ਓੰਕਾਰ ਦੇ ਅਰਥ ਕੀਤੇ ਅਤੇ ਬੜੇ ਖੁਲਾਸੇ ਨਾਲ ਦੱਸਿਆ ਕਿ ਪਹਿਲਾਂ ਓੰਕਾਰ ਵਿੱਚ 63 ਤਰ੍ਹਾਂ ਦੇ ਭੇਦ ਮੰਨੇ ਹੋਏ ਸਨ। ਕੋਈ ਤਾਂ ਓੰਕਾਰ ਨੂੰ ਤ੍ਰਿਵਰਗ ਰੂਪ ਕਰਕੇ ਮੰਨਦਾ ਸੀ, ਕੋਈ ਓੰਕਾਰ ਨੂੰ ਤ੍ਰਿਅਭੂਤ ਰੂਪ ਕਰਕੇ ਮੰਨਦਾ ਸੀ, ਕੋਈ ਓੰਕਾਰ ਨੂੰ ਤ੍ਰਿਲਿੰਗ ਰੂਪ ਕਰਕੇ ਮੰਨਦਾ ਸੀ, ਕੋਈ ਓੰਕਾਰ ਨੂੰ 2.5 ਮਾਤਰਾ ਦਾ ਮੰਨਦਾ ਸੀ, ਕੋਈ 3.5 ਮਾਤਰਾ ਦਾ ਮੰਨਦਾ ਸੀ। ਆਕਾਰ ਉਕਾਰ ਮਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓੰਕਾਰ ਪਹਿਚਾਨ। ਸਨਕਾਦਿਕਾਂ ਦੇ ਮਤ ਵਾਲੇ ਓੰਕਾਰ ਨੂੰ 4.5 ਮਾਤਰਾ ਦਾ ਮੰਨਦੇ ਸਨ। ਗੁਰੂ ਜੀ ਨੇ ਆਦਿ ਵਿੱਚ ਇੱਕ ਲਿਖ ਕੇ ਦੱਸ ਦਿੱਤਾ ਕਿ ਸਾਡਾ ਤਾਂ ਅਦਵੈਤ ਮਤ ਹੈ। ਸਾਰੇ ਭੇਦ ਭਾਵ ਖਤਮ ਕਰਕੇ ਅਦਵੈਤ ਮਤ ਪ੍ਰਗਟ ਕੀਤਾ ਹੈ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਅਥਵਾ ਉਚਾਰਨ ਮਾਤਰ ਨਾਲ ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਇੱਕ ਓੰਕਾਰ ਲਿਖਣ ਦੀ ਵਿਧੀ ਦੀ ਵੀ ਵਿਚਾਰ ਕੀਤੀ। ਇੱਕ ਤੋਂ ਭਾਵ ਅੰਕ ਗਣਿਤ ਵਿਦਿਆ ਦਾ ਪ੍ਰਤੀਕ ਹੈ। ਓੰਗ ਵਰਣਾਤਮਕ ਭਾਵ ਅੱਖਰੀ ਵਿਦਿਆ ਦਾ ਮੂਲਕ ਵਰਨ ਭਾਵ ਅੱਖਰ ਹੈ। ਕਾਰ ਭਾਵ ਸੰਕੇਤਕ ਵਿਦਿਆ ਦਾ ਚਿੰਨ੍ਹ ਹੈ। ਇਹ 3 ਕਿਸਮ ਦੀ ਵਿਦਿਆ ਗੁਰੂ ਘਰ ਵਿੱਚ ਪ੍ਰਚਲਿਤ ਹੋ ਚੁੱਕੀ ਸੀ। ਗੁਰੂ ਜੀ ਨੇ ਤਿੰਨੇ ਹੀ ਕਿਸਮ ਦੀ ਵਿਦਿਆ ਨੂੰ ਗੁਰਬਾਣੀ ਵਿੱਚ ਸਥਾਨ ਦੇ ਕੇ ਸਫਲ ਤੇ ਪ੍ਰਵਾਨ ਕੀਤਾ ਹੈ। ਮੇਰੇ ਕਹਿਣ ਤੋਂ ਭਾਵ ਕਿ ਸੰਤਾਂ ਨੇ ਇੱਕ ਓੰਕਾਰ ਦੀ ਐਸੀ ਅਲੌਕਿਕ ਵਿਆਖਿਆ ਕੀਤੀ ਕਿ ਸੁਆਮੀ ਜੀ ਸੁਣ ਕੇ ਦੰਗ ਰਹਿ ਗਏ। ਕਥਾ ਤੋਂ ਬਾਅਦ ਸੰਤ ਜੀ ਕਹਿਣ ਲੱਗੇ ਕਿ ਸਾਧ ਸੰਗਤ ਜੀ, ਡੇਰੇ ਵਾਲੇ ਸੁਆਮੀ ਮਹਾਤਮਾ ਜੀ ਵੀ ਆਏ ਹਨ। ਇਹ ਬੜੇ ਵਿਦਵਾਨ ਹਨ, ਦਾਸ ਤਾਂ ਅਨਪੜ੍ਹ ਹੈ। ਹੁਣ ਆਪਾਂ ਇਹਨਾਂ ਪਾਸੋਂ ਬਚਨ ਸਰਵਣ ਕਰਾਂਗੇ। ਸੁਆਮੀ ਜੀ ਕਹਿਣ ਲੱਗੇ ਕਿ ਨਗਰ ਵਾਸੀਓ, ਤੁਹਾਡੇ ਵੱਡੇ ਭਾਗ ਹਨ ਜੋ ਇਹੋ ਜਿਹੇ ਮਹਾਂਪੁਰਖ ਇਲਮ ਬਾ ਅਮਲ ਭਾਵ ਕਥਨੀ ਤੇ ਕਰਨੀ ਦੇ ਪੂਰੇ ਸੂਰੇ ਤੁਹਾਡੇ ਪਿੰਡ ਆਏ ਹਨ। ਤੁਸੀਂ ਇਹਨਾਂ ਦੀ ਰੱਜ ਕੇ ਸੇਵਾ ਕਰੋ, ਕਥਾ ਵਿਚਾਰ ਸੁਣੋ ਤੇ ਜੀਵਨ ਸਫਲਾ ਕਰੋ। ਸੁਆਮੀ ਜੀ ਕਹਿਣ ਲੱਗੇ ਕਿ ਮੈਂ ਕਾਂਸ਼ੀ ਵਿੱਚੋਂ ਵਿਦਿਆ ਪੜ੍ਹੀ ਹੈ, ਬੜੇ ਗ੍ਰੰਥ ਪੜ੍ਹੇ ਹਨ, ਬੜੇ ਬੜੇ ਵਿਦਵਾਨ ਸੁਣੇ ਹਨ,
ਪਰ ਜੋ ਮਹਾਂਪੁਰਖਾਂ ਨੇ ਅੱਜ ਕਥਾ ਕੀਤੀ, ਇੱਕ ਓੰਕਾਰ ਦੇ ਅਰਥ ਕੀਤੇ ਹਨ, ਉਹ ਨਾ ਮੈਂ ਕਿਤੋਂ ਪੜ੍ਹੇ ਹਨ ਤੇ ਨਾ ਹੀ ਕਿਤੋਂ ਸੁਣੇ ਹਨ। ਜਦੋਂ ਕੋਈ ਵਿਦਵਾਨ ਕਥਾ ਕਰਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਕਿਹੜੇ ਸ਼ਾਸਤਰਾਂ ਦੇ ਪ੍ਰਮਾਣ ਦਿੰਦਾ ਹੈ ਤੇ ਕਿੰਨਾ ਕੋ ਪੜ੍ਹਿਆ ਹੋਇਆ ਹੈ ਤੇ ਕਿੰਨੇ ਕੋ ਪਾਣੀ ਵਿੱਚ ਹੈ। ਪਰ ਜਦੋਂ ਮਹਾਂਪੁਰਖ ਇੱਕ ਓੰਕਾਰ ਦੀ ਵਿਆਖਿਆ ਕਰ ਰਹੇ ਸਨ ਤਾਂ ਮੈਂ ਹੈਰਾਨ ਹੋ ਰਿਹਾ ਸੀ ਕਿ ਇਹ ਕਿੱਥੋਂ ਬੋਲਦੇ ਹਨ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਗ੍ਰੰਥ ਜਾਂ ਸ਼ਾਸਤਰ ਵਿੱਚੋਂ ਬੋਲ ਰਹੇ ਹਨ। ਮੁੱਕਦੀ ਗੱਲ, ਇਹਨਾਂ ਦਾ ਤਾਂ ਕੜ ਹੀ ਪਾਟਿਆ ਹੋਇਆ ਹੈ। ਇੰਨਾ ਡੂੰਘਾ ਅਨੁਭਵ ਭਾਵ ਗਿਆਨ ਕਿਸੇ ਵਿਦਵਾਨ ਦਾ ਨਹੀਂ ਹੋ ਸਕਦਾ। ਇਹ ਤਾਂ ਬ੍ਰਹਮ ਗਿਆਨੀ ਤਤ ਬੇਤੇ ਆਤਮਦਰਸ਼ੀ ਤੇ ਪਾਰਦਰਸ਼ੀ ਮਹਾਂਪੁਰਖ ਹਨ। ਇਹਨਾਂ ਤੋਂ ਉੱਤੇ ਹੋਰ ਕੋਈ ਵਿਦਵਾਨ ਨਹੀਂ ਬੋਲ ਸਕਦਾ। ਇਹਨਾਂ ਦੀ ਕਥਾ ਅਨੁਭਵੀ ਗਿਆਨ ਦੇ ਸਾਹਮਣੇ ਵਿਦਿਆ ਦੀ ਉਕਤੀ ਜੁਗਤੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਇਹਨੇ ਬਚਨ ਕਹਿ ਕੇ ਸੁਆਮੀ ਜੀ ਬੈਠ ਗਏ। ਸਿੱਖ ਬੁੱਤ ਪ੍ਰਸਤ ਨਹੀਂ ਹਨ। ਅੰਬਾਲੇ ਇੱਕ ਪੰਡਿਤ ਨੇ ਸੰਤ ਜੀ ਨੂੰ ਕਿਹਾ ਕਿ ਜੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ, ਇਹ ਵੀ ਤਾਂ ਬੁੱਤ ਪ੍ਰਸਤੀ ਹੀ ਹੈ। ਸੰਤਾਂ ਨੇ ਪੰਡਿਤ ਨੂੰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਬੁੱਤ ਪ੍ਰਸਤੀ ਨਹੀਂ ਹੈ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਹੈ। ਜਿਸ ਤਰ੍ਹਾਂ ਕਿਸੇ ਆਦਮੀ ਨੂੰ ਉਸ ਦੇ ਮਿੱਤਰ ਦੀ ਚਿੱਠੀ ਆਉਂਦੀ ਹੈ, ਉਹ ਉਸ ਚਿੱਠੀ ਨੂੰ ਆਪਣੇ ਮਿੱਤਰ ਦੀ ਚਿੱਠੀ ਜਾਣ ਕੇ ਆਪਣੀ ਛਾਤੀ ਨਾਲ ਲਾਉਂਦਾ ਹੈ। ਇਉਂ ਉਹ ਕਾਗਜ਼ ਦਾ ਸਤਿਕਾਰ ਨਹੀਂ ਕਰਦਾ, ਸਗੋਂ ਆਪਣੇ ਪਿਆਰੇ ਦੇ ਜੋ ਬਚਨ ਉਸ ਵਿੱਚ ਲਿਖੇ ਹੋਏ ਹਨ ਉਹਨਾਂ ਨਾਲ ਪਿਆਰ ਕਰਦਾ ਹੈ। ਇਸੇ ਤਰ੍ਹਾਂ ਹੀ ਗੁਰਸਿੱਖ ਕਾਗਜ਼ਾਂ ਦੀ ਪੂਜਾ ਜਾਂ ਬੁੱਤ ਪ੍ਰਸਤੀ ਨਹੀਂ ਕਰਦੇ। ਗੁਰਸਿੱਖ ਤਾਂ ਧੁਰ ਕੀ ਬਾਣੀ ਜੋ ਅਕਾਲ ਪੁਰਖ ਦਾ ਸਰੂਪ, ਗੁਣਾਂ ਦੀ ਖਾਣ, ਬ੍ਰਹਮ ਵਿਦਿਆ ਬ੍ਰਹਮ ਗਿਆਨ ਦੀ ਦਾਤੀ, ਵਾਹਿਗੁਰੂ ਦੀ ਸਿਫਤ ਸਲਾਹ ਦਾ ਭੰਡਾਰਾ, ਨਾਮ ਦਾ ਭੰਡਾਰਾ, ਉਸ ਦਾ ਸਤਿਕਾਰ ਕਰਦੇ ਹਨ। ਪਰ ਜਿਨ੍ਹਾਂ ਕਾਗਜ਼ਾਂ ਤੇ ਇਹ ਖਜ਼ਾਨਾ ਸਾਂਭਿਆ ਹੋਇਆ ਹੈ, ਉਹ ਵੀ ਨਮਸਕਾਰ ਤੇ ਪੂਜਾ ਕਰਨ ਯੋਗ ਹਨ। ਯਥਾ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਾਗਉਤ ਲਿਖੀਐ ਤਿਹ ਉਪਰੇ, ਪੂਜੀਐ ਕਰ ਨਮਸਕਾਰੰ। ਅਸੀਂ ਤਾਂ ਨਾਮ ਅਥਵਾ ਨਾਮੀ ਪਰਮੇਸ਼ਰ ਦੀ ਪੂਜਾ ਕਰਦੇ ਹਾਂ। ਜੇ ਅਸੀਂ ਕਾਗਜ਼ਾਂ ਦੇ ਪੁਜਾਰੀ ਹੋਈਏ ਤਾਂ ਫਿਰ ਹਰ ਰੋਜ਼ ਅਖਬਾਰ ਪੜ੍ਹ ਕੇ ਪਰੇ ਕਿਉਂ ਸੁੱਟੀਏ। ਹੋਰ ਵੀ ਹਜ਼ਾਰਾਂ ਮਣ ਕਾਗਜ਼ ਦੁਕਾਨਾਂ ਵਿੱਚ ਪਏ ਹਨ, ਕਦੇ ਉਹਨਾਂ ਨੂੰ ਮੱਥਾ ਨਹੀਂ ਟੇਕਿਆ ਹੈ। ਜਿਸ ਤਰ੍ਹਾਂ ਰੇਸ਼ਮੀ ਬਸਤਰਾਂ ਦੇ ਥਾਨ ਮੋਟੇ ਕਾਗਜ਼ ਜਾਂ ਮੋਟੇ ਕੱਪੜਿਆਂ ਵਿੱਚ ਲਪੇਟੇ ਹੁੰਦੇ ਹਨ, ਰੇਸ਼ਮੀ ਬਸਤਰਾਂ ਦੇ ਥਾਨ ਨਾਲ ਉਹਨਾਂ ਦੀ ਵੀ ਉਸੇ ਤਰ੍ਹਾਂ ਸੰਭਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁਰਸਿੱਖ ਤਾਂ ਨਾਮ ਦੇ ਉਪਾਸਕ ਹਨ, ਕਾਗਜ਼ਾਂ ਦੇ ਪੁਜਾਰੀ ਜਾਂ ਬੁੱਤ ਪ੍ਰਸਤੀ ਨਹੀਂ ਹਨ। ਗੁਰਬਾਣੀ ਦਾ ਫਰਮਾਨ ਹੈ, ਨਾਮ ਕੀ ਨਾਮਨਾ ਸਪਤ ਦੀਪਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਨਾਮ ਰੂਪ ਹੀ ਹੈ। ਸ੍ਰੀ ਰਾਮਚੰਦਰ ਜੀ ਨੇ ਆਪਣੇ ਹੁੰਦਿਆਂ ਨਾਮ ਦੀ ਵਡਿਆਈ ਵੱਡੀ ਦਿਖਾਉਣ ਵਾਸਤੇ ਸਮੁੰਦਰ ਦੇ ਪਾਣੀ ਤੇ ਪੱਥਰਾਂ ਉੱਪਰ ਰਾਮ ਦਾ ਨਾਮ ਲਿਖ ਕੇ ਇਉਂ ਧਾਰ ਦਿੱਤੇ ਜਿਵੇਂ ਬ੍ਰਿਛਾਂ ਦੇ ਪੱਤੇ ਤਰਦੇ ਹਨ। ਸਰਵਰ ਪਰ ਗਿਰਵਰ ਧਰ ਭਾਰੇ, ਤਰਵਰ ਕੇ ਪਾਤਨ ਸਮ ਤਾਰੇ। ਜਨਕ ਰਾਜਾ ਨੇ ਨਾਮ ਕਰਕੇ 18 ਨਰਕ ਖਾਲੀ ਕਰਵਾ ਦਿੱਤੇ ਸਨ। ਨਾਮ ਤੇ ਨਾਮੀ ਵਿੱਚ ਫਰਕ ਨਹੀਂ ਹੁੰਦਾ, ਨਾਮੀ ਸਭ ਦੇ ਅੰਦਰ ਹੈ। ਯਥਾ
ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਸ ਦੇ ਅੰਦਰ ਹੁੰਦਿਆਂ ਹੋਇਆਂ ਵੀ ਕੋਈ ਦੁਖੀ ਹੈ, ਕੋਈ ਨਰਕ ਨੂੰ ਜਾ ਰਿਹਾ ਹੈ, ਪਰ ਜੇ ਨਾਮ ਨੂੰ ਜਪ ਲਵੇ ਫਿਰ ਸਦਾ ਲਈ ਸੁਖੀ ਵੀ ਹੋ ਜਾਂਦਾ ਹੈ ਤੇ ਨਰਕ ਵਿੱਚ ਵੀ ਨਹੀਂ ਜਾਂਦਾ, ਬਲਕਿ ਉਹ ਤਾਂ ਆਪ ਤਰੈ ਜਨ ਪਿਤਰਾ ਤਾਰੇ, ਸੰਗਤ ਮੁਕਤ ਸੋ ਪਾਰ ਉਤਾਰੇ। ਪਿੰਗਲ ਉਪਨਿਸ਼ਦ ਵਿੱਚ ਲਿਖਿਆ ਹੈ ਕਿ ਜੋ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਪੁਰਖ ਹੈ, ਉਸ ਦੀ 101 ਕੁਲ ਦਾ ਉਧਾਰ ਹੋ ਜਾਂਦਾ ਹੈ। ਨਾਮ ਵਿੱਚ ਐਸੀ ਤਾਕਤ ਹੈ, ਜੋ ਨਾਮ ਜਪਦਾ ਹੈ ਧੰਨੇ ਦੀ ਤਰ੍ਹਾਂ ਰੱਬ ਆਪ ਆ ਕੇ ਉਸ ਦੇ ਕੰਮਾਂ ਵਿੱਚ ਲੱਗ ਜਾਂਦਾ ਹੈ। ਯਥਾ ਜੋ ਜਨ ਹਰ ਕਾ ਸੇਵਕੋ, ਹਰ ਤਿਸ ਕੀ ਕਾਮੀ। ਇੱਥੇ ਹੀ ਬਸ ਨਹੀਂ, ਬਲਕਿ ਜੋ ਨਾਮ ਜਪਦਾ ਹੈ ਉਸ ਬਾਰੇ ਬਾਣੀ ਵਿੱਚ ਲਿਖਿਆ ਹੈ, ਮੇਰੀ ਬੰਦੀ ਭਗਤ ਛਡਾਵੈ, ਬੰਦੈ ਭਗਤ ਨ ਛੁਟੈ ਮੋਹੇ, ਏਕ ਸਮੈ ਮੋਹ ਕਉ ਗਹਿ ਬੰਦੈ, ਤਉ ਫੁਨ ਮੋਹ ਪੈ ਜਵਾਬ ਨ ਹੋਏ। ਜਿਤਨਾ ਸਾਰਾ ਪਸਾਰਾ ਹੈ, ਇਹ ਸਾਰਾ ਹਰ ਨਾਮ ਕਰਕੇ ਹੀ ਬਣਿਆ ਹੈ। ਨਾਮੈ ਤੇ ਸਭ ਕਿਛ ਬਣਿਓ, ਖੰਡ ਬ੍ਰਹਮੰਡ ਸਰੀਰ। ਨਾਮ ਦੇ ਬਰਾਬਰ ਤਾਂ ਅਵਤਾਰਾਂ ਦੀਆਂ ਦੇਹਾਂ ਵੀ ਨਹੀਂ ਹੋ ਸਕਦੀਆਂ। ਕ੍ਰਿਸ਼ਨ ਜੀ ਦਾ ਪੱਲੜਾ ਉੱਚਾ ਤੇ ਨਾਮ ਲਿਖੇ ਵਾਲਾ ਪੱਲੜਾ ਨੀਵਾਂ ਹੋ ਗਿਆ ਸੀ। ਜੇ ਕੋਈ ਸ਼ੰਕਾ ਕਰੇ ਕਿ ਇਹ ਕਿਵੇਂ ਹੋ ਸਕਦਾ ਹੈ, ਸਾਡੇ ਸਾਹਮਣੇ ਬਿਜਲੀ ਹੈ, ਉਸ ਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ, ਪਰ ਤਾਕਤ ਕਿਤਨੀ ਹੈ। ਜਦੋਂ ਆਉਂਦੀ ਹੈ ਬੜੇ ਬੜੇ ਕਾਰਖਾਨੇ ਤੇ ਸਭ ਕੁਝ ਚੱਲਣ ਲੱਗ ਪੈਂਦਾ ਹੈ। ਬੰਦਾ ਕਿਤਨਾ ਵਜਨ ਚੁੱਕ ਦਿੰਦਾ ਹੈ, ਪਰ ਜਦੋਂ ਚੇਤਨ ਸੱਤਾ ਨਾ ਰਹੇ, ਜੋਤ ਅੰਦਰੋਂ ਨਿਕਲ ਜਾਵੇ ਤਾਂ ਕੋਈ ਅੱਖ ਵੀ ਨਹੀਂ ਫਰਕ ਸਕਦਾ। ਇਸੇ ਤਰ੍ਹਾਂ ਹੀ ਨਾਮ ਵਿੱਚ ਬੜੀ ਭਾਰੀ ਸ਼ਕਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਸਾਰਾ ਨਾਮ ਹੀ ਲਿਖਿਆ ਹੋਇਆ ਹੈ। ਜੋ ਨਾਮ ਸਾਰੇ ਸੰਸਾਰ ਦਾ ਰਚਨਹਾਰ ਹੈ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣਾ ਬੁੱਤ ਪ੍ਰਸਤੀ ਕਿਵੇਂ ਹੋਈ? ਇਸ ਕਰਕੇ ਅਸਲ ਪੂਜਨੇ ਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਜਿਨ੍ਹਾਂ ਬਾਰੇ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਕਿਹਾ ਹੈ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਐ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਿਓ ਚਹੈ, ਖੋਜ ਸ਼ਬਦ ਮੈਂ ਲੇਹ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਆਪ ਜੀ ਨੇ ਕਿਹਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ। ਬਿਨ ਸ਼ਬਦੈ ਜਗ ਬਉਰਾਨੰ। ਭਾਈ ਨੰਦ ਲਾਲ ਜੀ ਨੇ ਵੀ ਗੁਰੂ ਦਸਮ ਪਾਤਸ਼ਾਹ ਜੀ ਤੋਂ ਪੁੱਛਿਆ ਸੀ ਕਿ ਆਪ ਜੀ ਦੇ ਕਿੰਨੇ ਸਰੂਪ ਹਨ, ਤਾਂ ਆਪ ਜੀ ਨੇ ਕਿਹਾ, ਸ੍ਰੀ ਗੁਰੂ ਵਾਚ ਤੀਨ ਰੂਪ ਹੈ ਮੋਹਿ ਕੇ। ਸੁਨਹੁ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ। ਕਹੋ ਤੋਹਿ ਸਮਝਾਏ, ਜੋ ਮਮ ਸਾਥ ਚਾਹੇ ਕਰ ਬਾਤ। ਗ੍ਰੰਥ ਜੀ ਪੜ੍ਹੇ ਵਿਚਾਰਹਿ ਸਾਥ। ਜੋ ਮੁਝ ਬਚਨ ਸੁਨਨ ਕੀ ਚਾਏ, ਗ੍ਰੰਥ ਵਿਚਾਰ ਸੁਨਹੁ ਚਿਤ ਲਾਏ। ਮੇਰਾ ਰੂਪ ਗ੍ਰੰਥ ਜੀ ਜਾਨ, ਇਸਮੇ ਭੇਦ ਨਾ ਰੰਚਕ ਮਾਨ। ਇੱਕ ਆਦਮੀ ਸੰਤ ਜੀ ਨੂੰ ਕਹਿਣ ਲੱਗਾ ਕਿ ਜਿਉਂਦਾ ਪੁਰਖ ਹੀ ਗੁਰੂ ਹੋ ਸਕਦਾ ਹੈ, ਤਾਂ ਸੰਤ ਜੀ ਨੇ ਜਵਾਬ ਦਿੱਤਾ ਕਿ ਜਿਉਂਦਾ ਤਾਂ ਸਦਾ ਅਕਾਲ ਪੁਰਖ ਹੀ ਹੈ, ਬਾਕੀ ਤਾਂ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਇਸ ਕਰਕੇ ਅਕਾਲ ਪੁਰਖ ਹੀ ਗੁਰੂ ਹੈ। ਇੱਕ ਨੇ ਕਿਹਾ ਕਿ ਸਿੱਖ ਬੁੱਤ ਪ੍ਰਸਤ ਕਿਵੇਂ ਨਹੀਂ ਹਨ?
ਜਦ ਕਿ ਆਪਣੇ ਆਪ ਕੋਈ ਵੀ ਕਿਰਿਆ ਨਾ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਹਨ। ਸੰਤ ਜੀ ਨੇ ਕਿਹਾ ਕਿ ਬੁੱਤ ਪ੍ਰਸਤ ਉਸ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਸਥੂਲ ਵਸਤੂ ਦਾ ਪੁਜਾਰੀ ਹੋਵੇ। ਗੁਰਸਿੱਖ ਨੂੰ ਬੁੱਤ ਪ੍ਰਸਤੀ ਨਹੀਂ ਕਿਹਾ ਜਾ ਸਕਦਾ, ਜਦ ਕਿ ਉਹ ਪੁਜਾਰੀ ਹੀ ਉਸ ਵਿਚਾਰਧਾਰਾ ਦਾ ਹੈ ਜੋ ਸਤਿਗੁਰਾਂ ਦੇ ਆਤਮਿਕ ਸਰੂਪ ਵਿੱਚੋਂ ਨਿਕਲੀ ਹੋਈ ਵਿਚਾਰ ਸੂਖਮ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵਿਰਾਜਮਾਨ ਹੈ। ਇਸ ਲਈ ਸਿੱਖ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖੀ ਗਈ ਸੂਖਮ ਵਿਚਾਰਧਾਰਾ ਦੇ ਪੁਜਾਰੀ ਹਨ ਅਤੇ ਬਾਣੀ ਦੇ ਕਾਵਿ ਰੂਪ ਅੱਖਰਾਂ ਦੀ ਭਰਪੂਰ ਸ਼ਰਧਾ ਸਿੱਖਾਂ ਦੇ ਮਨ ਵਿੱਚ ਇਸ ਕਰਕੇ ਹੈ ਕਿ ਉਹਨਾਂ ਅੱਖਰਾਂ ਵਿੱਚ ਉਸ ਵਿਚਾਰਧਾਰਾ ਨੂੰ ਸੰਭਾਲਿਆ ਹੋਇਆ ਹੈ। ਗੁਰਬਾਣੀ ਰੂਪ ਕਾਵਿ ਤੋਂ ਬਿਨਾਂ ਹੋਰ ਕੋਈ ਜਗ੍ਹਾ ਹੀ ਨਹੀਂ ਹੈ ਜਿਸ ਨਾਲ ਉਸ ਵਿਚਾਰਧਾਰਾ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ। ਯਾਦ ਸ਼ਕਤੀ ਆਦਿ ਦੇ ਸਾਰੇ ਸਾਧਨ ਮਸਨੂਈ ਹਨ। ਇਹ ਹਮੇਸ਼ਾ ਲਈ ਇਸ ਵਿਚਾਰਧਾਰਾ ਨੂੰ ਸਾਂਭ ਕੇ ਨਹੀਂ ਰੱਖ ਸਕਦੇ। ਇੱਕ ਨੇ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਰੂਪ ਦਾ ਸਤਿਕਾਰ ਕਿਸ ਲਈ ਕੀਤਾ ਜਾਂਦਾ ਹੈ? ਤਾਂ ਸੰਤ ਜੀ ਨੇ ਉੱਤਰ ਦਿੱਤਾ ਕਿ ਜਿਸ ਤਰ੍ਹਾਂ ਅਸੀਂ ਗੁਣੀ ਪੁਰਖਾਂ ਦੇ ਸਰੀਰ ਦਾ ਸਤਿਕਾਰ ਫੁੱਲਾਂ ਆਦਿ ਦੇ ਹਾਰ ਪਾ ਕੇ ਇਸ ਲਈ ਕਰਦੇ ਹਾਂ ਕਿ ਉਸ ਦੇ ਸਰੀਰ ਨੇ ਉਹਨਾਂ ਸੂਖਮ ਗੁਣਾਂ ਨੂੰ ਆਪਣੇ ਅੰਦਰ ਸਾਂਭ ਕੇ ਰੱਖਿਆ ਹੁੰਦਾ ਹੈ। ਉਸ ਸਰੀਰ ਤੋਂ ਬਿਨਾਂ ਉਹ ਗੁਣ ਰਹਿ ਹੀ ਨਹੀਂ ਸਕਦੇ। ਗੁਣਾਂ ਦੀ ਸੰਭਾਲ ਕਰਨ ਵਾਲਾ ਹੋਣ ਕਰਕੇ ਹੀ ਸਰੀਰ ਦਾ ਸਤਿਕਾਰ ਕੀਤਾ ਜਾਂਦਾ ਹੈ, ਕਿਉਂਕਿ ਗੁਣੀ ਪੁਰਖ ਦੇ ਸਰੀਰ ਦਾ ਸਤਿਕਾਰ ਕਰਨਾ ਹੀ ਉਸ ਦੇ ਗੁਣਾਂ ਦਾ ਸਤਿਕਾਰ ਹੈ। ਗੁਣ ਤਾਂ ਇੱਕ ਸੂਖਮ ਚੀਜ਼ ਹਨ, ਉਹਨਾਂ ਦਾ ਸਤਿਕਾਰ ਕਰਨ ਦਾ ਹੋਰ ਕੋਈ ਤਰੀਕਾ ਕੀ ਹੋ ਸਕਦਾ ਹੈ? ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਹੀ ਦਸਾਂ ਪਾਤਸ਼ਾਹੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਭਾਲੀ ਹੋਈ ਵਿਚਾਰਧਾਰਾ ਦਾ ਸਤਿਕਾਰ ਹੈ। ਨਹੀਂ ਤਾਂ ਉਸ ਦੇ ਸਤਿਕਾਰ ਕਰਨ ਦਾ ਪ੍ਰਤੱਖ ਤੌਰ ਤੇ ਹੋਰ ਕੋਈ ਸਾਧਨ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਵਿਚਿੱਤਰ ਘਟਨਾ ਇੱਥੇ ਜ਼ਿਕਰਯੋਗ ਹੈ ਕਿ ਲਾਇਲਪੁਰ ਸਰਬ ਹਿੰਦ ਕਾਨਫਰੰਸ ਤੇ ਸੰਤ ਜੀ ਸ੍ਰੀ ਮੁਖਵਾਕ ਦੀ ਕਥਾ ਕਰਨ ਵਾਸਤੇ ਚਰਨ ਗੰਗਾ 'ਚ ਚਰਨ ਧੋ ਰਹੇ ਸਨ। ਪ੍ਰੋਫੈਸਰ ਗੰਗਾ ਸਿੰਘ ਨੇ ਕਿਹਾ, ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਧਾਰਮਿਕ ਗ੍ਰੰਥ ਦੀ ਕਥਾ ਕਰਨਗੇ। ਤਾਂ ਆਪ ਜੀ ਚਰਨ ਧੋ ਕੇ ਇਹ ਕਹਿੰਦੇ ਵਾਪਸ ਮੁੜ ਪਏ ਕਿ ਇਹ ਤਾਂ ਨਾਸਤਿਕ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਧਾਰਮਿਕ ਗ੍ਰੰਥ ਕਹਿ ਰਿਹਾ ਹੈ। ਅਸੀਂ ਇੱਥੇ ਕਥਾ ਹੀ ਨਹੀਂ ਕਰਨੀ। ਫਿਰ ਪ੍ਰੋਫੈਸਰ ਗੰਗਾ ਸਿੰਘ ਨੇ ਸਟੇਜ ਤੇ ਸਪੀਕਰ 'ਚ ਹੀ ਮੁਆਫੀ ਮੰਗੀ ਤਾਂ ਆਪ ਜੀ ਨੇ ਕਥਾ ਕੀਤੀ। ਗੁਰਬਾਣੀ ਦਾ ਸਤਿਕਾਰ। ਜਦੋਂ ਜਥੇ ਦਾ ਪ੍ਰੋਗਰਾਮ ਇੱਕ ਥਾਂ ਤੋਂ ਦੂਜੇ ਥਾਂ ਜਾਣ ਦਾ ਹੁੰਦਾ, ਉਸ ਵੇਲੇ ਉਸ ਪਿੰਡ ਦੀ ਸੰਗਤ ਸੰਤ ਜੀ ਦੀ ਅਸਵਾਰੀ ਵਾਸਤੇ ਰੱਥ ਜਾਂ ਘੋੜੇ ਆਦਿ ਲੈ ਕੇ ਆਉਂਦੀ ਤਾਂ ਆਪ ਜੀ ਉਸ ਉੱਪਰ ਨਹੀਂ ਸਨ ਚੜ੍ਹਦੇ। ਬਜ਼ੁਰਗ ਬਾਬਾ ਧੰਨਾ ਸਿੰਘ ਜੀ ਵਰਗਿਆਂ ਨੂੰ ਚੜ੍ਹਾ ਦਿੰਦੇ। ਇੱਕ ਵਾਰ ਦੀ ਗੱਲ ਹੈ ਕਿ ਸੰਨ 1950 ਈਸਵੀ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਮਹਿਤੇ ਵਾਲਿਆਂ ਨੇ ਸੰਗਤ ਨਾਲ ਮਿਲ ਕੇ ਆਪਣੇ ਪਿੰਡ ਪੁਰਾਣੇ ਭੂਰਿਆਂ ਵਿਖੇ ਜਥੇ ਦਾ ਪ੍ਰੋਗਰਾਮ ਬਣਾਇਆ। ਸੰਤ ਜੀ ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਵੇਖ ਕੇ ਰੇਲ ਗੱਡੀ ਰਾਹੀਂ ਰਤੋ ਕੇ ਸਟੇਸ਼ਨ ਤੇ ਆ ਉਤਰੇ। ਅੱਗੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਹਰਨਾਮ ਸਿੰਘ ਜੀ ਅਤੇ ਭਾਈ ਸ਼ਿੰਗਾਰਾ ਸਿੰਘ ਜੀ ਆਪਣੀ ਘੋੜੀ ਲੈ ਕੇ ਸਟੇਸ਼ਨ ਤੇ ਪੁੱਜੇ। ਘੋੜੀ ਤੇ ਅਸਵਾਰ ਹੋਣ ਵਾਸਤੇ ਸੰਤ ਜੀ ਨੂੰ ਬਹੁਤ ਵਾਰ ਆਖਿਆ, ਪਰ ਆਪ ਨਾਹ ਹੀ ਕਰੀ ਗਏ। ਕਹਿਣ ਲੱਗੇ, ਬਾਕੀ ਜਥਾ ਪੈਦਲ ਤੁਰੇ ਤੇ ਅਸੀਂ ਘੋੜੀ ਤੇ ਚੜੀਏ, ਇਹ ਠੀਕ ਨਹੀਂ ਹੈ।
ਨਾ ਚੜਨ ਦਾ ਕਾਰਨ ਇਹ ਹੈ ਕਿ ਇੱਕ ਤਾਂ ਸਾਰੇ ਸਿੰਘ ਗੁਰੂ ਦਾ ਰੂਪ ਹਨ, ਦੂਜਾ ਸਿੰਘਾਂ ਦੇ ਪਾਸ ਗੁਰਬਾਣੀ ਦੇ ਗੁਟਕੇ ਸਾਹਿਬ ਹਨ। ਤੀਜੀ ਗੱਲ, ਸਾਰੇ ਸਿੰਘ ਬਾਣੀ ਪੜ੍ਹਦੇ ਜਾਂਦੇ ਹਨ, ਉਹ ਨੀਵੇਂ ਤੇ ਅਸੀਂ ਉੱਚੇ ਘੋੜੀ ਤੇ ਬੈਠ ਕੇ ਕਿਵੇਂ ਚੱਲੀਏ। ਇਸ ਤਰ੍ਹਾਂ ਗੁਰਬਾਣੀ ਦੇ ਸਤਿਕਾਰ ਵਿੱਚ ਫਰਕ ਪੈਂਦਾ ਹੈ। ਇਉਂ ਕਹਿ ਕੇ ਸਾਰਾ ਪੈਂਡਾ ਤੁਰ ਕੇ ਹੀ ਪਹੁੰਚੇ। ਇੱਕ ਵਾਰ ਕਲਕੱਤਿਓਂ ਆਉਂਦਿਆਂ ਗੱਡੀ ਵਿੱਚ ਆਪ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ, ਭਾਵ ਜੋ ਉਸ ਵਕਤ ਗੜਵਈ ਵੀ ਸਨ, ਕਿਹਾ ਸੀ, ਕਰਤਾਰ ਸਿੰਘਾ, ਜੋ ਸੰਗਤਾਂ ਆਪਣਾ ਇੰਨਾ ਸਨਮਾਨ ਕਰਦੀਆਂ ਹਨ, ਇਹ ਸਤਿਕਾਰ ਇਸ ਖੱਲੜੇ ਭਾਵ ਸਰੀਰ ਦਾ ਸਮਝਣਾ ਭਾਰੀ ਭੁੱਲ ਤੇ ਪਾਪ ਹੈ। ਇਹ ਸਨਮਾਨ ਗੁਰੂ ਜੀ ਦੀ ਬਾਣੀ ਅਤੇ ਬਾਣੇ ਦਾ ਹੈ। ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਕਾ ਬਾਣਾ ਪਹਿਨਿਆ ਹੋਇਆ ਹੈ। ਇਸ ਲਈ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਣਾ ਸਾਡਾ ਪਰਮ ਫਰਜ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੀ ਹਜ਼ੂਰੀ ਵਿੱਚ ਸੰਤ ਜੀ ਕਦੀ ਵੀ ਕਿਸੇ ਨੂੰ ਆਪਣੇ ਗੋਡੀ ਹੱਥ ਨਾ ਲਾਉਣ ਦਿੰਦੇ। ਚਰਨਾਂ ਤੇ ਮੱਥਾ ਟਿਕਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਠੁੱਲੀਵਾਲ ਪਿੰਡ ਇੱਕ ਬੀਬੀ ਨੇ ਕਮਲੀ ਹੋਣਾ। ਇੱਕ ਵਾਰ ਦੀ ਗੱਲ ਹੈ ਕਿ ਜਥਾ ਠੁੱਲੀਵਾਲ ਸੀ। ਸੰਤ ਜੀ ਹਰ ਰੋਜ਼ ਦੀ ਤਰ੍ਹਾਂ ਕਥਾ ਤੋਂ ਬਾਅਦ ਬਹੁਤ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨਿਤਨੇਮ ਅਤੇ ਖਲੋ ਕੇ ਚੌਰ ਸਾਹਿਬ ਦੀ ਸੇਵਾ ਕਰਨ ਤੋਂ ਉਪਰੰਤ ਆਪਣੇ ਧਿਆਨ ਪਰਕਰਮਾ ਕਰ ਰਹੇ ਸਨ। ਅਚਨਚੇਤ ਇੱਕ ਬੀਬੀ ਬੜੀ ਕਾਹਲੀ ਨਾਲ ਆਈ ਤੇ ਸੰਤ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਸੰਤ ਜੀ ਨੇ ਬਹੁਤ ਵੀਰ ਰਸ ਲਹਿਜੇ ਵਿੱਚ ਸੁਤੇ ਸਿੱਧ ਬਚਨ ਕਰ ਦਿੱਤਾ, ਕਮਲੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਸੁੱਚੀ ਹਜ਼ੂਰੀ ਵਿੱਚ ਸਾਡੇ ਪੈਰਾਂ ਤੇ ਮੱਥਾ ਟੇਕ ਕੇ ਤੂੰ ਸਾਡੇ ਸਿਰ ਪਾਪ ਚੜਾ ਰਹੀ ਹੈ। ਜਾ ਪਰੇ ਹੋ ਜਾ, ਸਾਨੂੰ ਪਰਿਕਰਮਾ ਕਰਨ ਦੇ, ਗੁਰੂ ਜੀ ਨੂੰ ਮੱਥਾ ਟੇਕ। ਇਉਂ ਕਹਿੰਦਿਆਂ ਸਾਰ ਹੀ ਉਸ ਨੂੰ ਸਰੀਰ ਦੀ ਸੁੱਧ ਬੁੱਧ ਭੁੱਲ ਗਈ। ਘਰਦਿਆਂ ਨੇ ਬਥੇਰਾ ਇਲਾਜ ਕਰਵਾਇਆ, ਪਰ ਆਰਾਮ ਕਿੱਥੋਂ ਆਵੇ। ਅਖੀਰ ਹਾਰ ਹੰਭ ਕੇ ਕਿਸੇ ਨਾਮ ਅਭਿਆਸੀ ਮਹਾਪੁਰਸ਼ ਕੋਲ ਗਏ ਤਾਂ ਉਸ ਨੇ ਦੱਸਿਆ ਕਿ ਇਸ ਨੂੰ ਕਿਸੇ ਪੂਰਨ ਮਹਾਪੁਰਸ਼ ਦਾ ਬਚਨ ਹੋਇਆ ਹੈ। ਜੇ ਉਹ ਮੁਆਫ ਕਰ ਦੇਵੇ ਤਾਂ ਹੀ ਠੀਕ ਹੋ ਸਕਦੀ ਹੈ, ਨਹੀਂ ਤਾਂ ਇਸ ਦਾ ਕੋਈ ਉਪਾਅ ਨਹੀਂ ਹੈ। ਇਹ ਸੁਣ ਕੇ ਉਹਨਾਂ ਨੂੰ ਠੁੱਲੀਵਾਲ ਦੀ ਉਹ ਸਾਰੀ ਘਟਨਾ ਯਾਦ ਆ ਗਈ ਤੇ ਛੇਤੀ ਹੀ ਉਸ ਬੀਬੀ ਨੂੰ ਸੰਤ ਜੀ ਕੋਲ ਲਿਜਾ ਕੇ ਬੇਨਤੀ ਕੀਤੀ, ਮਹਾਰਾਜ ਜੀ, ਆਪ ਦਿਆਲੂ ਕਿਰਪਾਲੂ ਹੋ, ਇਸ ਬੀਬੀ ਦੀ ਭੁੱਲ ਬਖਸ਼ੋ। ਸੰਤਾਂ ਨੇ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਓ। ਗੁਰੂ ਬਖਸ਼ਣਹਾਰ ਹੈ, ਜ਼ਰੂਰ ਬਖਸ਼ ਲਵੇਗਾ। ਉਹਨਾਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਤਾਂ ਬੀਬੀ ਪਹਿਲਾਂ ਦੀ ਤਰ੍ਹਾਂ ਬਿਲਕੁਲ ਤੰਦਰੁਸਤ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਤ ਜੀ ਦਾ ਸ਼ੁਕਰਾਨਾ ਕੀਤਾ। ਕਥਾ ਕਰਦਿਆਂ ਸੰਤ ਜੀ ਦੀ ਸਾਰਿਆਂ ਸਿੰਘਾਂ ਵਿੱਚ ਨਿਗਾਹ ਹੁੰਦੀ ਸੀ। ਕਿਸੇ ਵੀ ਸਿੰਘ ਨੂੰ ਨੱਕ, ਕੰਨ ਜਾਂ ਪੈਰਾਂ ਨੂੰ ਹੱਥ ਨਹੀਂ ਸਨ ਲਾਉਣ ਦਿੰਦੇ। ਜੇ ਕਿਸੇ ਸਿੰਘ ਦਾ ਇਕੱਠੀਆਂ ਪਈਆਂ ਰੇਹਲਾਂ ਵਿੱਚੋਂ ਇੱਕ ਨੂੰ ਵੀ ਪੈਰ ਲੱਗ ਜਾਂਦਾ ਤਾਂ ਉਸ ਪਾਸੋਂ ਸਾਰੀਆਂ ਦੀਆਂ ਸਾਰੀਆਂ ਹੀ 60-70 ਦੇ ਕਰੀਬ ਰੇਹਲਾਂ ਤੋਂ ਵਾਉਂਦੇ। ਜਦ ਰਾਤ ਨੂੰ ਆਪ ਜੀ ਸਿੰਘਾਂ ਦੇ ਪਾਸੋਂ ਬਾਣੀ ਸੁਣਦੇ, ਉਦੋਂ ਆਪਣੇ ਪਲੰਘ ਤੋਂ ਉੱਚੀ ਜਗ੍ਹਾ, ਮੇਜ਼ ਆਦਿ ਤੇ ਤਲਾਈ ਜਾਂ ਹੋਰ ਨਰਮ ਕੱਪੜਾ ਵਿਛਾ ਕੇ ਬਿਠਾਉਂਦੇ ਸਨ। ਜੇ ਦਿਨ ਵਿੱਚ ਕਿਤੇ ਦੀਰਘ ਕਿਰਿਆ ਭਾਵ ਟੋਇਲਟ ਕਰਨੀ ਪੈ ਜਾਵੇ ਤਾਂ ਇਸ਼ਨਾਨ ਕੀਤੇ ਤੋਂ ਬਿਨਾਂ ਮਹਾਰਾਜ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਸਨ ਜਾਂਦੇ। ਭਾਵੇਂ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਹੋਣ, ਉੱਥੇ ਵੀ ਪੋਥੀਆਂ ਤੋਂ ਆਪਣਾ ਨਿਤਨੇਮ ਜ਼ਰੂਰ ਕਰਦੇ ਸਨ। ਭਾਵੇਂ ਕਿਤਨੇ ਵੀ ਹੰਬੇ ਥੱਕੇ ਹੋਣ,
ਨਿਤਨੇਮ ਕਰਨਾ ਜ਼ਰੂਰੀ ਸਮਝਦੇ। ਨਿਤਨੇਮ ਬਾਰੇ ਕਿਹਾ ਕਰਦੇ ਕਿ ਭਾਵੇਂ 100 ਘੜੇ ਘਿਓ ਦੇ ਵੀ ਕਿਉਂ ਨਾ ਡੁੱਲ ਜਾਣ, ਭਾਵ ਕਿਤਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ, ਪਰ ਸਿੰਘ ਨੂੰ ਆਪਣਾ ਨਿਤਨੇਮ ਕਦੇ ਨਹੀਂ ਛੱਡਣਾ ਚਾਹੀਦਾ। ਗੁਰਧਾਮ ਯਾਤਰਾ। ਸੰਤ ਜੀ ਕਿਹਾ ਕਰਦੇ ਸੀ, ਗੁਰਧਾਮਾਂ ਦੀ ਯਾਤਰਾ ਕਰਨ ਨਾਲ ਸ਼ਰਧਾ ਵੱਧਦੀ ਹੈ। ਜਦੋਂ ਯਾਤਰੂ ਕੌੜਾ ਰੀਠਾ ਮਿੱਠਾ ਹੋਇਆ ਅਤੇ ਪੱਥਰ ਵਿੱਚ ਪੰਜਾ ਲੱਗਾ ਵੇਖਦਾ ਹੈ ਤਾਂ ਉਸ ਦੇ ਅੰਦਰ ਸ਼ਰਧਾ ਵੱਧਦੀ ਹੈ। ਸ਼ਰਧਾ ਵਧਣ ਨਾਲ ਪੁੰਨ ਵੱਧਦੇ ਹਨ, ਪੁੰਨ ਵਧਣ ਨਾਲ ਸੁੱਖ ਵੱਧਦੇ ਹਨ, ਤੇ ਸੁੱਖ ਨੂੰ ਤਾਂ ਸਾਰੀ ਹੀ ਦੁਨੀਆ ਲੱਭਦੀ ਫਿਰਦੀ ਹੈ। ਯਥਾ ਸੁਖ ਕਉ ਮੰਗੈ ਸਭ ਕੋ, ਦੁਖ ਨਾ ਮੰਗੈ ਕੋਇ। ਸੰਤ ਜੀ ਨੇ ਜਿਤਨੇ ਗੁਰਧਾਮਾਂ ਦੀ ਯਾਤਰਾ ਕੀਤੀ ਹੈ, ਉਤਨੀ ਯਾਤਰਾ ਸ਼ਾਇਦ ਹੀ ਕੋਈ ਹੋਰ ਕਰ ਸਕਿਆ ਹੋਵੇ। 5 ਤਖਤਾਂ ਦੀ ਯਾਤਰਾ ਤਾਂ ਪਤਾ ਹੀ ਨਹੀਂ ਕਿਤਨੇ ਕੋ ਵਾਰ ਕੀਤੀ ਹੋਵੇਗੀ। ਇੱਕ ਵਾਰ ਸੰਤ ਜੀ ਤੁਰ ਕੇ ਹੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਨੂੰ ਚੱਲ ਪਏ ਸੀ। ਆਪ ਜੀ ਦੇ ਨਾਲ ਬਾਬਾ ਮੇਹਰ ਸਿੰਘ ਜੀ ਪੰਜੋਖਰਾ ਸਾਹਿਬ, ਬਾਬਾ ਕਿਸ਼ਨ ਸਿੰਘ ਜੀ ਤੁਗਲ, ਸਰਦਾਰ ਦਲੀਪ ਸਿੰਘ ਜੀ ਸ਼ਾਹ ਮਹਿਤਾ ਚੌਂਕ ਆਦਿਕ ਸਿੰਘ ਵੀ ਸਨ। ਕਿਤੇ ਕਿਤੇ ਗੱਡੀ ਤੇ ਵੀ ਚੜ ਜਾਂਦੇ, ਨਹੀਂ ਤਾਂ ਤੁਰ ਕੇ ਹੀ ਚੱਲਦੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਫਿਰ ਤਖਤ ਸ੍ਰੀ ਪਟਨਾ ਸਾਹਿਬ ਨੂੰ ਚੱਲ ਪਏ। 8 ਪਹਿਰ ਦੀ ਭੁੱਖ ਤਾਂ ਕਈ ਵਾਰ ਕੱਟੀ। ਕਿਤੇ ਕਿਤੇ ਇਸ ਸਫ਼ਰ ਵਿੱਚ 16 ਪਹਿਰ ਦੀ ਵੀ ਭੁੱਖ ਕੱਟਣੀ ਪਈ। ਜਦ ਸੰਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ, ਉਦੋਂ 5 ਸਰੋਵਰਾਂ ਦਾ ਇਸ਼ਨਾਨ ਜ਼ਰੂਰ ਕਰਦੇ ਸਨ। ਗੁਰਦੁਆਰਾ ਕਿਸੇ ਵੀ ਜਗ੍ਹਾ ਹੋਵੇ, ਭਾਵੇਂ ਛੋਟੀ ਜਗ੍ਹਾ ਵਿੱਚ ਹੀ ਕਿਉਂ ਨਾ ਬਣਿਆ ਹੋਵੇ, ਉੱਥੇ ਅੱਗੇ ਜਾਣ ਤੋਂ ਪਹਿਲਾਂ ਜ਼ਰੂਰ ਨਮਸਕਾਰ ਕਰਦੇ। ਪੰਜਾਬ ਦੇ ਤਾਂ ਸਾਰੇ ਹੀ ਗੁਰਧਾਮਾਂ ਦੀ ਬਹੁਤ ਵਾਰ ਯਾਤਰਾ ਕੀਤੀ। ਹੋਰ ਜਿਵੇਂ ਕਸ਼ਮੀਰ, ਰੀਠਾ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ ਤੋਂ ਲੈ ਕੇ ਪਾਕਿਸਤਾਨ ਵਿਚਲੇ ਸਾਰੇ ਗੁਰਦੁਆਰੇ ਅਤੇ ਹਿੰਦੁਸਤਾਨ ਵਿਚਲੇ ਬਹੁਤ ਗੁਰਧਾਮਾਂ ਦੇ ਦਰਸ਼ਨ ਕੀਤੇ, ਜੋ ਗਿਣੇ ਨਹੀਂ ਜਾ ਸਕਦੇ। ਕਲਕੱਤਾ, ਬੰਬਈ ਆਦਿਕ ਸ਼ਹਿਰਾਂ ਵਿੱਚ ਤਾਂ ਕਥਾ ਪ੍ਰਚਾਰ ਲਈ ਹਰ ਸਾਲ ਹੀ ਜਾਂਦੇ ਸਨ। ਜਿਤਨਾ ਸੰਤ ਜੀ ਜ਼ਿੰਦਗੀ ਵਿੱਚ ਪੈਦਲ ਤੁਰੇ, ਕੋਈ ਵਿਰਲਾ ਹੀ ਇਤਨਾ ਤੁਰਿਆ ਹੋਵੇਗਾ। ਸੰਤ ਜੀ ਦਾ ਸਰੀਰ ਬਹੁਤ ਸਖਤ ਸੀ। ਸੰਤ ਜੀ ਦੀ ਪਿੰਜਣੀ ਵਿੱਚ ਕੋਈ ਉਂਗਲ ਨਹੀਂ ਸੀ ਖੋਭ ਸਕਦਾ। 20 ਤੋਂ 25 ਮੀਲ ਰਸਤਾ ਤਾਂ ਮੇਰੇ ਹੁੰਦਿਆਂ ਵੀ ਤੁਰਦੇ ਰਹੇ। ਸਿੰਘਾਂ ਤੋਂ ਬਾਣੀ ਸੁਣਦੇ, ਸੁਤੇ ਸਿੱਧ ਹੀ ਤੁਰੇ ਜਾਂਦੇ। ਚੌਂਕੜੀ ਮਾਰ ਕੇ ਬੈਠਣ ਦਾ ਵੀ ਇਤਨਾ ਅਭਿਆਸ ਸੀ ਕਿ ਘੰਟਿਆਂ ਬੱਧੀ ਬੈਠ ਕੇ ਵੀ ਲੱਤ ਨਹੀਂ ਹਿਲਾਉਂਦੇ ਸਨ। ਬਹੁਤ ਕਠਿਨ ਤਪੱਸਿਆ ਸੀ ਸੰਤ ਜੀ ਦੀ। ਨਾ ਤਾਂ ਸਿੰਘਾਂ ਨੂੰ ਵਿੱਦਿਆ ਪੜ੍ਹਾਉਂਦੇ ਥੱਕਦੇ ਸੀ, ਤੇ ਨਾ ਹੀ ਆਪਣੇ ਨਿਤਨੇਮ ਵਿੱਚ ਅਕੇਵਾਂ ਥਕੇਵਾਂ ਸੀ। ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਆਪ ਜੀ ਨੇ ਕੇਵਲ 40 ਦਿਨਾਂ ਵਿੱਚ ਹੀ ਸੰਤ ਸੁੰਦਰ ਸਿੰਘ ਜੀ ਨੂੰ ਸੁਣਾ ਕੇ ਬਖਸ਼ਿਸ਼ ਪ੍ਰਾਪਤ ਕੀਤੀ। 5 ਘੰਟੇ ਸਵੇਰੇ ਤੇ 3 ਘੰਟੇ ਸ਼ਾਮ ਨੂੰ ਕਥਾ ਕਰਦੇ ਸਨ। ਗੁਰੂ ਤੇ ਭਰੋਸਾ। ਇੱਕ ਅਗੰਮੀ ਬਜ਼ੁਰਗ ਨੇ 20,000 ਰੁਪਏ ਦੇਣੇ। ਇੱਕ ਵਾਰ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰ ਕਲਾਂ ਦੇ ਗੁਰਦੁਆਰੇ ਦੀ ਸਾਰੀ ਛੱਤ ਬਦਲ ਕੇ ਪੁਖਤਾ ਕੀਤੀ, ਭਾਵ ਪੱਕੀ ਕੀਤੀ। ਅੰਦਰੋਂ ਬਾਹਰੋਂ ਸੀਮਿੰਟ ਨਾਲ ਪਲਸਤਰ ਆਦਿ ਕਰਵਾਉਣ ਅਤੇ ਸਾਲਾਨਾ ਜੋੜ ਮੇਲੇ ਸਮੇਂ ਹੋਏ ਖਰਚਾਂ ਦਾ 20,000 ਰੁਪਏ ਉਧਾਰ ਚੜ੍ਹ ਗਿਆ। ਗਿਆਨੀ ਗੱਜਣ ਸਿੰਘ ਜੀ ਜੱਸੋਵਾਲ ਆਦਿ ਸਿੰਘ ਸੰਤਾਂ ਨੂੰ ਪ੍ਰੇਰ ਕੇ ਬੰਬਈ ਲੈ ਗਏ ਕਿ ਉੱਥੋਂ ਸੰਗਤਾਂ ਤੋਂ ਰੁਪਏ ਉਗਰਾਹ ਕੇ ਉਧਾਰ ਲਾਹ ਦਿਆਂਗੇ। ਪਰ ਸੰਤਾਂ ਨੇ ਕਿਸੇ ਸੱਜਣ ਨੂੰ ਵੀ ਮਾਇਆ ਦੇਣ ਬਾਰੇ ਨਹੀਂ ਕਿਹਾ। ਗਿਆਨੀ ਗੱਜਣ ਸਿੰਘ ਜੀ ਨੇ ਬੰਬਈ ਦੇ ਸਿੰਘਾਂ ਨੂੰ ਪ੍ਰੇਰ ਕੇ ਕੁਝ ਮਾਇਆ ਭੇਟਾ ਕਰਵਾਈ।
ਸ੍ਰੀ ਹਜੂਰ ਸਾਹਿਬ ਆ ਕੇ ਉਸ ਮਾਇਆ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦਿੱਤੇ ਤੇ ਪੱਕੇ ਭੰਡਾਰੇ ਕਰਕੇ ਸਾਰੀ ਮਾਇਆ ਖਰਚ ਕਰ ਦਿੱਤੀ। ਸਿੰਘ ਹੈਰਾਨ ਸਨ ਕਿ ਕੰਮ ਤਾਂ ਉੱਥੇ ਦਾ ਉੱਥੇ ਹੀ ਰਿਹਾ। ਫਿਰ ਸ੍ਰੀ ਹਜੂਰ ਸਾਹਿਬ ਤੋਂ ਕਲਕੱਤੇ ਚਲੇ ਗਏ। ਉੱਥੇ ਵੀ ਕਿਸੇ ਨਾਲ ਗੱਲ ਨਾ ਕੀਤੀ ਕਿ ਅਸੀਂ ਮਾਇਆ ਦੀ ਉਗਰਾਹੀ ਲਈ ਆਏ ਹਾਂ। ਜਦ ਮੁੜਦੇ ਰਾਗੀ ਹਰਨਾਮ ਸਿੰਘ ਲਾਇਲਪੁਰ ਵਾਲੇ ਦੇ ਘਰ ਕਾਨਪੁਰ ਆਏ ਤਾਂ ਸੰਤ ਜੀ ਸਿੰਘਾਂ ਨਾਲ ਹੱਸ ਰਹੇ ਸਨ ਕਿ ਕਿਸੇ ਜੋਤਸ਼ੀ ਨੂੰ ਹੀ ਪੁੱਛੋ ਕਿ ਸਾਨੂੰ ਮਾਇਆ ਮਿਲੇਗੀ ਵੀ ਕਿ ਨਹੀਂ। 2 ਘੰਟੇ ਬਾਅਦ ਇੱਕ ਬਜ਼ੁਰਗ ਸੱਜਣ ਆਇਆ। ਚਿੱਟਾ ਸਫੈਦ ਦਾਹੜਾ, ਚਿੱਟੇ ਬਸਤਰ, ਚਿਹਰਾ ਨੂਰਾਨੀ, ਜ਼ਬਾਨ 'ਚ ਮਿਠਾਸ, ਦਰਸ਼ਨ ਕਰਨ ਨਾਲ ਮਨ ਸ਼ਾਂਤ ਹੋਵੇ। ਸੰਤਾਂ ਦੀ ਉਸ ਨਾਲ ਨਾ ਜਾਣ ਨਾ ਪਛਾਣ ਆਉਂਦਿਆਂ ਹੀ ਫਤਿਹ ਬੁਲਾ ਕੇ ਇੱਕ ਝੋਲੇ 'ਚੋਂ 100 ਰੁਪਏ ਦੇ ਨੋਟਾਂ ਦੀਆਂ ਥਹੀਆਂ ਕੱਢ ਕੇ ਸੰਤਾਂ ਦੇ ਮੰਜੇ ਦੇ ਸਿਰਹਾਣੇ ਉੱਪਰ ਰੱਖੀ ਗਿਆ ਤੇ ਪੁੱਛਣ ਤੋਂ ਉਸ ਨੇ ਆਪਣਾ ਕੋਈ ਨਾਂ ਥਾਂ ਨਹੀਂ ਦੱਸਿਆ ਤੇ ਇਹ ਕਿਹਾ ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਇਹ ਰੁਪਏ ਕਿਸ ਨੇ ਦਿੱਤੇ ਹਨ। ਜਿੱਥੇ ਲੋੜ ਹੋਵੇ ਵਰਤ ਲੈਣੇ। ਉਹ ਗੁਰਮੁਖ ਫਤਿਹ ਬੁਲਾ ਕੇ ਚਲਾ ਗਿਆ। ਸੰਤਾਂ ਨੇ ਸਿੰਘਾਂ ਨੂੰ ਕਿਹਾ, ਇਹਨਾਂ ਨੂੰ ਜਲ ਪਾਣੀ ਛਕਾਓ। ਜਦ ਸਿੰਘ ਜਲ ਪਾਣੀ ਛਕਾਉਣ ਲਈ ਬਾਹਰ ਨਿਕਲੇ ਤਾਂ ਉਹ ਸੱਜਣ ਥੋੜੇ ਕਦਮਾਂ ਤੇ ਜਾ ਕੇ ਅਲੋਪ ਹੋ ਗਿਆ। ਸਿੰਘ ਹੈਰਾਨ ਹੋ ਕੇ ਪੁੱਛਣ ਲੱਗੇ, ਜੀ ਇਹ ਬਜ਼ੁਰਗ ਕੌਣ ਸਨ? ਤਾਂ ਸੰਤਾਂ ਨੇ ਕਿਹਾ, ਕੀ ਜਾਣੀਏ ਕੌਣ ਸਨ? ਗੁਰੂ ਸਾਹਿਬ ਜੀ ਨੇ ਹੀ ਇਹਨਾਂ ਨੂੰ ਭੇਜਿਆ ਹੋਵੇਗਾ। ਅਜਿਹੇ ਵਾਕਿਆ ਕਈ ਵਾਰ ਹੋਏ ਹਨ। ਆਪ ਕਿਹਾ ਕਰਦੇ ਸਨ ਕਿ ਇਹ ਉਧਾਰ ਤਾਂ ਚੜ੍ਹਦਾ ਤੇ ਲਹਿੰਦਾ ਹੀ ਰਹਿੰਦਾ ਹੈ, ਆਪਾਂ ਨੂੰ ਫੁਰਨਾ ਕਰਨ ਦੀ ਲੋੜ ਨਹੀਂ। ਉਹ ਆਪ ਹੀ ਸਾਰਿਆਂ ਦੇ ਅੰਦਰ ਦੀਆਂ ਬਾਤਾਂ ਨੂੰ ਜਾਣਦਾ ਹੈ। ਬਾਬਾ ਦਇਆ ਸਿੰਘ ਨੂੰ ਸੰਤਾਂ ਨੇ ਆਪਣਾ ਭਰੋਸਾ ਦੱਸਣਾ। 2 ਸਿਮਰਨ ਅਭਿਆਸੀ, ਇੱਕ ਬਾਬਾ ਦਇਆ ਸਿੰਘ ਜੀ ਬੋਪਾ ਰਾਏ ਅਤੇ ਇੱਕ ਹੋਰ ਸੱਜਣ ਜਿਸ ਨੂੰ ਮੈਂ ਜਾਣਦਾ ਨਹੀਂ ਸੀ, ਮਹਾਂਪੁਰਖਾਂ ਨੂੰ ਇਕਾਂਤ ਜਗ੍ਹਾ ਮਿਲੇ। ਵਾਰਤਾਲਾਪ ਵਿੱਚ ਸਿਮਰਨ ਅਭਿਆਸ ਸੰਬੰਧੀ ਉੱਚੀਆਂ ਆਤਮਿਕ ਮੰਡਲਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਦੋਹਾਂ ਗੁਰਮੁਖਾਂ ਨੇ ਫਿਰ ਆਪੋ ਆਪਣੀ ਆਤਮਿਕ ਅਵਸਥਾ ਬਾਰੇ ਦੱਸਿਆ। ਇੱਕ ਨੇ ਕਿਹਾ ਕਿ ਮੈਂ ਕਿਸੇ ਪਦਾਰਥ ਪ੍ਰਾਪਤੀ ਦੀ ਇੱਛਾ ਕਰਾਂ ਤਾਂ ਉਹ 1 ਜਾਂ 2 ਦਿਨਾਂ ਵਿੱਚ ਪ੍ਰਾਪਤ ਹੋ ਜਾਂਦਾ ਹੈ। ਦੂਜੇ ਨੇ ਕਿਹਾ ਕਿ ਮੇਰਾ ਫੁਰਨਾ 8 ਪਹਿਰਾਂ ਦੇ ਅੰਦਰ ਅੰਦਰ ਪੂਰਾ ਹੋ ਜਾਂਦਾ ਹੈ। ਫਿਰ ਦੋਹਾਂ ਨੇ ਸੰਤ ਜੀ ਪਾਸੋਂ ਉਹਨਾਂ ਦੇ ਫੁਰਨੇ ਬਾਰੇ ਪੁੱਛਿਆ ਤਾਂ ਸੰਤਾਂ ਨੇ ਕਿਹਾ, ਪਹਿਲੀ ਗੱਲ ਤਾਂ ਇਹ ਕਿ ਮੈਂ ਕਿਸੇ ਪਦਾਰਥ ਦੀ ਪ੍ਰਾਪਤੀ ਲਈ ਫੁਰਨਾ ਕਰਦਾ ਹੀ ਨਹੀਂ, ਪਰ ਜੇ ਕਦੀ ਆਪਣੇ ਆਪ ਕੋਈ ਫੁਰਨਾ ਹੋ ਜਾਵੇ ਤਾਂ ਉਸ ਫੁਰਨੇ ਤੋਂ ਬਾਅਦ ਜਦ ਪਤਾ ਕਰੀਦਾ ਹੈ ਤਾਂ ਉਹ ਪਦਾਰਥ ਜਿਸ ਦੀ ਪ੍ਰਾਪਤੀ ਦੀ ਇੱਛਾ ਕੀਤੀ ਸੀ, ਉਹ ਪਦਾਰਥ ਇੱਛਾ ਕਰਨ ਤੋਂ ਪਹਿਲਾਂ ਹੀ ਪਹੁੰਚ ਗਿਆ ਹੁੰਦਾ ਹੈ। ਇਸ ਲਈ ਮੈਨੂੰ ਕਦੇ ਫੁਰਨਾ ਕਰਨ ਦੀ ਲੋੜ ਹੀ ਨਹੀਂ ਰਹੀ। ਸੰਤਾਂ ਦੀਆਂ ਆਤਮਿਕ ਸ਼ਕਤੀਆਂ। ਸ੍ਰੀ ਨਨਕਾਣਾ ਸਾਹਿਬ ਤੋਂ ਆ ਕੇ ਸੁਧਾਰ ਚੱਕ ਪ੍ਰਸ਼ਾਦਾ ਛਕਣਾ। ਦਾਸ ਨੂੰ ਭਾਈ ਰਤਨ ਸਿੰਘ ਭਰਾਤਾ ਭਾਈ ਹਰੀ ਸਿੰਘ ਜੀ ਪਨਿਆਲੀ ਅਮਰੀਕਾ ਵਾਲਿਆਂ ਨੇ ਬਚਨ ਸੁਣਾਇਆ ਕਿ ਭਾਈ ਗੁਰਮੁਖ ਸਿੰਘ ਜੀ ਅਤੇ ਉਹਨਾਂ ਦੀ ਧਰਮ ਪਤਨੀ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਵਾਲਿਆਂ ਦਾ ਮਹਾਂਪੁਰਖਾਂ ਨਾਲ ਬਹੁਤ ਹੀ ਪ੍ਰੇਮ ਸੀ। ਇੱਕ ਦਿਨ ਭਾਈ ਗੁਰਮੁਖ ਸਿੰਘ ਜੀ ਦੀ ਧਰਮ ਪਤਨੀ ਫੁਲਕੇ ਭਾਵ ਪ੍ਰਸ਼ਾਦੇ ਪਕਾ ਰਹੀ ਸੀ। ਫੁਲਕੇ ਬਹੁਤ ਸੁੰਦਰ ਪੱਕ ਰਹੇ ਸਨ ਤਾਂ ਬੀਬੀ ਜੀ ਕਹਿਣ ਲੱਗੇ ਕਿ ਬੇਬੇ ਨਾਨਕੀ ਜੀ ਨੇ ਪ੍ਰਸ਼ਾਦਾ ਪਕਾਉਂਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਸੀ ਤਾਂ ਸਤਿਗੁਰੂ ਜੀ ਨੇ ਝੱਟ ਹੀ ਦਰਸ਼ਨ ਦਿੱਤੇ ਸਨ ਤੇ ਪ੍ਰਸ਼ਾਦਾ ਛਕ ਕੇ
ਬੇਬੇ ਨਾਨਕੀ ਜੀ ਦੀ ਭਾਵਨਾ ਪੂਰੀ ਕੀਤੀ ਸੀ। ਇਸੇ ਤਰ੍ਹਾਂ ਮੇਰੀ ਭਾਵਨਾ ਹੈ ਕਿ ਮਹਾਂਪੁਰਖ ਅੱਜ ਪ੍ਰਸ਼ਾਦਾ ਇੱਥੇ ਆ ਕੇ ਛਕਣ। ਭਾਈ ਗੁਰਮੁਖ ਸਿੰਘ ਜੀ ਕਹਿਣ ਲੱਗੇ ਕਿ ਬੇਬੇ ਨਾਨਕੀ ਜੀ ਸਤਿਗੁਰਾਂ ਨੂੰ ਆਪਣੇ ਭਰਾਤਾ ਨਹੀਂ ਸਗੋਂ ਪਰਮੇਸ਼ਰ ਰੂਪ ਸਮਝਦੇ ਸਨ। ਤਾਂ ਸਤਿਗੁਰੂ ਜੀ ਨੇ ਭਾਵਨਾ ਪੂਰੀ ਕੀਤੀ ਸੀ। ਬੀਬੀ ਜੀ ਕਹਿਣ ਲੱਗੇ ਕਿ ਭਾਵਨਾ ਤਾਂ ਮੇਰੇ ਅੰਦਰ ਵੀ ਅਜਿਹੀ ਹੈ ਕਿ ਮਹਾਂਪੁਰਖ ਬ੍ਰਹਮ ਗਿਆਨੀ ਹਨ। ਭਾਈ ਗੁਰਮੁਖ ਸਿੰਘ ਜੀ ਕਹਿਣ ਲੱਗੇ, ਜੇ ਤੇਰੀ ਭਾਵਨਾ ਅਜਿਹੀ ਹੋਈ ਤਾਂ ਮਹਾਂਪੁਰਖਾਂ ਨੂੰ ਕੋਈ ਦੂਰੀ ਨਹੀਂ। ਤੇਰੀ ਸੱਚੀ ਭਾਵਨਾ ਦਾ ਸਦਕਾ ਉਹ ਆ ਕੇ ਜ਼ਰੂਰ ਪ੍ਰਸ਼ਾਦਾ ਛਕਣਗੇ। ਛੇਤੀ ਹੀ ਘਰ ਦਾ ਬਾਹਰਲਾ ਦਰਵਾਜ਼ਾ ਖੜਕਿਆ। ਭਾਈ ਗੁਰਮੁਖ ਸਿੰਘ ਜੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਮਹਾਂਪੁਰਖ ਇੱਕ ਸਿੰਘ ਸਮੇਤ ਖੜੇ ਸਨ। ਭਾਈ ਸਾਹਿਬ ਜੀ ਨੇ ਸਤਿਕਾਰ ਨਾਲ ਅੰਦਰ ਲਿਆਂਦਾ ਤਾਂ ਸੰਤ ਕਹਿਣ ਲੱਗੇ, ਭਾਈ ਭੁੱਖ ਲੱਗੀ ਹੈ, ਪਹਿਲਾਂ ਪ੍ਰਸ਼ਾਦਾ ਛਕਾਓ। ਭਾਈ ਸਾਹਿਬ ਜੀ ਨੇ ਸਤਿਕਾਰ ਨਾਲ ਹੱਥ ਧੁਆਏ, ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਆਰਾਮ ਕਰ ਲਵੋ। ਸੰਤ ਜੀ ਕਹਿਣ ਲੱਗੇ, ਭਾਈ ਅਸੀਂ ਬਹੁਤ ਦੂਰ ਜਾਣਾ ਹੈ, ਸਾਨੂੰ ਛੇਤੀ ਹੈ। ਭਾਈ ਗੁਰਮੁਖ ਸਿੰਘ ਜੀ ਵਿਦਾ ਕਰਨ ਲਈ ਗਏ। ਜਦੋਂ ਸੰਤ ਜੀ ਕੁਝ ਦੂਰੀ ਤੇ ਪਹੁੰਚੇ ਤਾਂ ਭਾਈ ਸਾਹਿਬ ਜੀ ਨੂੰ ਵਾਪਸ ਘਰ ਜਾਣ ਲਈ ਕਿਹਾ। ਭਾਈ ਸਾਹਿਬ ਜੀ ਘਰ ਨੂੰ ਮੁੜ ਪਏ। ਕੁਝ ਕਦਮ ਜਾ ਕੇ ਵਾਪਸ ਪਰਤ ਕੇ ਵੇਖਿਆ ਤਾਂ ਸੰਤ ਜੀ ਨਾਲ ਦੇ ਸੇਵਾਦਾਰ ਸਿੰਘ ਸਮੇਤ ਅਲੋਪ ਹੋ ਗਏ। ਭਾਈ ਸਾਹਿਬ ਜੀ ਬਹੁਤ ਹੈਰਾਨ ਹੋਏ। ਸਮਾਂ ਪਾ ਕੇ ਜਦੋਂ ਸੰਤ ਜਥੇ ਸਮੇਤ ਲੁਧਿਆਣੇ ਦੇ ਇਲਾਕੇ ਵਿੱਚ ਆਏ ਤਾਂ ਭਾਈ ਗੁਰਮੁਖ ਸਿੰਘ ਜੀ ਨੇ ਉਸ ਸਾਥੀ ਸਿੰਘ ਨੂੰ ਪੁੱਛਿਆ, ਭਾਈ ਸਾਹਿਬ ਜੀ ਸੱਚ ਦੱਸੋ ਕਿ ਉਸ ਦਿਨ ਸੰਤ ਜੀ ਅਤੇ ਆਪ ਜੀ ਕਿੱਥੋਂ ਆਏ ਸੀ ਤੇ ਕਿੱਥੇ ਗਏ ਸੀ? ਤਾਂ ਉਸ ਸਿੰਘ ਨੇ ਦੱਸਿਆ ਕਿ ਮਹਾਂਪੁਰਖ ਜਥੇ ਸਮੇਤ ਸ੍ਰੀ ਨਨਕਾਣਾ ਸਾਹਿਬ ਗਏ ਹੋਏ ਸਨ। ਮੈਨੂੰ ਨਾਲ ਲੈ ਕੇ ਸੰਤ ਸੈਰ ਕਰਨ ਲਈ ਬਾਹਰ ਗਏ ਸਨ। ਦਾਸ ਬਾਣੀ ਸੁਣਾ ਰਿਹਾ ਸੀ ਤਾਂ ਦਾਸ ਨੂੰ ਕਹਿਣ ਲੱਗੇ, ਭਾਈ ਨੇਤਰ ਬੰਦ ਕਰੋ। ਜਦੋਂ ਮੈਂ ਨੇਤਰ ਬੰਦ ਕੀਤੇ ਤਾਂ ਥੋੜੇ ਸਮੇਂ ਬਾਅਦ ਕਹਿਣ ਲੱਗੇ, ਭਾਈ ਨੇਤਰ ਖੋਲੋ। ਜਦੋਂ ਮੈਂ ਨੇਤਰ ਖੋਲੇ ਤਾਂ ਤੁਹਾਡੇ ਦਰਵਾਜ਼ੇ ਅੱਗੇ ਖੜੇ ਸੀ। ਫਿਰ ਇਸੇ ਤਰ੍ਹਾਂ ਜਦੋਂ ਤੁਸੀਂ ਸਾਨੂੰ ਵਿਦਾ ਕਰਕੇ ਮੁੜੇ ਸੀ ਤਾਂ ਫਿਰ ਮੈਨੂੰ ਨੇਤਰ ਬੰਦ ਕਰਨ ਲਈ ਕਿਹਾ ਤੇ ਪਲ ਕੁ ਬਾਅਦ ਹੀ ਨੇਤਰ ਖੋਲਣ ਲਈ ਕਿਹਾ। ਜਦੋਂ ਨੇਤਰ ਖੋਲੇ ਤਾਂ ਕੀ ਵੇਖਿਆ ਕਿ ਜਿਸ ਥਾਂ ਤੋਂ ਆਏ ਸੀ ਉਸੇ ਹੀ ਥਾਂ ਤੇ ਪਹੁੰਚ ਗਏ ਹਾਂ। ਵੈਦ ਮੁਕੰਦ ਸਿੰਘ ਪਾਸ ਢੁੱਡੀ ਕੇ ਪਹੁੰਚਣਾ। ਦਾਸ ਨੂੰ ਗਿਆਨੀ ਮਹਿੰਦਰ ਸਿੰਘ ਪਨਿਆਲੀ ਵਾਲੇ ਅੱਜ ਕੱਲ੍ਹ ਸਰੀ ਕੈਨੇਡਾ ਨਿਵਾਸੀ ਸਾਬਕਾ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਨੇ ਮਹਾਂਪੁਰਖਾਂ ਦੀ ਜਥੇ ਦੇ ਸਿੰਘਾਂ ਸਮੇਤ ਇੱਕ ਫੋਟੋ ਵਿਖਾਈ, ਜਿਸ ਵਿੱਚ ਭਾਈ ਮੁਕੰਦ ਸਿੰਘ ਜੀ ਵੈਦ ਢੁੱਡੀ ਕੇ ਵਾਲੇ ਵੀ ਸਨ। ਗਿਆਨੀ ਜੀ ਨੇ ਬਚਨ ਸੁਣਾਇਆ ਕਿ ਭਾਈ ਮੁਕੰਦ ਸਿੰਘ ਜੀ ਬਹੁਤ ਉੱਚੇ ਜੀਵਨ ਵਾਲੇ ਸਿੰਘ ਸਨ। ਗੁਰਬਾਣੀ ਦਾ ਪਾਠ ਕਰਨ ਵਿੱਚ ਹੀ ਲੱਗੇ ਰਹਿੰਦੇ ਸਨ। ਇੱਕ ਦਿਨ ਮਹਾਂਪੁਰਖਾਂ ਭਾਈ ਸਾਹਿਬ ਨੂੰ ਪੁੱਛਿਆ ਕਿ ਭਾਈ ਮੁਕੰਦ ਸਿੰਘ ਜੀ ਕੋਈ ਇੱਛਾ ਹੈ ਤਾਂ ਦੱਸੋ। ਤਾਂ ਭਾਈ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਹੋਰ ਤਾਂ ਕੋਈ ਇੱਛਾ ਨਹੀਂ ਹੈ, ਇੱਕ ਇੱਛਾ ਹੈ ਕਿ ਦਾਸ ਦੇ ਅੰਤ ਸਮੇਂ ਆਪ ਜੀ ਦੇ ਦਰਸ਼ਨ ਹੋਣ। ਸੰਤ ਜੀ ਮੁਸਕਰਾ ਕੇ ਕਹਿਣ ਲੱਗੇ, ਅੱਛਾ ਭਾਈ ਮੁਕੰਦ ਸਿੰਘ ਜੀ, ਸਤ ਬਚਨ। ਸਮਾਂ ਪਾ ਕੇ ਜਦੋਂ ਭਾਈ ਸਾਹਿਬ ਜੀ ਦਾ ਅੰਤ ਸਮਾਂ ਆਇਆ ਤਾਂ ਭਾਈ ਸਾਹਿਬ ਜੀ ਬਿਰਧ ਅਵਸਥਾ ਵਿੱਚ
ਆਪਣੇ ਘਰ ਵਿੱਚ ਹੀ ਸਨ। ਮਹਾਂਪੁਰਖ ਜਥੇ ਸਮੇਤ ਠੁੱਲੀਵਾਲ ਪਿੰਡ ਵਿੱਚ ਸਨ। ਤਾਂ ਅਚਨਚੇਤ ਹੀ ਆਪਣੇ ਗੜਵਈ ਭਾਈ ਕਰਮ ਸਿੰਘ ਜੀ ਨੂੰ ਕਹਿਣ ਲੱਗੇ ਕਿ ਕਾਰ ਮੰਗਵਾਓ। ਕਿਰਾਏ ਤੇ ਕਾਰ ਮੰਗਵਾਈ ਗਈ। ਸੰਤ ਜੀ ਭਾਈ ਕਰਮ ਸਿੰਘ ਜੀ ਸਮੇਤ ਕਾਰ ਵਿੱਚ ਬੈਠ ਕੇ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਇਸ ਪਾਸੇ ਨੂੰ ਜਾਣਾ ਹੈ। ਇਸ ਤਰ੍ਹਾਂ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਡਰਾਈਵਰ ਗੱਡੀ ਚਲਾਈ ਜਾ ਰਿਹਾ ਸੀ। ਢੁੱਡੀ ਕੇ ਪਹੁੰਚ ਕੇ ਸੰਤ ਜੀ ਕਹਿਣ ਲੱਗੇ ਕਿ ਇਸ ਪਾਸੇ ਭਾਈ ਮੁਕੰਦ ਸਿੰਘ ਜੀ ਦੇ ਘਰ ਜਾਣਾ ਹੈ। ਘਰ ਪਹੁੰਚ ਕੇ ਸੰਤ ਜੀ ਭਾਈ ਮੁਕੰਦ ਸਿੰਘ ਜੀ ਦੇ ਮੰਜੇ ਦੇ ਕੋਲ ਜਾ ਖੜੇ ਹੋਏ। ਉਸ ਸਮੇਂ ਭਾਈ ਮੁਕੰਦ ਸਿੰਘ ਜੀ ਦੇ ਨੇਤਰ ਬੰਦ ਸਨ। ਉਹ ਵਾਹਿਗੁਰੂ ਮੰਤਰ ਦਾ ਜਾਪ ਕਰ ਰਹੇ ਸਨ। ਮਹਾਂਪੁਰਖਾਂ ਨੇ ਗੁਰੂ ਫਤਿਹ ਬੁਲਾਈ ਤਾਂ ਭਾਈ ਸਾਹਿਬ ਜੀ ਨੇ ਨੇਤਰ ਖੋਲ ਕੇ ਫਤਿਹ ਬੁਲਾ ਕੇ ਦਰਸ਼ਨ ਕੀਤੇ। ਸੰਤ ਕਹਿਣ ਲੱਗੇ, ਭਾਈ ਮੁਕੰਦ ਸਿੰਘ ਜੀ, ਅਸੀਂ ਆਪਣਾ ਬਚਨ ਪੂਰਾ ਕਰ ਦਿੱਤਾ ਹੈ। ਭਾਈ ਮੁਕੰਦ ਸਿੰਘ ਜੀ ਨੇ ਸਿਰ ਹਿਲਾ ਕੇ ਧੰਨਵਾਦ ਕੀਤਾ ਤੇ ਉਸੇ ਵਕਤ ਹੀ ਭਾਈ ਸਾਹਿਬ ਜੀ ਦਾ ਸਰੀਰ ਸ਼ਾਂਤ ਹੋ ਗਿਆ। ਐਸੇ ਸੂਰਬੀਰ ਬਚਨ ਕੇ ਬਲੀ ਮਹਾਂਪੁਰਖ ਸਨ। ਸਿਮਰਨ ਰੁਕਣ ਦੇ ਕਾਰਨ ਦੱਸਣੇ। ਇੱਕ ਨਾਮ ਅਭਿਆਸੀ ਸੱਜਣ, ਜਿਸ ਦਾ ਮੈਂ ਨਾਮ ਭੁੱਲ ਗਿਆ ਹਾਂ, ਨੇ ਮੇਰੇ ਕੋਲ ਆ ਕੇ ਪ੍ਰਸ਼ਨ ਕੀਤਾ ਕਿ ਗਿਆਨੀ ਜੀ, ਮੈਂ ਕਈ ਸਾਲਾਂ ਤੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹਾਂ, ਅੰਮ੍ਰਿਤਧਾਰੀ ਹਾਂ। ਮੇਰਾ ਸਿਮਰਨ ਇੰਨਾ ਪੱਕਾ ਹੈ ਕਿ ਚੱਲਦੇ ਫਿਰਦੇ, ਰੋਟੀ ਖਾਂਦੇ, ਗੱਲਾਂ ਕਰਦੇ ਵੀ ਵਿਸਰਦਾ ਨਹੀਂ ਸੀ। ਪਰ ਕੁਝ ਸਮੇਂ ਤੋਂ ਮੇਰਾ ਉਹ ਸਿਮਰਨ ਰੁਕ ਗਿਆ ਹੈ। ਮੈਂ ਸਿਮਰਨ ਕਰਨ ਲਈ ਪਹਿਲੇ ਨਾਲੋਂ ਵੱਧ ਸਮਾਂ ਦਿੰਦਾ ਹਾਂ, ਪਰ ਫਿਰ ਵੀ ਪਹਿਲੇ ਵਾਂਗ ਸਿਮਰਨ ਚਾਲੂ ਨਹੀਂ ਹੁੰਦਾ। ਕੋਈ ਉਪਾਅ ਦੱਸੋ। ਮੈਂ ਕਿਹਾ ਕਿ ਇਸ ਪ੍ਰਸ਼ਨ ਦਾ ਉੱਤਰ ਮੈਂ ਤਾਂ ਨਹੀਂ ਦੇ ਸਕਦਾ। ਅਗਲੇ ਹਫ਼ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਪਿੰਡ ਰੌਲੀ ਸਰਦਾਰ ਹਰਜੰਤ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਕਰਨ ਲਈ ਕੁਝ ਸਿੰਘਾਂ ਸਮੇਤ ਆ ਰਹੇ ਹਨ। ਮੈਂ ਤੈਨੂੰ ਉਹਨਾਂ ਨਾਲ ਮਿਲਾ ਦਿਆਂਗਾ। ਇਸ ਪ੍ਰਸ਼ਨ ਦਾ ਸਹੀ ਹੱਲ ਉਹੀ ਦੱਸ ਸਕਣਗੇ। ਉਹ ਸਿੰਘ ਨਿਯਤ ਸਮੇਂ ਤੇ ਮੇਰੇ ਪਾਸ ਪੁੱਜ ਗਿਆ। ਮੈਂ ਉਸ ਨੂੰ ਨਾਲ ਲੈ ਕੇ ਸੰਤਾਂ ਪਾਸ ਰੌਲੀ ਪਿੰਡ ਅੱਪੜ ਗਿਆ। ਇਕਾਂਤ ਸਮੇਂ ਵਿੱਚ ਉਸ ਸਿੰਘ ਦਾ ਪ੍ਰਸ਼ਨ ਆਪ ਜੀ ਪਾਸ ਰੱਖਿਆ ਤਾਂ ਸੰਤ ਜੀ ਨੇ ਉਸ ਸਿੰਘ ਨੂੰ ਮੁਖਾਤਬ ਕਰਕੇ ਕਿਹਾ ਕਿ ਚੱਲਦਾ ਸਿਮਰਨ ਰੁਕਣ ਦੇ 4 ਵੱਡੇ ਕਾਰਨ ਹਨ। ਪਹਿਲਾ ਇਹ ਕਿ ਅਭਿਆਸੀ ਨੂੰ ਸਿਮਰਨ ਦਾ ਹੰਕਾਰ ਹੋ ਜਾਣਾ, ਜਿਵੇਂ ਕਿ ਹਜ਼ੂਰ ਦਾ ਮਹਾਵਾਕ ਹੈ, ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕ ਠਾਏ। ਹੰਕਾਰੀ ਹਿਰਦੇ ਵਿੱਚ ਨਾਮ ਨਹੀਂ ਵਸਦਾ ਤੇ ਨਾਮ ਸਿਮਰਨ ਵਾਲੇ ਹਿਰਦੇ ਵਿੱਚ ਹਉਮੈ ਨਹੀਂ ਠਹਿਰਦੀ। ਉਸ ਸਿੰਘ ਨੇ ਕਿਹਾ, ਜੀ ਮੇਰੇ ਅੰਦਰ ਕੋਈ ਹੰਕਾਰ ਨਹੀਂ। ਦੂਜਾ ਕਾਰਨ ਆਪ ਜੀ ਨੇ ਦੱਸਿਆ ਕਿ ਨਾਮ ਅਭਿਆਸੀ ਸੱਜਣ ਆਲਸੀ ਹੋ ਜਾਵੇ, ਸਿਮਰਨ ਦਾ ਸਮਾਂ ਘਟਦਾ ਘਟਦਾ ਬਹੁਤ ਹੀ ਘਟ ਜਾਵੇ, ਫਿਰ ਵੀ ਸਿਮਰਨ ਰੁਕ ਜਾਂਦਾ ਹੈ। ਤਾਂ ਉਸ ਸਿੰਘ ਨੇ ਕਿਹਾ, ਜੀ ਇਹ ਕਾਰਨ ਵੀ ਨਹੀਂ, ਮੈਂ ਉਦਮ ਨਾਲ ਪਹਿਲਾਂ ਨਾਲੋਂ ਵੱਧ ਸਮਾਂ ਸਿਮਰਨ ਕਰਦਾ ਹਾਂ। ਤੀਜਾ ਕਾਰਨ ਦੱਸਦਿਆਂ ਆਪ ਨੇ ਫਰਮਾਇਆ ਕਿ ਅਭਿਆਸੀ ਪੁਰਸ਼ ਵਿਕਾਰੀ ਹੋ ਜਾਵੇ, ਵਿਸ਼ੇ ਵਿਕਾਰਾਂ ਵਿੱਚ ਹੱਦੋਂ ਵੱਧ ਪ੍ਰਵਿਰਤ ਹੋ ਜਾਵੇ, ਤਦ ਵੀ ਸਿਮਰਨ ਰੁਕ ਜਾਂਦਾ ਹੈ। ਉਸ ਸੱਜਣ ਨੇ ਇਸ ਪੱਖੋਂ ਵੀ ਨਾਹ ਵਿੱਚ ਹੀ ਉੱਤਰ ਦਿੱਤਾ। ਤਾਂ ਫਿਰ ਸੰਤਾਂ ਨੇ ਕਿਹਾ ਕਿ ਚੌਥਾ ਕਾਰਨ ਇਹ ਹੋ ਸਕਦਾ ਹੈ
ਕਿ ਜਿਸ ਗੁਰਮੁਖ ਮਹਾਪੁਰਖ ਦੀ ਪ੍ਰੇਰਣਾ ਜਾਂ ਸੰਗਤ ਦੁਆਰਾ ਸਿਮਰਨ ਵਿੱਚ ਜੁੜਿਆ ਹੋਵੇ, ਜੇ ਕਦੇ ਉਹਨਾਂ ਦੀ ਨਾਰਾਜ਼ਗੀ ਹੋ ਜਾਵੇ ਤਦ ਵੀ ਸਿਮਰਨ ਵਿੱਚ ਰੁਕਾਵਟ ਖੜੀ ਹੋ ਜਾਂਦੀ ਹੈ। ਉਸ ਨਾਮ ਅਭਿਆਸੀ ਸੱਜਣ ਨੇ ਕਿਹਾ, ਜੀ ਇਹ ਕਾਰਨ ਤਾਂ ਹੈ, ਉਹ ਗੁਰਮੁਖ ਮਹਾਪੁਰਖ ਮੇਰੇ ਨਾਲ ਨਾਰਾਜ਼ ਹਨ। ਸੰਤਾਂ ਨੇ ਕਿਹਾ, ਫਿਰ ਜਾ ਉਹਨਾਂ ਦੀ ਪ੍ਰਸੰਨਤਾ ਪ੍ਰਾਪਤ ਕਰ। ਸੰਤ ਜੀ ਦਾ ਬਚਨ ਮੰਨ ਕੇ ਉਹ ਸੱਜਣ ਵਾਪਸ ਉਹਨਾਂ ਗੁਰਮੁਖਾਂ ਪਾਸ ਗਿਆ। ਭੁੱਲ ਦੀ ਖਿਮਾ ਮੰਗੀ, ਆਜਜੀ ਤੇ ਅਧੀਨਗੀ ਨਾਲ ਬੇਨਤੀਆਂ ਕੀਤੀਆਂ ਤੇ ਨਿਰਹੰਕਾਰ ਹੋ ਕੇ ਰਾਤ ਦਿਨ ਉਹਨਾਂ ਦੀ ਸੇਵਾ ਵਿੱਚ ਲੱਗਾ ਰਿਹਾ। ਇਸ ਤਰ੍ਹਾਂ ਕਰਦਿਆਂ ਜਦ ਉਹਨਾਂ ਦੀ ਨਾਰਾਜ਼ਗੀ ਹਟ ਕੇ ਪੂਰਨ ਪ੍ਰਸੰਨਤਾ ਹੋ ਗਈ ਤਾਂ ਉਸ ਅਭਿਆਸੀ ਸੱਜਣ ਦਾ ਫਿਰ ਸਿਮਰਨ ਚਾਲੂ ਹੋ ਗਿਆ। ਉਹ ਫਿਰ ਮੈਨੂੰ ਨਾਲ ਲੈ ਕੇ ਸੰਤ ਜੀ ਦਾ ਧੰਨਵਾਦ ਕਰਨ ਲਈ ਆਪ ਪਾਸ ਪੁੱਜਾ ਤਾਂ ਸੰਤ ਜੀ ਨੇ ਕਿਹਾ ਕਿ ਧੰਨਵਾਦ ਤਾਂ ਗੁਰੂ ਦਾ ਕਰੋ। ਅੰਮ੍ਰਿਤਧਾਰੀ ਸਿੰਘਾਂ ਨੂੰ ਗੁਰਮਤਿ ਵਿਦਿਆ ਪੜ੍ਹਾਉਣੀ, ਨਾਮ ਸਿਮਰਨ ਵਿੱਚ ਜੋੜਨਾ, ਅਭਿਆਸ ਵਿੱਚ ਆਈਆਂ ਔਕੜਾਂ ਦੇ ਹੱਲ ਲਈ ਸੁਝਾਅ ਦੇਣੇ, ਇਹ ਤਾਂ ਸਾਡੀ ਡਿਊਟੀ ਹੈ। ਅਸਾਂ ਆਪਣਾ ਫਰਜ਼ ਪੂਰਾ ਕੀਤਾ ਹੈ, ਤੇਰੇ ਤੇ ਕੋਈ ਅਹਿਸਾਨ ਨਹੀਂ ਕੀਤਾ। ਇਉਂ ਆਪ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ। ਅਨੁਸਾਰ ਪਰ ਉਪਕਾਰ ਕਰਦੇ ਹੋਏ ਸਦਾ ਨਿਮਰਤਾ ਵਿੱਚ ਰਹਿੰਦੇ ਸਨ। ਸ਼ਹੀਦ ਸਿੰਘ ਨੇ ਭਿੰਡਰੀ ਆਉਣਾ। ਭਾਈ ਸਰਦਾਰਾ ਸਿੰਘ ਕੋਕਰੀ ਕਲਾਂ ਵਾਲਿਆਂ ਨੇ ਦੱਸਿਆ ਕਿ ਜਦ ਸੰਤ ਜੀ ਜਥੇ ਸਮੇਤ ਭਿੰਡਰੀ ਰਹਿੰਦੇ ਤਾਂ ਹਰ ਬੁੱਧਵਾਰ ਨੂੰ ਜਥੇ ਦੇ ਸਿੰਘਾਂ ਦੇ ਕੇਸੀ ਇਸ਼ਨਾਨ ਲਈ ਕੋਕਰੀ ਕਲਾਂ ਤੋਂ ਲੱਸੀ ਲਿਆਉਣ ਦੀ ਮੇਰੀ ਡਿਊਟੀ ਲਾ ਦਿੰਦੇ। ਇੱਕ ਵਾਰ ਜੇਠ ਹਾੜ ਦੇ ਦਿਨਾਂ ਵਿੱਚ ਤਿੱਖੜ ਦੁਪਹਿਰੇ ਕੋਕਰੀ ਕਲਾਂ ਤੋਂ ਭਿੰਡਰਾਂ ਨੂੰ ਆਉਂਦੇ ਰਸਤੇ ਵਿੱਚ ਇੱਕ ਮੱਠ ਦੇ ਪਾਸ ਚੋਰਾਂ ਨੇ ਕਿਸੇ ਦੇ ਕੱਪੜੇ ਲਾਹ ਲਏ। ਮੈਂ ਇਹ ਸੁਣ ਕੇ ਡਰ ਗਿਆ ਤੇ ਇਰਾਦਾ ਬਦਲ ਲਿਆ ਕਿ ਅੱਜ ਲੱਸੀ ਲੈ ਕੇ ਨਹੀਂ ਜਾਣਾ। ਇੰਨੇ ਨੂੰ ਇੱਕ ਸੁੰਦਰ ਦਗਦੇ ਚਿਹਰੇ ਮੋਹਰੇ ਵਾਲਾ ਸਿੰਘ ਆ ਗਿਆ। ਉਸਨੇ ਕਿਹਾ, ਮੈਂ ਭਿੰਡਰੀ ਜਾਣਾ ਹੈ, ਮੈਨੂੰ ਰਾਹ ਦੱਸੋ। ਸਿੰਘਾਂ ਨੇ ਮੈਨੂੰ ਕਿਹਾ, ਇਸ ਸਿੰਘ ਦੇ ਨਾਲ ਜਾ, ਨਾਲੇ ਲੱਸੀ ਲੈ ਜਾ ਤੇ ਨਾਲੇ ਇਸ ਨੂੰ ਰਾਹ ਦੱਸੀ ਜਾਈ। ਮੈਂ ਉਸ ਸਿੰਘ ਨਾਲ ਤੁਰ ਪਿਆ। ਭਿੰਡਰੀ ਗੁਰਦੁਆਰੇ ਆ ਕੇ ਮੈਂ ਲੱਸੀ ਦੀ ਵਲਟੋਹੀ ਲੰਗਰ 'ਚ ਰੱਖ ਕੇ ਉਸ ਸਿੰਘ ਨੂੰ ਲੱਭਿਆ ਕਿ ਉਸ ਨੂੰ ਜਲ ਪਾਣੀ ਛਕਾਈਏ, ਪਰ ਉਹ ਲੱਭਾ ਹੀ ਨਾ, ਛਪਨ ਹੀ ਹੋ ਗਿਆ। ਮੈਂ ਤੇ ਸਾਰੇ ਸਿੰਘਾਂ ਨੇ ਇਹ ਸੰਤ ਜੀ ਦੀ ਆਤਮਿਕ ਸ਼ਕਤੀ ਦਾ ਹੀ ਇੱਕ ਕ੍ਰਿਸ਼ਮਾ ਸਮਝਿਆ। ਇੱਕ ਮਹਾਤਮਾ ਨੂੰ ਸ਼ਰਮਿੰਦਾ ਕਰਨਾ। ਭਾਈ ਪੂਰਨ ਸਿੰਘ ਦੌਦਰ ਨੇ ਦੱਸਿਆ ਕਿ ਇੱਕ ਚੰਗੇ ਨਾਮ ਅਭਿਆਸੀ ਸੰਤ ਮਹਾਤਮਾ ਮਿਲੇ ਤੇ ਸੰਤਾਂ ਨੂੰ ਕਹਿਣ ਲੱਗੇ, ਮੈਂ ਤੁਹਾਡਾ ਫੁਰਨਾ ਬੁੱਝ ਲਿਆ ਹੈ। ਤੁਸੀਂ ਫੁਰਨਾ ਕੀਤਾ ਹੈ ਕਿ ਮੇਰੇ ਗਾਤਰੇ ਕਿਰਪਾਨ ਨਹੀਂ ਪਾਈ ਹੋਈ। ਹੁਣ ਤੁਸੀਂ ਦੱਸੋ ਕਿ ਮੇਰੀ ਮੁੱਠੀ ਵਿੱਚ ਕੀ ਹੈ। ਸੰਤਾਂ ਕਿਹਾ, ਸੰਤ ਜੀ ਇਸ ਨਾਟਕ ਚੇਟਕ ਤੋਂ ਕੀ ਲੈਣਾ ਹੈ। ਜਦ ਉਸ ਨੇ ਜਿੱਦ ਕੀਤੀ ਤਾਂ ਸੰਤਾਂ ਨੇ ਕਿਹਾ, ਤੇਰੀ ਮੁੱਠੀ ਵਿੱਚ ਮੱਕੀ ਦੇ 2 ਦਾਣੇ ਹਨ। ਜਦ ਮੁੱਠੀ ਖੋਲੀ ਤਾਂ ਉਹ ਨਿਕਲੇ। ਸੰਤ ਬੜਾ ਹੀ ਸ਼ਰਮਿੰਦਾ ਹੋ ਕੇ ਚਰਨੀ ਪੈ ਗਿਆ। ਅੱਗੇ ਤੋਂ ਅੰਮ੍ਰਿਤ ਛਕ ਕੇ ਗਾਤਰੇ ਕਿਰਪਾਨ ਪਹਿਨਣ ਲੱਗ ਪਿਆ ਤੇ ਸੰਤਾਂ ਦਾ ਪੂਰਾ ਸ਼ਰਧਾਲੂ ਬਣ ਗਿਆ। ਕੀੜਿਆਂ ਨੂੰ ਬਚਾਉਣਾ। ਇੱਕ ਵਾਰ
ਭਿੰਡਰੀ ਸੰਤ ਜੀ ਅੱਗੇ ਤੇ ਭਾਈ ਪੂਰਨ ਸਿੰਘ ਪਿੱਛੇ ਪਿੱਛੇ ਜਾ ਰਿਹਾ ਸੀ। ਸੰਤਾਂ ਦੇ ਪੈਰਾਂ 'ਚ ਲੱਕੜ ਦੇ ਪਊਏ ਸਨ। ਸੰਤ ਆਪ ਦੇ ਰੰਗ 'ਚ ਤੁਰੇ ਜਾ ਰਹੇ ਸਨ। ਤਾਂ ਪੂਰਨ ਸਿੰਘ ਨੇ ਦੇਖਿਆ ਕਿ ਅੱਗੇ ਕੀੜਿਆਂ ਦਾ ਭੌਣ ਹੈ। ਸੰਤਾਂ ਨੇ ਉਹਨਾਂ ਦੇ ਉੱਪਰ ਦੀ ਲੰਘਣਾ ਸੀ। ਪੂਰਨ ਸਿੰਘ ਦੇ ਮਨ ਵਿੱਚ ਫੁਰਨਾ ਹੋਇਆ ਕਿ ਸੰਤ ਤਾਂ ਆਪਣੀ ਮੌਜ ਵਿੱਚ ਜਾ ਰਹੇ ਹਨ। ਲੱਕੜ ਦੇ ਪਊਆਂ ਹੇਠ ਆ ਕੇ ਕੀੜੇ ਮਰ ਜਾਣਗੇ। ਪਰ ਜਦ ਸੰਤ ਉੱਥੇ ਪਹੁੰਚੇ ਤਾਂ ਉੱਥੋਂ ਵੱਡੀ ਉਲਾਂਘ ਪੁੱਟ ਕੇ ਕੀੜਿਆਂ ਨੂੰ ਟੱਪ ਗਏ। ਅੱਗੇ ਜਾ ਕੇ ਖੜੇ ਹੋ ਗਏ ਤੇ ਕਹਿਣ ਲੱਗੇ, ਪੂਰਨ ਸਿੰਘ ਜੀ, ਵੇਖਿਓ ਕੋਈ ਕੀੜਾ ਤਾਂ ਨਹੀਂ ਮਰਿਆ। ਪੂਰਨ ਸਿੰਘ ਸੁਣ ਕੇ ਹੱਕਾ ਬੱਕਾ ਰਹਿ ਗਿਆ ਤੇ ਕਿਹਾ, ਮਹਾਰਾਜ, ਤੁਹਾਡੀਆਂ ਤੁਸੀਂ ਹੀ ਜਾਣੋ। ਇਉਂ ਐਡੇ ਰਹਿਮ ਦਿਲ ਕੇ ਕੀੜਾ ਵੀ ਨਹੀਂ ਸਨ ਮਾਰਦੇ ਤੇ ਦੂਜੇ ਦੇ ਮਨ ਦਾ ਫੁਰਨਾ ਪਹਿਲਾਂ ਹੀ ਬੁੱਝ ਲੈਂਦੇ ਸਨ। ਭਾਈ ਗੁਰਪਾਲ ਸਿੰਘ ਨੂੰ ਬਚਾਉਣਾ। ਰਾਗੀ ਬਚਿੱਤਰ ਸਿੰਘ ਨੇ ਦੱਸਿਆ ਕਿ ਭਾਈ ਗੁਰਪਾਲ ਸਿੰਘ ਪਿੰਡ ਭਿੰਡਰ ਕਲਾਂ ਵਾਲੇ ਨੇ ਮੈਨੂੰ ਇੱਕ ਦਿਨ ਦੱਸਿਆ ਕਿ ਅਸੀਂ ਮਹਾਰਾਸ਼ਟਰ ਵਿੱਚ ਟਰੱਕ ਲੈ ਕੇ ਗਏ। ਰਸਤੇ ਵਿੱਚ ਇੱਕ ਪਾਣੀ ਦੇ ਡੁੰਮ ਵਿੱਚ ਮੁਰਗਾਈਆਂ ਤਰਦੀਆਂ ਫਿਰਨ। ਉੱਥੋਂ ਦੇ ਬੰਦਿਆਂ ਦੇ ਕਹਿਣ ਤੇ ਅਸੀਂ ਮੁਰਗਾਈਆਂ ਮਾਰ ਦਿੱਤੀਆਂ। ਉਹਨਾਂ ਨੂੰ ਚੁੱਕਣ ਲਈ ਮੇਰੇ ਭਤੀਜੇ ਨੇ ਡੁੰਮ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਡੁੱਬਦਾ ਦੇਖ ਕੇ ਮਗਰ ਹੀ ਮੈਂ ਛਾਲ ਮਾਰ ਦਿੱਤੀ। ਹੇਠੋਂ ਸੱਪ ਨੇ ਸਾਡੀਆਂ ਲੱਤਾਂ ਨੂੰ ਨਾਗ ਵੱਲ ਪਾ ਲਿਆ। ਜਦ ਦੋਨੋਂ ਡੁੱਬਣ ਲੱਗੇ ਤਾਂ ਧਿਆਨ ਸੰਤਾਂ ਵੱਲ ਚਲਾ ਗਿਆ। ਧਿਆਨ ਵਿੱਚ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਦੇ ਦਿਸੇ ਤੇ ਪਤਾ ਉਦੋਂ ਲੱਗਾ ਜਦ ਅਸੀਂ ਕਿਨਾਰੇ ਤੇ ਆ ਗਏ ਤੇ ਸਹੀ ਸਲਾਮਤ ਬਾਹਰ ਨਿਕਲ ਆਏ। ਉਹਨਾਂ ਨੇ ਕਿਹਾ ਕਿ ਅਸਾਂ ਇਹ ਸੰਤਾਂ ਦੀ ਬਖਸ਼ਿਸ਼ ਸਮਝੀ। ਸੰਤਾਂ ਨੂੰ ਆ ਕੇ ਦੱਸਿਆ ਤਾਂ ਸੰਤਾਂ ਨੇ ਕਿਹਾ, ਭਾਈ, ਜੀਵਾਂ ਨੂੰ ਮਾਰਨਾ ਮਹਾ ਪਾਪ ਹੈ। ਅੱਗੇ ਤੋਂ ਐਸਾ ਕੰਮ ਕਦੀ ਭੁੱਲ ਕੇ ਵੀ ਨਾ ਕਰਿਓ। ਫਿਰ ਅਸੀਂ ਅਰਦਾਸ ਕਰਕੇ ਆਪਣੀ ਭੁੱਲ ਬਖਸ਼ਾਈ। ਗਿਆਨੀ ਕਪੂਰ ਸਿੰਘ ਨੂੰ ਘਿਓ ਦੀ ਕੌਲੀ ਦੇਣੀ। ਗੁਰਪੁਰਵਾਸੀ ਸਿੰਘ ਸਾਹਿਬ ਗਿਆਨੀ ਕਪੂਰ ਸਿੰਘ ਜੀ ਬਰਾੜ, ਸਾਬਕਾ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਸੰਤਾਂ ਦੀ ਆਤਮਿਕ ਸ਼ਕਤੀ ਦਾ ਉਹਨਾਂ ਨਾਲ ਵਰਤਿਆ ਇੱਕ ਵਾਕਿਆ ਇਸ ਤਰ੍ਹਾਂ ਸੁਣਾਇਆ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਤੱਕ ਉਹਨਾਂ ਦੀ ਸਿਹਤ ਠੀਕ ਰਹੀ, ਸੰਗਤ ਵਿੱਚ ਬੈਠ ਕੇ ਸਿੰਘਾਂ ਨਾਲ ਪ੍ਰਸ਼ਾਦਾ ਛਕਦੇ ਰਹੇ। ਬਰਾੜ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਣ ਸਮੇਂ ਆਪਣੇ ਕੋਲ ਬਿਠਾ ਲੈਂਦੇ ਤੇ ਜਦ ਪ੍ਰਸ਼ਾਦਾ ਵਰਤ ਜਾਂਦਾ ਤਾਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਹੀ ਆਪਣੇ ਥਾਲ ਵਿੱਚੋਂ ਘਿਓ ਵਾਲੀ ਕੌਲੀ ਬਰਾੜ ਸਾਹਿਬ ਜੀ ਨੂੰ ਦੇ ਦਿੰਦੇ। ਬਰਾੜ ਸਾਹਿਬ ਜੀ ਨੇ ਦੱਸਿਆ ਕਿ ਇੱਕ ਦਿਨ ਮੈਂ ਲੰਗਰ ਵਿੱਚ ਕੁਝ ਪਛੜ ਕੇ ਆਇਆ, ਇਸ ਲਈ ਬਾਹਰ ਹੀ ਪੰਗਤ ਵਿੱਚ ਬੈਠ ਗਿਆ। ਸੰਤ ਜੀ ਕਮਰੇ ਦੇ ਅੰਦਰ ਪੰਗਤ ਵਿੱਚ ਬੈਠੇ ਸਨ। ਮੇਰੇ ਮਨ ਵਿੱਚ ਫੁਰਨਾ ਹੋਇਆ ਕਿ ਅੱਗੇ ਤਾਂ ਕੋਲ ਬੈਠਾ ਹੋਣ ਕਰਕੇ ਸੰਤ ਜੀ ਆਪਣੀ ਘਿਓ ਵਾਲੀ ਕੌਲੀ ਮੈਨੂੰ ਦੇ ਦਿੰਦੇ ਸਨ। ਜੇ ਅੱਜ ਮੈਨੂੰ ਇੱਥੇ ਬਾਹਰ ਪੰਗਤ ਵਿੱਚ ਬੈਠੇ ਨੂੰ ਅੰਦਰੋਂ ਘਿਓ ਵਾਲੀ ਕੌਲੀ ਭੇਜਣ ਤਾਂ ਮੈਂ ਸਮਝਾਂ ਕਿ ਸੰਤ ਜੀ ਅੰਤਰਜਾਮੀ ਹਨ। ਮੇਰੇ ਇਸ ਫੁਰਨੇ ਕਰਨ ਤੋਂ 2 ਮਿੰਟ ਬਾਅਦ ਹੀ ਇੱਕ ਸਿੰਘ ਨੂੰ ਘਿਓ ਵਾਲੀ ਕੌਲੀ ਫੜਾ ਕੇ ਕਹਿਣ ਲੱਗੇ, ਜਾ ਬਾਹਰਲੀ ਪੰਗਤ ਵਿੱਚ ਬਰਾੜ ਬੈਠਾ ਹੈ, ਉਸ ਨੂੰ ਦੇ ਆ। ਜਦ ਉਸ ਸਿੰਘ ਨੇ ਘਿਓ ਵਾਲੀ ਕੌਲੀ ਮੈਨੂੰ ਫੜਾਈ ਤਾਂ ਮੇਰਾ ਸਰੀਰ ਪਾਣੀ ਪਾਣੀ ਹੋ ਗਿਆ ਤੇ ਸੰਤਾਂ ਦੀ ਆਤਮਿਕ ਸ਼ਕਤੀ ਉੱਪਰ ਨਿਸ਼ਚਾ ਪੱਕਾ ਹੋ ਗਿਆ। ਵਰਿਆਮ ਸਿੰਘ ਨੂੰ ਕਥਾ 'ਚ ਉੱਤਰ ਦੇਣੇ। ਲਾਇਲਪੁਰ ਦੇ ਨੇੜੇ ਇੱਕ ਚੱਕ ਵਿੱਚ 2 ਭਰਾ
ਭਾਈ ਤਾਰਾ ਸਿੰਘ ਜੀ ਅਤੇ ਭਾਈ ਵਰਿਆਮ ਸਿੰਘ ਜੀ ਰਹਿੰਦੇ ਸਨ। ਭਾਈ ਤਾਰਾ ਸਿੰਘ ਸੰਤਾਂ ਦੀ ਸੰਗਤ ਕਰਕੇ ਸੰਤਾਂ ਦਾ ਸ਼ਰਧਾਲੂ ਬਣ ਗਿਆ ਤੇ ਭਾਈ ਵਰਿਆਮ ਸਿੰਘ ਕਿਸੇ ਡਾਕਟਰ ਦਾ ਸ਼ਰਧਾਲੂ ਸੀ ਜੋ ਚੰਗਾ ਨਾਮ ਅਭਿਆਸੀ ਸੀ। ਇੱਕ ਵਾਰ ਭਾਦਰੋਂ ਦੇ ਜੋੜ ਮੇਲੇ ਸਮੇਂ ਭਾਈ ਤਾਰਾ ਸਿੰਘ ਜੀ ਨੇ ਆਪਣੇ ਭਰਾ ਭਾਈ ਵਰਿਆਮ ਸਿੰਘ ਨੂੰ ਕਿਹਾ, ਚੱਲ ਤੈਨੂੰ ਸੰਤ ਭਿੰਡਰਾਂ ਵਾਲਿਆਂ ਦੇ ਦਰਸ਼ਨ ਕਰਵਾਵਾਂ ਤੇ ਨਾਲੇ ਕਥਾ ਸੁਣਵਾਵਾਂ, ਤਾਂ ਕਿ ਤੈਨੂੰ ਪਤਾ ਲੱਗੇ ਕਿ ਸੰਤ ਜੀ ਕਿੰਨੀ ਉੱਚੀ ਅਵਸਥਾ ਦੇ ਮਾਲਕ ਹਨ। ਵਰਿਆਮ ਸਿੰਘ ਨੇ ਅੱਗੋਂ ਉੱਤਰ ਦਿੱਤਾ, ਮੈਂ ਇਹੋ ਜਿਹੇ ਬਥੇਰੇ ਪਖੰਡੀ ਸਾਧ ਦੇਖੇ ਹਨ, ਮੈਨੂੰ ਨਹੀਂ ਲੋੜ। ਭਾਈ ਤਾਰਾ ਸਿੰਘ ਦੇ ਬਹੁਤਾ ਜ਼ੋਰ ਦੇਣ ਤੇ ਉਹ ਨਾਲ ਚੱਲ ਪਿਆ। ਇੱਕ ਰਾਤ ਰਸਤੇ ਵਿੱਚ ਰਹਿ ਕੇ ਅਗਲੀ ਸਵੇਰ ਕਥਾ ਤੋਂ ਪਹਿਲਾਂ ਦੋਨੋਂ ਭਿੰਡਰੀ ਪਹੁੰਚ ਗਏ। ਜਲ ਪਾਣੀ ਛਕ ਕੇ ਦੀਵਾਨ 'ਚ ਜਾ ਬੈਠੇ। ਸੰਤ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ। ਭਾਈ ਤਾਰਾ ਸਿੰਘ ਨੇ ਦੱਸਿਆ ਕਿ ਜੋ ਤਾਬਿਆ ਬੈਠੇ ਹਨ, ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਹਨ। ਪਹਿਲਾਂ ਤਾਂ ਉਹ ਦਰਸ਼ਨ ਕਰਕੇ ਹੀ ਬਹੁਤ ਪ੍ਰਭਾਵਿਤ ਹੋਇਆ। ਨੀਲਾ ਦਸਤਾਰਾ, ਚਿੱਟਾ ਚੋਲਾ ਤੇ ਉੱਪਰ ਦੀ ਕਾਲਾ ਚੌੜਾ ਗਾਤਰਾ ਤੇ ਉਸ ਵਿੱਚ ਪਹਿਨੀ ਹੋਈ ਸੁੰਦਰ ਲਗਭਗ 1.25 ਫੁੱਟ ਲੰਬੀ ਕਿਰਪਾਨ, ਹੱਥ ਵਿੱਚ ਤੀਰ, ਸੁੰਦਰ ਗੋਰਾ ਰੰਗ ਗੁਲਾਬ ਵਾਂਗ ਖਿੜਿਆ ਹਸਮੁਖ ਚਿਹਰਾ, ਗੋਲ ਦਾਹੜਾ ਅਤੇ ਮੋਟੇ ਤੇ ਸੁੰਦਰ ਰੰਗ ਰੱਤੇ ਰਸੀਲੇ ਨੇਤਰ ਜੋ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੇ ਸਨ। ਭਾਈ ਵਰਿਆਮ ਸਿੰਘ ਕਹਿਣ ਲੱਗਾ, ਮੈਂ ਕੁਝ ਪ੍ਰਸ਼ਨ ਲਿਖ ਕੇ ਲਿਆਇਆ ਹਾਂ, ਕਥਾ ਤੋਂ ਬਾਅਦ ਸੰਤਾਂ ਨੂੰ ਪੁੱਛਾਂਗੇ। ਜੇ ਮੇਰੇ ਪ੍ਰਸ਼ਨਾਂ ਦਾ ਤਸੱਲੀ ਬਖਸ਼ ਉੱਤਰ ਦਿੱਤਾ ਤਾਂ ਸਮਝਾਂਗਾ ਕਿ ਇਹ ਪੂਰਨ ਸੰਤ ਹਨ। ਇਹਨੇ ਵਿੱਚ ਸੰਤਾਂ ਨੇ ਸ਼ਬਦ ਦੀ ਕਥਾ ਸ਼ੁਰੂ ਕਰ ਦਿੱਤੀ। ਭਾਈ ਵਰਿਆਮ ਸਿੰਘ ਕਥਾ ਸੁਣਦਿਆਂ ਸੁਣਦਿਆਂ ਉਸ ਵਕਤ ਇੰਨਾ ਹੈਰਾਨ ਤੇ ਹੱਕਾ ਬੱਕਾ ਰਹਿ ਗਿਆ ਜਦੋਂ ਉਸ ਦੇ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਤ ਜੀ ਨੇ ਕਥਾ ਵਿੱਚ ਹੀ ਅਜਿਹੇ ਢੰਗ ਨਾਲ ਸੁਣਾਏ ਕਿ ਉਸ ਦੀ ਪੂਰਨ ਤਸੱਲੀ ਹੋ ਗਈ। ਕਥਾ ਤੋਂ ਬਾਅਦ ਭਾਈ ਤਾਰਾ ਸਿੰਘ ਨੂੰ ਕਹਿਣ ਲੱਗਾ ਕਿ ਸੰਤ ਜੀ ਤਾਂ ਬ੍ਰਹਮ ਗਿਆਨੀ ਹਨ, ਬੇਅੰਤ ਆਤਮਿਕ ਸ਼ਕਤੀਆਂ ਦੇ ਮਾਲਕ ਹਨ, ਜਿਨ੍ਹਾਂ ਨੇ ਮੇਰੇ ਅੰਦਰ ਦੇ ਪ੍ਰਸ਼ਨਾਂ ਨੂੰ ਜਾਣ ਕੇ ਕਥਾ ਵਿੱਚ ਹੀ ਉਹਨਾਂ ਦੇ ਸੁਚੱਜੇ ਉੱਤਰ ਦਿੱਤੇ। ਆਮ ਨਾਮ ਅਭਿਆਸੀ ਅੰਦਰ ਇੰਨੀ ਸ਼ਕਤੀ ਨਹੀਂ ਹੋ ਸਕਦੀ। ਉਸ ਦਿਨ ਤੋਂ ਉਹ ਸੰਤਾਂ ਦਾ ਸ਼ਰਧਾਲੂ ਬਣ ਗਿਆ। ਬਚਨ ਪੂਰੇ। ਇੱਕ ਦਰਜੀ ਦੀ ਬਿਮਾਰੀ ਹਟਾਉਣੀ। ਇੱਕ ਵਾਰ ਸੰਤ ਜੀ ਜਥੇ ਸਮੇਤ ਬਣੇ ਪ੍ਰੋਗਰਾਮ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਹਰ ਰੋਜ਼ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਦੇ ਸਨ। ਸੰਗਤਾਂ ਨੇ ਬੜਾ ਪ੍ਰੇਮ ਕੀਤਾ। ਸਿੰਘਾਂ ਦੇ ਚੋਲਿਆਂ ਵਾਸਤੇ ਬਸਤਰ ਭੇਟਾ ਕੀਤੇ। ਜਥੇ ਵਿੱਚ ਰਹਿ ਰਹੇ ਭਾਈ ਠਾਕੁਰ ਸਿੰਘ ਖਡਿਆਲ ਵਾਲੇ ਅਤੇ ਗੋਪਾਲ ਸਿੰਘ ਬੋਪਾ ਰਾਏ ਵਾਲੇ ਦਰਜੀ ਸਿੰਘ ਸਿਲਾਈ ਦੀ ਸੇਵਾ ਵਿੱਚ ਲੱਗੇ ਹੋਏ ਸਨ। ਇੱਕ ਪ੍ਰੇਮੀ ਸ਼ਹਿਰ ਚੋਂ ਸਿਲਾਈ ਦੀ ਸੇਵਾ ਲਈ ਆਇਆ। ਬੜੇ ਪ੍ਰੇਮ ਨਾਲ ਸੇਵਾ ਕਰ ਰਿਹਾ ਸੀ ਕਿ ਸੰਤ ਜੀ ਪਾਸ ਆਣ ਖਲੋਤੇ। ਬਹੁਤੀਆਂ ਹਿਚਕੀਆਂ ਲੈਂਦਾ ਵੇਖ ਕੇ ਪੁੱਛਣ ਲੱਗੇ, ਪ੍ਰੇਮੀਆਂ ਕੀ ਗੱਲ ਹੈ? ਹਿਚਕੀਆਂ ਕਿਉਂ ਲਈ ਜਾ ਰਿਹਾ ਹੈ? ਤਾਂ ਉਸ ਨੇ ਬੇਨਤੀ ਕੀਤੀ, ਮਹਾਰਾਜ ਜੀ, ਪਾਕਿਸਤਾਨ ਬਣਨ ਤੋਂ 1 ਸਾਲ ਪਹਿਲਾਂ ਦੀ ਇਹ ਬਿਮਾਰੀ ਲੱਗੀ ਹੋਈ ਹੈ। ਲਗਾਤਾਰ ਹੀ ਹਿਚਕੀਆਂ ਆਪਣੇ ਆਪ ਆਈ ਜਾਂਦੀਆਂ ਹਨ। ਇਲਾਜ ਵੀ ਬੜਾ ਕਰਾਇਆ ਹੈ, ਪਰ ਆਰਾਮ ਨਹੀਂ ਆਇਆ।
ਸੰਤਾਂ ਨੇ ਤਰੁੱਠ ਕੇ ਬਚਨ ਕੀਤਾ, ਗੁਰਮੁਖਾ ਤੂੰ ਸਿੰਘਾਂ ਦੀ ਸੇਵਾ ਕਰਦਾ ਹੈ, ਨਾਲ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਦਾ ਇੱਕ ਪਾਠ ਵੀ ਕਰਿਆ ਕਰ। ਤਾਂ ਉਸ ਨੇ ਬਚਨਾਂ ਤੇ ਸ਼ਰਧਾ ਕਰਕੇ ਪਹਿਲੇ ਦਿਨ ਐਸਾ ਪ੍ਰੇਮ ਨਾਲ ਸੁਖਮਨੀ ਸਾਹਿਬ ਪੜ੍ਹਿਆ ਕਿ ਪਹਿਲੇ ਦਿਨ ਹੀ ਹਿਚਕੀ ਦਾ ਫਰਕ ਪੈ ਗਿਆ। ਫਿਰ ਹੌਲੀ ਹੌਲੀ ਲਗਾਤਾਰ 1 ਮਹੀਨਾ ਸ਼ਰਧਾ ਭਾਵਨਾ ਨਾਲ ਸਿੰਘਾਂ ਦੀ ਸੇਵਾ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਿਹਾ। ਇਉਂ ਕਈ ਮਹੀਨਿਆਂ ਦੀ ਲੱਗੀ ਬਿਮਾਰੀ ਦਾ 1 ਮਹੀਨੇ ਵਿੱਚ ਪੂਰਾ ਆਰਾਮ ਆ ਗਿਆ। ਦਾਸ ਨੇ ਆਪ ਆਪਣੇ ਅੱਖੀਂ ਦੇਖਿਆ ਕਿ ਜਿਹੜਾ 1 ਸਕਿੰਟ ਬਾਅਦ ਹਿਚਕੀ ਲੈਂਦਾ ਸੀ, ਉਹ ਬਿਲਕੁਲ ਆਰਾਮ ਨਾਲ ਸੇਵਾ ਸਿਮਰਨ ਕਰਦਾ ਹੋਇਆ ਖੁਸ਼ੀ ਖੁਸ਼ੀ ਘਰ ਗਿਆ।